ਰਾਹ ਰਾਸਤ ਪਹਿਚਾਨਦੇ ਹੋ ਇਹ ਮੇਰਾ ਸਾਥ ਨਹੀਂ ਦੇ ਰਹੇ, ਤੇ ਅਮੀਰ ਸ਼ਾਮ ਜਿਹੜਾ ਤੁਸੀਂ ਜਾਣਦੇ ਹੋ ਕਿ ਉਹ ਗਲਤ ਹੈ, ਔਰ ਉਹਦੀ ਲੋਕ ਗਲਤ ਦੇ ਅੰਦਰ ਇਹੋ ਜਿਹੀ ਇਤਬਾ ਕਰ ਰਹੇ ਨੇ ਜਿਸ ਤਰ੍ਹਾਂ ਹੱਕ ਦੀ ਇਤਬਾ ਹੋਣੀ ਚਾਹੀਦੀ ਹੈ, ਤੇ ਤੁਸੀਂ ਹੱਕ ਨੂੰ ਪਹਿਚਾਨਦੇ ਹੱਕ ਦੀ ਇਤਬਾ ਨਹੀਂ ਕਰ ਰਹੇ ਤੇ ਮੇਰਾ ਸਾਥ ਨਹੀਂ ਦੇ ਰਹੇ। ਉਹ ਗਲਤ ਹੋ ਕੇ ਵੀ ਆਪਣੇ ਕਾਇਦ ਦੀ ਇਹੋ ਜਿਹੀ ਇਤਬਾ ਕੀਤੀ ਉਹਨਾਂ ਨੇ ਜਿਸ ਤਰ੍ਹਾਂ ਇਤਬਾ ਕਰਨ ਦਾ ਹੱਕ ਹੈ, ਤੇ ਤੁਸੀਂ ਹੱਕ ਤੇ ਵੀ ਹੋ ਕੇ ਆਪਣੇ ਕਾਇਦ ਦੀ ਇਤਬਾ ਨਹੀਂ ਕੀਤੀ ਜਿਸ ਤਰ੍ਹਾਂ ਹੱਕ ਸੀ। ਨਹੀਂ, ਲੇਕਿਨ ਉਹ ਸਾਰੇ ਸਵਾਲ ਪੇਸ਼ ਕਰੋ, ਉਹਨਾਂ ਨੂੰ ਉਹ ਅਕਵਾਲ ਪੇਸ਼ ਕਰੋ ਜਿਨ੍ਹਾਂ ਤੋਂ ਇਹ ਸਾਬਤ ਹੁੰਦਾ ਹੋਵੇ ਕਿ ਉਹਨਾਂ ਦੇ ਨਾਲ ਕਸੀਰ ਤਾਦਾਦ ਮੁਖਲਸ ਲੋਕਾਂ ਦੀ ਸੀ ਜਾਂ ਕਸੀਰ ਤਾਦਾਦ ਖੁਦ ਮੁਸਲਮਾਨਾਂ ਦੀ ਸੀ ਜਿਹੜੇ ਆਪਣੇ ਆਪ ਨੂੰ ਮੁਸਲਮਾਨ ਕਹਿੰਦੇ ਸੀ। देखो उन तादाद मेरे को मौजूद नहीं है, मैं किसी हर बंदे का शनाख्ती कार्ड चेक किया है। अच्छा, अगर यही सवाल नबी करीम सल्लल्लाहु अलैहि वसल्लम ने निस्बत किया जी कि किन्ने साहबा मुनाफिकीन से ते किन्ना जेड़ा सन वो पक्के मोमिन सन, यदि को तादाद बिल्कुल आटे च नमक बराबर मुनाफिक सन, मेजॉरिटी मुखलिस लोगों ने। हाँ ठीक हो गया, आटे च नमक दे बराबर। ते नबी करीम सल्लल्लाहु अलैहि वसल्लम जदों ओहद दा लश्कर लेके निकले ने ते 300 ते वो जंग तो पहले निकल आए, और जदों मौका आया है उस टाइम ते इतनी कसरत तादाद दे नाल नबी करीम सल्लल्लाहु अलैहि वसल्लम दे नाल मुनाफिकत कीती है कि चंद एक सहाबा रह गए नबी दी जान बचाने वाले। कसरत दे नाल ते मदीने ते मदीने में आए ना थोड़े लोग सन, फिर आहिस्ता आहिस्ता लेकिन जेड़े लोग हाँ यही काम तादाद उनकी किसी कोई इतराज कर देखो कि एतराज नबी करीम सल्लल्लाहु अलैहि वसल्लम ते नहीं आएगा घूम के, कभी भी इस तरह इतराज नहीं करना चाहिए। हाँ जिस तरह वाकई मनन का हक सी उन्हें कूफी ते मैं कहना सब तो बगैरत कौम ही कूफी है, कभी किसी के सक्के हो ही नहीं है। कूफी ला यूफी बिल्कुल सही है, जेडे शिया ने माविया शिया ने अली दे बेस दे अंदर उत्थे बैठे रहे ते हर बंदे नाल मुनाफिकत की, हत्ता कि मुख्तार सकफी जिन्हें इमाम हुसैन दे खून दा बदला भी लिया उन्होंने ਉਹਦੇ ਨਾਲ ਮੁਨਾਫਿਕਤ ਮਿਰਜ਼ਾ ਸਾਹਿਬ ਨੇ ਇਮਾਮ ਹੁਸੈਨ ਦਾ ਸਲਾਮ ਦਾ ਲਖ ਜੋ ਲਿਖਿਆ। ਬਲਕਿ ਮੈਂ ਤੇ ਜਦੋਂ ਕੀ ਕਹਿੰਦੇ ਚੇਲਮ ਦੀ ਜ਼ਿਆਰਤ ਤੇ ਗਿਆ ਤਾਂ ਮਨੂੰ ਠੱਗ ਗਿਆ ਉੱਥੇ ਰਿਕਸ਼ਾ ਦਾ ਮਨੂੰ ਕਹਿੰਦਾ ਭਾਈ 에어ਪੋਰਟ ਕੰਨ ਦੇ ਪਿੱਛੇ ਨੇ 10 ਆਪ ਲੈ ਕੇ ਤਾਂ 4 ਕਿਲੋਮੀਟਰ ਦੂਰ ਛੱਡ ਗਏ। ਅੱਜ ਵੀ ਲੋਕ ਮੌਜੂਦ। ਮੇਰੀ ਗੱਲ ਸੁਣੋ ਤੁਸੀਂ ਨਾ, ਹਾਂਜੀ ਇਹਦੇ ਤੇ ਥੋੜਾ ਰਿਸਰਚ ਕਰੋ ਕਿਹਦੇ ਤੇ ਜਿਹੜੀ ਮੈਂ ਗੱਲ ਆਖੀ ਹੈ ਨਾ, ਤੁਸੀਂ ਸਹੀ ਨਹੀਂ ਜਾਣਦੇ, ਜਿਹੜਾ ਮੇਰਾ ਸਵਾਲ ਉਹਦਾ ਜਵਾਬ ਤੁਹਾਡੇ ਕੋਲ ਨਹੀਂ ਹੈ। चलो ठीक है, नहीं है मेरे को जिन्हें इल्म से मैंने दे छड़िया, ਤੁਹਾਨੂੰ ਨਾ ਪਸੰਦ ਆਇਆ ਤੇ ਫਿਰ ਮੈਂ ਮਾਜ਼ਰਤ ਕਰ। ਨਹੀਂ ਮੈਂ ਕਿਹਾ ਥੋੜਾ ਜਿਹਾ ਸਟੱਡੀ ਕਰਿਆ ਜੇ। मैं कह रहा कसीर मुनाफिकीन हो कलील मोमिनीन हो, अल्लाह ताला कभी भी क्वांटिटी नहीं देखता, क्वालिटी देखता है। ठीक है, नबी करीम सल्लल्लाहु अलैहि वसल्लम के नाम थोड़े लोग मुखलस होने ਤੇ ਜ਼ਿਆਦਾ ਲੋਕ मुखलस ना होने ਤੇ ਕੋਈ ਐਬ ਵਾਲੀ ਗੱਲ ਨਹੀਂ ਹੁੰਦੀ। ਤੁਸੀਂ ਕਹਿ ਰਹੇ ਹੋ ਮੈਨੂੰ ਇੰਨੇ ਸਾਲ ਹੋ ਗਏ ਨੇ। ऐब नहीं, लेकिन खुदा दी कसम है साजी को एक दो बंदा भी होवे ना कि ਤੁਹਾਡੇ ਮਿਸ਼ਨ ਨੂੰ ਸਮਝਦਾ ਹੋਵੇ ਤੇ ਮੈਂ ਕਹਾਂ ਹਾਂ ਵਾਕਈ ਮੁਖਲਸ ਹੋ ਕੇ ਤੁਹਾਡੇ ਨਾਲ। ਕੋਈ ਬੰਦਾ ਇਸ ਤਰ੍ਹਾਂ ਨਹੀਂ ਜਿਹਨੇ ਤੁਹਾਡੀ ਮਾਂ ਭੈਣ ਨਹੀਂ ਬੜੇ ਬੰਦੇ ਨੇ, ਬੜੇ ਤੁਹਾਡੇ ਨਾਲ ਮਾਸ਼ਾਅੱਲਾ ਬਹੁਤ ਲੋਕ ਮਾਸ਼ਾਅੱਲਾ। ਇੱਕ ਦੋ ਦਾ ਨਾਮ ਦੇਣਾ। ਨਹੀਂ ਮਵਾਨ ਹੈ, ज़िया रसूल है, ਤੁਹਾਡੀ ਤਾਕਤ बड़े साथी बड़े मेहमान ज़िया रसूल। चलो ठीक है, अल्लाह करे ना कभी मुश्किल टाइम पे ਤੁਹਾਡੇ ਸਾਥ ਵੀ ਦੇ ਦੇ। ਸਾਡੇ ਮੈਸੇਜ ਤਾਂ ਨਹੀਂ ਕੀਤਾ। ਹਾਂ ਵਾਕਈ ਦਿਲ ਤਕਲੀਫ ਦੇ ਹੁੰਦੀ ਹੈ ਗੱਲ ਜਦੋਂ ਤੁਸੀਂ ਉਹ ਫਿਕਰਾ ਕਿਹਾ ਨਾ ਕਿ ਯਾਰ ਹੁਣ ਤੇ ਮੈਨੂੰ ਇਹ ਵੀ ਨਹੀਂ ਆਉਂਦਾ ਕਿ ਮਰਜ਼ਾਈ ਰਿਕਾਰਡਿੰਗ ਕਰ ਲੈਣਗੇ ਕਿ ਇਹਨਾਂ ਨੂੰ ਗੰਦ ਇਹਨਾਂ ਨੇ ਪਾਇਆ ਕਿ ਮੈਨੂੰ ਤੇ ਹੁਣ ਇਹਨਾਂ ਵੀ ਨਹੀਂ ਰਹਿ ਗਿਆ। ਠੀਕ ਹੈ ਨਾ, ਕਿ ਹੁਣ ਇਹਨਾਂ ਕੋ ਲੰਘ ਲਾ ਛੱਡ ਸੜੀ ਕਿ ਯਾਰ ਡੇਲੀ ਦਾ ਕੰਮ ਹੈ, ਜਿਹੜਾ ਕੁੱਤਾ ਚਿੱਕੀ ਹੋਣ ਲੱਗਿਆ ਤੇ ਡੇਲੀ ਦਾ ਕੰਮ ਹੋ ਗਿਆ। ਹੁਣ ਤੇ ਇਹ ਵੀ ਨਹੀਂ ਜਿਹੜਾ ਤਕਲੀਫ ਦਿੰਦੀ ਹੁੰਦੀ ਤੇ ਉਹ ਤੁਸੀਂ ਤਕਲੀਫ ਦੱਸੇ ਬੋਲੇ ਹਾਂ ਮੈਨੂੰ ਤਕਲੀਫ ਪਹੁੰਚੀ ਮੈਂ ਤੁਹਾਨੂੰ ਸ਼ੇਅਰ ਕਰ ਸਕਦੇ। ਤੇ ਜਿਹੜਾ ਤੁਸੀਂ ਕਹਿਣ ਲੱਗੇ ਹੋ ਕਿ ਬਈ ਹਲੇ ਬੋਲੇ ਚਲੋ ਇਸ ਮੌਜੂਦ ਤੁਹਾਡੇ ਸੇ ਕੀ ਕਹੀਦਾ ਹੈ, ਇਹੀ ਕਹਾਂਗਾ ਐਜ਼ਨ ਮੁਖਾਲਿਫ ਕਿ ਅੱਲਾਹ ਤਾਲਾ ਤੁਹਾਨੂੰ ਉਹ ਹਵਾਰੀ ਅਦਾ ਕਰੇ ਜਿਹੜਾ ਕੰਮ ਪੈਨ ਦੇ ਟਾਈਮ ਤੇ बेस्ट ऑफ लक, कम टाइम से टाइम तक कम पैसे बेस्ट ऑफ लक की दुआ तमाश है। अंग्रेजी तो बेहतर है, मैं पंजाबी दे बोल सवेरी हो गई। चलो सानू भी दुआ दो, फिर एक हदीस पुछनी तुहाडे कोल। अच्छा तुसीं मिल ही गए। अल्लाह ताला तुहाडे वास्ते हिदायत दे रस्ते दरवाजे खोल देवे,
ਸਿਰਾਤ ਮੁਸਤਕੀਮ ਦੇ ਤੋਂ ਚਲਾਏ। ਦੱਸੋ ਕੀ ਹਦੀਸ? आमीन सुम्मा आमीन। तो अल्लाह के रसूल ने फरमाया अली सिरातुल मुस्तकीम, अली ही सिरातुल मुस्तकीम। अच्छा, सुनन अबू दाऊद की हदीस है 4646। हदीस शुरू होती सफीना रजी अल्लाह तआला अन्हा कहती हैं कि रसूलुल्लाह सल्लल्लाहु अलैहि वसल्लम ने फरमाया खिलाफत अला मनहज नबुव्वा, नबूवत के की खिलाफत 30 साल रहेगी, फिर अल्लाह ताला सल्तनत या अपनी सल्तनत जैसे चाहेगा, जिसे चाहेगा दे देगा। सईद कहते हैं सफीना ने मुझसे कहा अब तुम शुमार कर लो, अबू बकर रज़ी अल्लाह तआला अन्हु के 2 साल, उमर रज़ी अल्लाह तआला अन्हु के 10 साल, उस्मान रज़ी अल्लाह तआला अन्हु के 12 साल और अली रज़ी अल्लाह तआला अन्हु के इतने साल। सईद कहते हैं मैंने सफीना रज़ी अल्लाह तआला अन्हा से कहा ये लोग ब्रैकेट से लिखे मरवानी कहते हैं कि अली रज़ी अल्लाह तआला अन्हु खलीफा नहीं। उन्होंने कहा बनी ज़रका यानी बनी मरवान के चूतड़ झूठ बोलते हैं। बनी ज़रका तो वो मशहूर ज़ानिया ही सी ना, ਜਿਹੜੀ ਬੜੀ ਮਸ਼ਹੂਰ ਸੀ, ਜਿਹਦੀ ਅੱਖਾਂ ਨੀਲੀਆਂ ਸਨ। ਤੇ ਉਹਨੂੰ ਬਨੀ ਮਰਵਾਨ ਦੇ ਨਾਲ ਤਸ਼ਬੀਹ ਦੇ ਕੇ ਕਹੇ ਕਿ ਬਨੀ ਮਰਵਾਨ ਕੇ ਚੂਚੜ ਝੂਠ ਬੋਲਤੇ। ਇਹ ਬੰਦਾ ਪਿੱਛੋਂ ਕਿਸ ਤਰ੍ਹਾਂ ਝੂਠ ਬੋਲ ਸਕਦਾ ਹੈ? ਸਮਝ ਨਹੀਂ ਆਈ। ਦੁਬਰ ਤੋਂ ਕਿਸ ਤਰ੍ਹਾਂ ਝੂਠ ਬੋਲਦੇ ਨੇ? ਸਵਾਲ ਕੀ ਹੈ ਤੁਹਾਡਾ? मैं कहना चाह रहे हैं कि वो कह रहे हैं बनी एक वो ਇਹੋ ਜਿਹੇ ਅਲਫਾਜ਼ ਬੋਲਣਾ ਸਾਬੀਆ ਸਨ। तो हजरत सफीना ਦੀ ਜਿਹੜੀ ਰਵਾਇਤ ਹੈ ਨਾ, हजरत सफीना की ਜਿਹੜੀ रवायत है ਇਹਦੇ 2-3 तुरक ने। एक सही भी है लेकिन कोई ऐसे भी तुरक है जिन्हां ਦੇ ਵਿੱਚ अल्फाज कोई कमी बेशी होना चाहिए। अच्छा ठीक हो गया। ਤੇ ਇਹ ਤੁਸੀਂ ਥੋੜਾ ਤਹਿਕੀਕ ਕਰਕੇ ਦੱਸ ਦਿਓ ਕਿ ਜਿਹੜੇ ਉਹਨਾਂ ਨੇ ਅਲਫਾਜ਼ ਕਹੇ ਨੇ ਕਿ ਬਨੀ ਮਰਵਾਨ ਨੇ ਕਿਹਾ, ਬਨੀ ਮਰਵਾਨ ਦੇ ਪੰਜਾਬੀ ਤਰਜਮਾ ਕੀ ਹੋਏਗਾ ਚੂਤਰ ਦਾ? ਜਦੋਂ ਲਫ਼ਜ਼ ਹੀ ਸਾਬਤ ਨਹੀਂ ਆਣ ਤੇ ਫਿਰ ਜੋ ਮਰਜ਼ੀ ਮੈਂ ਨਾ ਹੋਵੇ। ਨਹੀਂ ਇੱਥੇ ਮੈਂ ਤੁਹਾਨੂੰ sunan.com ਤੋਂ ਜਿਹੜੀ ਮੈਂ ਸਕਰੀਨਸ਼ਾਟ ਲੈ ਕਰ ਦੇਣਾ, ਉੱਥੇ ਲਫ਼ਜ਼ ਮੌਜੂਦ ਨੇ ਚੇ ਵਾਓ ਤੇ ਔੜੇ। ਇਹਨੂੰ ਪੰਜਾਬੀ ਚ ਕੀ ਕਹੀਦਾ? ਮੈਂ ਕਿਹਾ ਰਵਾਇਤ ਦੇ ਵਿੱਚ ਜਿਹੜੇ ਮਤਨ ਦੇ ਵਿੱਚ ਅਲਫਾਜ਼ ਨੇ ਨਾ, ਮੈਂ ਤੁਹਾਨੂੰ ਮਤਨ ਕਰ ਦੇਣਾ, ਮੈਨੂੰ ਇਹ ਲਫ਼ਜ਼ ਦਾ ਤਰਜਮਾ ਦੇ ਦਿਓ ਪੰਜਾਬੀ ਕੀ ਬਣੇਗਾ, ਠੀਕ ਹੈ? ਇਹ ਨਾ ਕਿ ਮੈਂ ਕੋਈ ਲਫ਼ਜ਼ ਪਾਵਾਂ ਤੇ ਜਿਹੜਾ ਉਹ ਫਿਰ ਗੁਸਤਾਖੀ ਹੋ ਜੇ। ਹਜ਼ਰਤ ਸਫੀਨਾ ਨੇ ਜਿਹੜੀ ਰਵਾਇਤ ਪੇਸ਼ ਕੀਤੀ ਨਾ ਕਿ ਬਨੀ ਮਰਵਾਨ ਇਹ ਬਨੀ ਜ਼ਰਕਾ ਜਿਹੜਾ ਉਹ ਜ਼ਾਨੀਆ औरत ਸੀ, ਉਹਨੂੰ ਬਨੀ ਮਰਵਾਨ ਦੇ ਨਾਲ ਤਸ਼ਬੀਹ ਦਿੱਤੀ कि वो ज़ानिया औरत के बच्चे ने थे। बनी मरवान के चूतड़ झूठ बोलते हैं। तो बंदा दुबर तो किस तरह झूठ बोल सकता? ਇਹਨਾਂ ਲਫ਼ਜ਼ਾਂ ਨੂੰ ਜ਼ਾਹਿਰੀ ਲਫ਼ਜ਼ਾਂ ਤੇ ਨਹੀਂ ਲੱਗਦਾ। हाँ तो देखिए मैं अच्छा बड़ी गल उस्ताद जी है सारी जिंदगी मरजाई कहने ने भाई जहरी लफ्ज़ ते ना लवो ए कुमायनी ने को तावील ने ते तुसी नहीं मन्या। अज हदीस दी गल आई ते तुसी के जहरी लफ्ज़ ते नहीं लेना। तालिया ज मनु फस गया मैं चिकड़ च फस गया, ਹੁਣ ਨਹੀਂ ਨਿਕਲ ਸਕਦਾ ਮੈਂ। ਸੁਦਾਈਓ ਮਿਰਜ਼ਾ ਕਾਦੀਆਨੀ ਪੰਜਾਬ ਦਾ ਸੀ, ਗੁਰਦਾਸਪੁਰ ਦਾ ਸੀ, ਸਾਡਾ ਗਵਾਂਢੀ ਸੀ। ਉਹ ਜਿਹੜੀ ਬੋਲੀ ਬੋਲਦਾ ਸੀ, ਸੁਣ ਲਓ, ਉਹ ਜਿਹੜੀ ਬੋਲੀ ਬੋਲਦਾ ਸੀ ਨਾ ਉਹ ਮੇਰੀ ਬੋਲੀ ਸੀ। ਉਹਦੇ ਚ ਗਲਤੀ ਲੱਗਣ ਦਾ ਇਮਕਾਨ ਘੱਟ ਹੈ। ਇਹ ਜਿਹੜਾ ਤੁਸੀਂ ਵੀ ਬੋਲਦੇ ਹੋ ਨਾ ਮੁਹਾਵਰਾ, ਇਹ ਅਰਬ ਵਿੱਚ ਰਾਜ ਸੀ। हाँ अरब जदों ਇਹ ਮੁਹਾਵਰਾ ਬੋਲਣ ਕੇ ਭਾਈ ਕਿਸੇ ਦੇ ਚੂਤੜ ਝੂਠ ਬੋਲ ਦੇਣੇ ਦਾ ਕੀ ਮਤਲਬ ਹੁੰਦਾ? ਉਹ ਤਾਂ ਨਾ ਇਹ ਪਤਾ ਕਰਨ ਵਾਲੀ ਗੱਲ। ਅੱਛਾ ਉਹ ਉਨਕੇ ਅੱਛਾ ਕਿਹੜੇ ਅਰਬ ਦੇ ਅੰਦਰ ਜਾਵਾਂ? ਇਜਾਜ਼ ਜਾਵਾਂ, ਮੱਕਾ ਜਾਵਾਂ, ਮਦੀਨਾ ਜਾਵਾਂ? ਉਹਨਾਂ ਕੋਲ ਪੁੱਛਾਂ ਕਿ ਤੁਸੀਂ ਜਵਾਬ ਦੇ ਸਕਦੇ ਹੋ? ਆਪ ਅਰਬ ਚ ਹੁੰਦੇ, ਕਿਸੇ ਨੂੰ ਪੁੱਛੋ। ठीक हो गया। नहीं मैं तो आज तक मुहावरा सुनया ही नहीं कि कोई अपनी दोबर तो झूठ बोले। ਇਹ ਤਾਂ ਮੁਹਾਵਰਾ ਮੈਂ ਪਹਿਲੀ ਦਫਾ ਜਿਹੜਾ ਹਦੀਸ ਦੇ ਅੰਦਰ ਪੜ੍ਹਿਆ ਤੇ ਮੇਰੇ ਤੇ ਪੈਰਾਂ ਤੋਂ ਜ਼ਮੀਨ ਨਿਕਲ ਗਈ ਕਿ ਸਹਾਬੀਆਂ ਜਿਹੜੇ ਇਹੋ ਜਿਹੇ ਲਫ਼ਜ਼ ਕਿਸ ਤਰ੍ਹਾਂ ਅਦਾ ਕਰ ਸਕਦੇ ਨੇ। ਉਹਨਾਂ ਦੇ ਸਾਬਤ ਨਹੀਂ ਹੈ ਅਲਫਾਜ਼, ਇਹ ਉਹਨਾਂ ਦੇ ਅਲਫਾਜ਼ ਸਾਬਤ ਨਹੀਂ ਇਹਨਾਂ ਦੇ। ਪੱਕੀ ਗੱਲ ਹੈ। ਹੁਣੇ ਖੋਲ ਲੈਣਾ sunan.com ਤੇ ਖੋਲਣਾ। ਵੈਸੇ ਆ ਜਿਹੜੀ ਹਦੀਸਾਂ ਵਗੈਰਾ ਨੇ ਸਾਡੇ ਮੁਮਿਨਾਂ ਵਾਸਤੇ ਠੀਕ ਹੈ ਤੇ ਨਹੀਂ ਹੈ, ਤੇ ਸਾਨੂੰ ਤੇ ਆਪਣੀਆਂ ਕਿਤਾਬਾਂ 'ਚੋਂ ਗੱਲ ਕਰਨੀ ਚਾਹੀਦੀ ਹੈ। ਬਹਿਰੀਨ ਖਾਸੇ ਕੀ ਹੁਜਤ ਨਹੀਂ ਹੈ ਕਿਹਦੇ ਸੇ ਹੁਜਤ ਨਹੀਂ ਸੁਲੇ ਕਾਫੀ 'ਚੋਂ ਗੱਲ ਕਰਨੀ ਚਾਹੀਦੀ ਹੈ ਨਾ ਸਾਡੇ। ਮੈਂ ਉਸਤਾਦ ਨੂੰ ਦਲੀਲ ਦਵਾਂਗਾ ਤਾਂ ਸੁਲੇ ਕਾਫੀ ਨੂੰ ਦਵਾਂਗਾ, ਮੰਨਦੇ ਨੇ। ਉਹ ਇੰਨਾ ਅਰਸਾ ਹੋ ਗਿਆ ਹਲੇ ਤੱਕ ਇਹ ਨਹੀਂ ਪਤਾ ਜਿਹੜਾ ਮੁਖਾਲਿਫ ਨੂੰ ਮੁਖਾਲਿਫ ਦੀ ਕਿਤਾਬ ਤੇ ਦਲੀਲ ਦੇ ਨੂੰ ਮੰਨਦੇ ਹੀ ਨਹੀਂ, ਤੇ ਫਿਰ ਅਸੀਂ ਕਿਵੇਂ ਦੇਣੀ ਉਹਦੇ ਨੂੰ? ਉਹ ਮੈਂ ਤਾਂ ਬੁਖਾਰੀ ਦੀ ਦਿੱਤੀ ਨੇ ਸੁਣਨ ਅਬੂ ਦਾਊਦ। ਯਾਰ ਕੀ ਬੰਦਾ ਤੂੰ ਹੈ?
ਇੰਨਾ ਅਰਸਾ ਹੋ ਗਿਆ ਤੇ ਕਿਤਾਬਾਂ ਦੇ ਨਾਂ ਨਹੀਂ ਯਾਦ ਕੀਤੇ। ਹਾਂ ਤੇ ਇਹ ਕਹਿ ਰਿਹਾ ਨਾ, ਅਸੀਂ ਕਿਵੇਂ ਧਿਆਨ ਦਿਆ ਸੀ? ਉਸਤਾਦ ਤੇ ਮੰਨਦੇ ਨੇ ਨਾ, ਤੇ ਦਿਫਾ ਉਸਤਾਦ ਕਰਨਗੇ। ਹਾਂਜੀ ਉਸਤਾਦ ਜੀ ਇੱਥੇ ਇੱਕ ਲਫ਼ਜ਼ ਹੈ ਅਸਤਾਹੋ, ਅਲੀਫ ਸੀਨ ਤਾ ਅਲੀਫ ਔਰ ਹਾ, ਇਹਦਾ ਤੁਸੀਂ ਮੈਨੂੰ ਤਰਜਮਾ ਕਰਕੇ ਦੇਣਾ ਤਾਂ ਕੀ ਮਤਲਬ ਹੈ? ਅਰਬੀ ਮਤਨ ਦੇ ਅੰਦਰ ਅਲੀਫ ਸੀਨ ਤਾ ਅਲੀਫ ਹਾ ਲਿਖਿਆ, ਇਹਦਾ ਕੀ ਮਤਲਬ ਹੈ? ਤੁਸੀਂ ਹੁਣ ਤਰਜਮਾ ਬਸ ਮੈਨੂੰ ਕਰਕੇ ਦੇ ਦਿਆ ਜੀ, ਠੀਕ ਹੈ? ਮੈਂ ਤੁਹਾਨੂੰ WhatsApp ਕਰ ਰਿਹਾ, ਜਦੋਂ ਤੁਹਾਡੇ ਕੋਲ ਵਕਤ ਦਸਤਿਆਬ ਹੋਵੇ ਮੈਨੂੰ ਦੱਸਣਾ ਬਈ ਅਰਬੀ ਦੇ ਅੰਦਰ ਇਹਦਾ ਇਹ ਮਤਲਬ ਹੈ, ਤਾਂ ਮੁਹਾਵਰੇ ਦੇ ਤੌਰ ਤੇ ਇਹ ਮਤਲਬ ਦਿੱਤਾ ਜਾਂਦਾ, ਤੇ ਤੁਸੀਂ ਮੈਨੂੰ ਇਹ ਦੱਸ ਦਵੋ ਕਿ ਐਡੇ ਵੱਡੇ ਮੁਤਰਜਮ ਨੇ ਤੇ ਉਹਨਾਂ ਨੇ ਗਲਤ ਤਰਜਮੇ ਕਰਕੇ ਦਿੱਤੇ ਨੇ। ਬਲਕਿ ਇੰਗਲਿਸ਼ ਦੇ ਅੰਦਰ ਵੀ ਉਹਨਾਂ ਨੇ ਤਰਜਮਾ ਕੀਤਾ sunan.com ਦੇ ਅੰਦਰ, ਹੀ ਰਿਪਲਾਈਡ ਦ ਬਟਕਸ ਆਫ ਮਰਵਾਨ ਟੋਲਡ ਅ ਲਾਈ, ਕਿ ਮਰਵਾਨ ਦੀ ਦੁਬਾਰਾ ਜਿਹੜੀ ਇਹ ਝੂਠ ਬੋਲਦੇ ਨੇ ਬੜੀ ਮਰਵਾਨ। ਉਰਦੂ ਦਾ ਤਰਜਮਾ ਖੋਲਿए, ठीक है भाई मैं कह के लफ्ज उन्होंने मरवान नहीं के हजरत चौथर सफीना से दे नहीं झूठ है बोलते ना। हैं जी जी ये लफ्ज हजरत सफीना दे नहीं है। किधे है ने फिर किधे लफ्ज ने है? उन्होंने इस कहा ना ये रवायत ही हजरत सफीना तो साबित नहीं है। अच्छा फिर रवायत ज़ईफ होगी ना, तो वजह ज़ौफ़ पेश करते भैया, रवायत ऐ ज़ौफ़ पाया जाता है। हजरत सफीना तो थले का नाम बोलो, ठीक हो गया। लेकिन इत्थे ते लिखे हुक्म हसन सही अल्बानी साहब ने तो सही किया, इमाम अल्बानी ते रवायत में सही किया। अच्छा हुण मैं तुसीं कहंदे भाई इमाम अल्बानिया तो आए तहकीक करके सामने रख सड़ी, अज इमाम अल्बानी वो इमाम अलबानी दी तहकीक बहुत अच्छी है, लेकिन ਇਹਦਾ ਨਹੀਂ ਮਤਲਬ ਕੋਈ ਪੈਗੰਬਰ ਨੇ ਵੀ ਇਮਾਮ ਅਲਬਾਨੀ ਨੇ ਜਿਹਨੂੰ ਸਹੀ ਕਹਤਾ ਹੈ। ਕਈ ਰਵਾਇਤਾਂ ਮੈਂ ਪੇਸ਼ ਕਰਨਾ ਜਿਹੜੀਆਂ ਇਮਾਮ ਅਲਬਾਨੀ ਨੇ ਸਹੀ ਕੀਆਂ ਨੇ ਤੇ ਸ਼ੇਖ ਜ਼ੁਬੈਰ ਅਲੀ ਜ਼ੈਨ ਉਹਨਾਂ ਨੂੰ ਜ਼ਾਇਫ ਕਰਾ ਦਿੱਤਾ। शेख ज़ुबैर अली ज़ई दा मकाम ज्यादा उच्चे वे या इमाम अल्बानी दा मकाम उत्ते वे? ਮਕਾਮ ਕਿਸ ਤਰ੍ਹਾਂ ਹੁੰਦਾ ਉੱਚਾ? हाँ भाई कह रहे किधर इल्म ज्यादा है, इमाम अल्बानी दा या शेख ज़ुबैर अली ज़ई दा? ਇਲਮ ਨੂੰ ਕਿਸੇ ਨੇ ਨਾਪਿਆ ਹੈ? हाँ मैं कह रहे ना फिर किस तरह नापा जाएगा, कि किस तरह पता चलेगा केड़ा आलिम बड़ा है, किदी गल लैनी है, केड़ा आलिम उस तो छोटे पाए दा? ਇਲਮ ਦਾ ਤੇ ਕੋਈ ਪਤਾ ਨਹੀਂ ਨਾ, ਕਿਸੇ ਗੱਲ ਦਾ ਹੋ ਸਕਦਾ ਹੈ ਹਾਫਿਜ਼ ਜ਼ੁਬੈਰ ਅਲੀ ਜ਼ਈ ਰਹਿਮਹੁੱਲਾ ਨੂੰ ਜ਼ਿਆਦਾ ਪਤਾ ਹੋਵੇ ਤੇ ਅਲਾਮਾ ਅਲਬਾਨੀ ਨੂੰ ਨਾ ਪਤਾ ਹੋਵੇ, ਤੇ ਹੋ ਸਕਦਾ ਕੋਈ ਗੱਲ ਐਸੀ ਹੋਵੇ ਉਹਦਾ ਅਲਾਮਾ ਅਲਬਾਨੀ ਨੂੰ ਜ਼ਿਆਦਾ ਪਤਾ ਹੋਵੇ ਤੇ ਸ਼ੇਖ ਜ਼ੁਬੈਰ ਨੂੰ ਨਾ ਪਤਾ ਹੋਵੇ। ਇਹ ਕਿਹੜੀ ਗੱਲਾਂ ਨੇ? नहीं तो ठीक हो गया, लेकिन हुण इस हदीस नूं इमाम अल्बानी ने तहकीम उन थल्ले आप पेश कीती sunan.com वाले ने हसन सही किया है, हुक्म लाया ਉਹਦੇ ਮੈਂ ਉੱਤੇ, ਕਿਹਾ ਤੁਸੀਂ ਕਿ ਇਹਦਾ ਜਿਹੜਾ ਇਨਕਾਰ ਕਰਦੇ ਸਫੀਨਾ ਤੋਂ ਥੱਲੇ ਰਾਵੀ ਉਹਦਾ ਨਾਮ ਬਿਆਨ ਕਰਨਾ ਮੇਰੇ ਜ਼ਿਹਨ ਚੋਂ ਨਿਕਲ ਗਿਆ। ठीक हो गया। मेरे को ਇੱਥੇ ਕੀ ਕਹਿੰਦਾ ਹੈ, ਉਹ ਉਹਦੀ ਨਹੀਂ ਲਿਖੀ, ਸਨਦ ਨਹੀਂ ਲਿਖੀ, ਮੈਂ ਸਨਦ ਕੱਢ ਸਨਦ ਲੈਣਾ ਲਿਆਓ, ਥੋੜਾ ਜਿਹਾ ਟਾਈਮ ਸਨਦ ਲਿਆਓ। ਉਹ ਕਹਿੰਦਾ ਹੈ ਰਾਵੀ ਕਹਿੰਦਾ ਹੈ सवार मैं हाँ गया। लिखिए सवार बिन अब्दुल्लाह हदसना अब्दुल्लाह अलवारिस बिन सईद अन सईद इब्ने जुमहान अन सफीन, ठीक है ਇਹ ਜਿਹੜਾ ਨਾ ਸਈਦ ਬਿਨ ਜ਼ੁਬਾਨ, हाँ जी ਇਹ ਕਹਿੰਦੇ ਮੈਂ ਗਿਆ ਉੱਥੇ ਇੱਕ ਬੰਦੇ ਨੂੰ ਮਿਲਿਆ ਉਸ ਦੌਰ ਵਿੱਚ ਜਿਸ ਦੌਰ 'ਚ ਇਹਦੀ ਹਕੂਮਤ ਸੀ ਮਰਵਾਨ ਦੀ, हिजाज दे इलाके हैं मैं कहा खुदा दी लानत है मरवानिया दे हिजाज दे इलाके च मैं जाके उस दौर च एक बंदे नु मिलिया ते मैं उन्हें पूछा तेरा नाम की है, तो कहंदा मेरा नाम सफीना, कहंदा मैनू नबी पाक सफीना कहंदे हुंदे सन। अच्छा ये जड़ा वाकया ना सारा ही ਇਹਦੇ ਅੰਦਰ ਕੀ ਹੋ ਗਿਆ ਕਿ ਉਹਨੂੰ ਸਫੀਨਾ ਕਹਿੰਦੇ ਸਨ ਜਾਂ ਕੀ ਕਹਿੰਦੇ ਕੋਈ ਹੋਰ ਲਕਬ ਨਾਲ ਬੁਲਾਉਂਦੇ ਸਨ? ਹਜ਼ਰਤ ਅਬੂ ਹੁਰੈਰਾ ਨੇ ਬਿਲੀਆਂ ਲਾ ਕੇ सुन ते लो ना, ਉਸੇ ਨਾਮ ਤੋਂ ਮਸ਼ਹੂਰ ਨੇ। सुन ते लो ना, मैं कह रहा कि जदों रवायत दी सनद विच ਇਹੋ ਜੀ ਗੱਲ ਪਾਈ ਜਾਂਦੀ ਹੋਵੇ ਕਿ ਜਿਹੜਾ ਰਾਵੀ ਹੈ ਉਹਦਾ ਤਾਰਫ ਹੀ ਸਹੀ ਨਾ ਹੋਵੇ, ਉਹ ਕਹੇ ਕਿ ਮੈਨੂੰ ਨਬੀ ਅਲੈਹਿਸ ਸਲਾਮ ਸਫੀਨਾ ਕਹਿੰਦੇ ਸਨ, ਬਾਅਦ ਚ ਪਤਾ ਲੱਗੇ ਕੁਨੀਅਤ ਮਸ਼ਹੂਰ ਹੋਗੀ, ਕੁਨੀਅਤ ਮਸ਼ਹੂਰ ਹੋਗੀ ਉਹਦੀ ਤੇ ਇਹਦੇ ਨਾਲ ਕੀ ਇਖਤਲਾਫ ਹੈ? ਹਜ਼ਰਤ ਅਬੂ ਹੁਰੈਰਾ ਦਾ ਅਸਲੀ ਨਾਮ ਅੱਜ ਤੱਕ ਕਿਸੇ ਨੂੰ ਪਤਾ ਹੈ? ਕਿਸੇ ਨੂੰ ਵੀ ਨਹੀਂ ਪਤਾ। ਉਹਨਾਂ ਦੇ ਵਾਲਿਦ ਦਾ ਨਾਮ ਕੀ ਹੈ ਅੱਜ ਤੱਕ ਕਿਸੇ ਨੂੰ ਨਹੀਂ ਪਤਾ, ਬਸ ਬਿਲੀਆਂ ਨਾਲ ਮਸ਼ਹੂਰ ਕੀਤਾ, ਉਹੀ ਮਸ਼ਹੂਰ ਹੋ ਗਏ ਨੇ। ਇੱਕ ਤਾਂ ਤੁਸੀਂ ਜਲਦੀ ਬੜੀ ਕਰਦੇ ਹੋ ਗੱਲ 'ਚ, ਜਦੋਂ ਮੈਂ ਪੂਰੀ ਗੱਲ ਬਿਆਨ ਕਰਾਂਗਾ ਤਾਂ ਤੁਹਾਡੇ ਸਵਾਲ ਦਾ ਜਵਾਬ ਆ ਜਾਏਗਾ। ਮੈਂ ਖਾਣਾ ਖਾ ਰਿਹਾ ਸੀ। ठीक हो गया, मैं सुन रहा 2 मिनट 2 में वापस आना, लेकिन मैं सुन रहा तुम गल मुकम्मल कर लो नहीं जाता।
ਜਦੋਂ ਰਾਵੀ ਨੇ ਪੁੱਛਿਆ ਜਾ ਕੇ ਕਿ ਤੁਹਾਡਾ ਨਾਂ ਕੀ ਹੈ, ਜਵਾਬ ਦੇਣ ਵਾਲੇ ਬੰਦੇ ਨੇ ਜਵਾਬ ਹੀ ਸਿੱਧਾ ਨਹੀਂ ਦਿੱਤਾ। ਇੱਕ ਗੱਲ। ਦੂਸਰੀ ਗੱਲ ਹੈ ਕਿ ਹਜ਼ਰਤ ਸਫੀਨਾ ਦੀ ਉਸ ਦੌਰ ਵਿੱਚ ਮੁਲਾਕਾਤ ਵੀ ਉਸ ਬੰਦੇ ਨਾਲ ਸਾਬਤ ਨਹੀਂ ਹੁੰਦੀ ਤਾਰੀਖ ਤੋਂ, ਤੇ ਇਸ ਗੱਲ ਕਰਕੇ ਇਹ ਰਵਾਇਤ ਜਿਹੜੀ ਇਹਦੇ ਉੱਤੇ ਕਲਾਮ ਹੋਇਆ ਇਹਨਾਂ ਦੋ ਗੱਲਾਂ ਤਰ੍ਹਾਂ ਦੀ ਵਜ੍ਹਾ ਤੋਂ। ਯਾਨੀ ਹਜ਼ਰਤ ਸਫੀਨਾ ਉਦੋਂ ਫੌਤ ਹੋ ਗਏ ਸਨ ਜਦੋਂ ਉਹ ਬੰਦਾ ਸ਼ਹੀਦ ਬਿਨ ਜੁਮਾਨ ਕਹਿੰਦਾ ਨਾ ਕਿ ਮੇਰੀ ਹਜ਼ਰਤ ਸਫੀਨਾ ਨਾਲ ਮੁਲਾਕਾਤ ਹੋਈ ਸੀ, ਉਦੋਂ ਉਹਨਾਂ ਨਾਲ ਮੁਲਾਕਾਤ ਵੀ ਉਹਦੀ ਸਾਬਤ ਨਹੀਂ ਹੁੰਦੀ। ਇਸ ਗੱਲ ਕਰਕੇ ਇਹ ਰਵਾਇਤ ਜਿਹੜੀ ਹੈ ਮੈਂ ਦੱਸਿਆ ਕਿ ਬਈ 2-3 ਤੁਰਕਾਂ ਨਾਲ ਤੇ ज़ईफ़ रवायत दे बहुत सारे अल्फाज। अलबत्ता वो जी खिलाफत 3 साल तक रहने वाली होर तुर्कों तो साबित है। सो रिसर्च बले उत्ते सिर्फ इन्हां चों 2 अल्फाज फड़ के ते बंदा रौला पा दे भी वो हज़रत सफीना ने सहाबी रसूल होके ते कैसे अल्फाज बोले ने, चुतड़ा तो झूठ बोलते हैं, उन्होंने लफाज ही साबित नहीं होंगे, उन्होंने मुलाकात ही साबित नहीं होंगी, उन्होंने कोई रवायत ही साबित नहीं है। अलबत्ता अहले अरब दे विच इस तरह के मुहावरे पाए जाते सन। गलबात करन लग्या किसी नूं इहो जी सख्त कलामी जिहड़ी है ना वो मिल जाती है। जिस तरह हज़रत अबू बकर सदीक रज़ी अल्लाह तआला अन्हु दे अल्फाज ने ना बजाए वो बड़े इंज लगते हैं, जिस तरह गाल ही कट दी उन्होंने आख्या है कि तू जाके लाद दी शर्मगाह चूस, लेकिन उत्थे मुस्तैमल सन अल्फाज, कोई गाल नहीं है। ऐसे तरह ये जो अल्फाज ने अरब च मुस्तैमल सन, लेकिन हज़रत सफीना के अल्फाज नहीं है। बस सईद बिन जुमान जेड़े जगह दे उत्ते हज़रत सफीना नाल मुलाकात बयान करते ने ना, वो वाकया साबित नहीं हुंदा। ऐन मुमकिन है कि उन्होंने किसी और बंदे ने गल बयान की होवे ते वो हज़रत सफीना ना होण, हज़रत सफीना की बजाय किसी और बंदे ने उन्होंने यह रवायत बयान कर दी है खिलाफत वाली, लेकिन वो हज़रत सफीना की बजाय बंदा कोई और हो, क्योंकि उन्हें तारुफ भी अपना सही नहीं करवाया। उन्होंने पूछा तुहाडा नाम की, पहले सवाल उन्होंने पूछा तुहाडा नाम की, उन्होंने कहा मैनूं नबी अलैहिस्सलाम सफीना कहंदे हुंदे सी। बस वो जी मुकम्मल हो गया जी। मैं कह रहा इन्नी जेडे तुसी इश्कालियात बयान करने की कोशिश की है ते ए इश्कालियात इमाम अलबानी के नजदीक सही है, उन्होंने क्यों फिर इस हदीस को हसन सही किया? किन्ना ने सही किया? इमाम अलबानी ने। कोई फर्क नहीं पाया जाता अगर एक मुहद्दिस सही कह देता है, दीगर कोई बात बड़ा मुहद्दिस, बल्कि तुहाडे लिए ते सब सिरा दा ताज है इमाम अलबानी, ठीक है ना? ते ओ सही कह दे ओ दी नबी नहीं सन सर साहब, इमाम अलबानी जेडे ना पैगंबर नहीं सन। बहुत सारी इमाम अलबानी नबी जेडी है ना, मेरी सुन लो, बहुत सारी इमाम अलबानी रहमतुल्लाह दी तहकीक वो उम्मत उत्ते एहसान है, उम्मत दे वास्ते एक अजीम काम कीता उन्होंने, लेकिन कि उन्होंने को गलती भी हो सकती है, कोई बंदा ही सन ना, कोई पैगंबर थोड़ी सन, नबी मासूम थोड़ी सन। अच्छा अगर हदीस ज़ईफ़ है या तो ज़ौक़ पाया जाता है, सुन्नत.com वाले ने अलग तक 12:21 तक लिखे जी यह हदीस हसन सही है, तो क्यों इस तरह लिखा उन्होंने? गलत तशरीह कर रहे हैं। मैं दी तुहानू तहकीक पेश कर देंगा सईद बिन जुमान वाले वाक़े दी, ते उन्हां कोलों है जेड़ा तुसी जेड़ा किसी तारीखी किताब दा हवाला दोगे तो वो ते फिर देखो तुसी आप भी जानते हो सात सित्ता दा मुकाम तारीख दी किताब नहीं
ਤਾਰੀਖ ਦਾ ਵਾਕਿਆ ਮੈਂ ਨਹੀਂ ਪੇਸ਼ ਕਰਨ ਲੱਗਾ, ਤਾਰੀਖ ਤੋਂ ਜਿਹੜਾ ਅਸਮਾ ਔਰ ਰਜਾਲ ਦੇ ਵਿੱਚ ਉਹਨਾਂ ਦੀ ਤਾਰੀਖ ਪੈਦਾਇਸ਼ ਤੇ ਤਾਰੀਖ ਵਫਾਤ ਲਿਖੀ ਹੈ। ਅਗਰ ਉਹਨਾਂ ਮਰਵਾਨ ਦਾ ਜ਼ਮਾਨਾ ਪਾਇਆ ਹੀ ਨਾ ਹੋਵੇ ਤੇ ਕੋਈ ਬੰਦਾ ਕਹਿੰਦਾ ਮੈਨੂੰ ਮੇਰਾ ਨਾਂ ਸਫੀਨਾ ਜਾਂ ਮੈਨੂੰ ਨਬੀ ਪਾਕ ਸਫੀਨਾ ਕਹਿ ਕੇ ਪੁਕਾਰਦੇ ਹੁੰਦੇ ਸਨ, ਜੋ ਬੰਦਾ ਹੀ ਉਹ ਨਾ ਹੋਵੇ, ਮਸ਼ਕੂਕ ਬੰਦਾ ਹੋਵੇ, ਉਹਨੇ ਗੱਲ ਬਿਆਨ ਕਰਦੇ ਹੋਏ ਕਬੂਲ ਕਰ ਲੋਗੇ ਕਿ ਨਬੀ ਅਲੈਹਿਸ ਸਲਾਮ ਦਾ ਕੌਲ ਹੈ? ਪਹਿਲੀ ਗੱਲ ਤੇ ਮੈਨੂੰ ਇਹ ਦੱਸੋ ਉਸਤਾਦ ਜੀ, ਇਹ ਕਿੰਨੀ ਕੋ ਕਰੈਕਸ਼ਨ ਹੈ ਇਹਦੇ ਅੰਦਰ ਅਸਮਾ ਔਰ ਰਜਾਲ ਦੀ ਜਿਹੜੀ ਤਾਰੀਖਾਂ ਲਿਖੀਆਂ ਨੇ ਕਿ ਕਿਹੜਾ ਸਾਹਬੀ ਕਿਹੜੇ ਦਿਨ ਪੈਦਾ ਹੋਏ ਨੇ ਤੇ ਕਿਹੜੇ ਦਿਨ ਫੌਤ ਹੋਏ ਨੇ, ਉਸ ਟਾਈਮ ਤੇ ਕਿਸੇ ਨੂੰ ਸਾਹਬ ਹੀ ਨਹੀਂ, ਬਲਕਿ ਅੱਜ ਤੋਂ 300 ਸਾਲ ਤੁਸੀਂ ਪਿੱਛੇ ਟੁਰ ਜਾਓ, ਸੱਕੀਆਂ ਮਾਵਾਂ ਨੂੰ ਆਪਣੇ ਬੱਚਿਆਂ ਦੀ ਡੇਟ ਆਫ ਬਰਥ ਨਹੀਂ ਯਾਦ। ਨਾਦਰਾ ਦੇ ਅੰਦਰ ਅੱਜ ਤੱਕ ਕਿੰਨੀ ਗਲਤੀਆਂ ਪਾਈਆਂ ਜਾਂਦੀਆਂ ਨੇ, ਠੀਕ ਹੈ, ਡੇਟ ਆਫ ਬਰਥ ਦੇ ਅੰਦਰ ਅੱਜ ਤੱਕ ਮੌਜੂਦ ਨੇ ਉਹ ਗਲਤੀਆਂ, ਤੇ ਤੁਸੀਂ ਜੀ ਚੁੱਕ ਕੇ ਲੈ ਕੇ ਜਾ ਰਹੇ ਹੋ ਐਗਜ਼ੈਕਟ ਡੇਟ ਆਫ ਬਰਥ ਨਹੀਂ, ਬਿਲਕੁਲ ਨਹੀਂ। ਇੱਕ ਖਾਲੀ ਅਸਮਾ ਔਰ ਰਜਾਲ ਨੂੰ ਬਣਾ ਲਓ। ਇਸ ਤਰ੍ਹਾਂ ਹੋ ਜਾਂਦਾ ਹੈ ਕਿ ਕਈ ਰਵਾਇਤ ਐਸੀਆਂ ਨੇ ਜਾਂ ਕਈ ਅਕਵਾਲ ਐਸੇ ਨੇ ਜਾਂ ਕਈ ਆਦਾਦੋ ਸ਼ੁਮਾਰ ਐਸੇ ਨੇ ਕਿ ਉਹਨਾਂ ਦੇ ਉੱਤੇ ਨਾ 100% ਬਿਲੀਵ ਕੀਤਾ ਜਾ ਸਕਦਾ ਹੈ, ਨਾ ਉਹਨਾਂ ਨੂੰ ਝੁਟਲਾਇਆ ਜਾ ਸਕਦਾ 100%, ਨਾ ਉਹਨਾਂ ਨੂੰ ਗਲਤ ਕਿਹਾ ਜਾ ਸਕਦਾ। ਇਹ ਮੈਂ ਕਹਿਣਾ ਚਾਹ ਰਿਹਾ, ਹੋ ਸਕਦਾ ਕਿ 5-10 ਸਾਲ ਦਾ ਫਰਕ ਪੈ ਹੀ ਸਕਦਾ ਵਿੱਚ। ਹਾਂਜੀ ਹਾਂਜੀ ਪੈ ਸਕਦਾ, ਬਿਲਕੁਲ ਸਹੀ, ਮੈਂ ਕਦੋਂ ਇਨਕਾਰ ਕਰਨਾ। ਅਗਰ ਅਸਮਾ ਔਰ ਰਜਾਲ ਵਿੱਚ ਬੰਦੇ ਦੀ ਵਫਾਤ ਲਿਖੀ ਹੈ ਉਹਦੇ ਦੂਜੇ ਥੱਲੇ ਵਾਲੇ ਰਾਵੀ ਤੋਂ ਪਹਿਲਾਂ, ਮੁਲਾਕਾਤ ਤੋਂ ਪਹਿਲਾਂ, ਤੇ ਇਹਦਾ ਮਤਲਬ ਹੈ ਕਿ ਮਾਮਲਾ ਮਸ਼ਕੂਕ ਹੋ ਗਿਆ, ਜ਼ਨ ਵਾਲਾ ਹੋ ਗਿਆ ਨਾ। ਜ਼ਨ ਵਾਲੀ ਚੀਜ਼ ਨੂੰ ਅਡਾਪਟ ਨਹੀਂ ਕਰਨਾ ਚਾਹੀਦਾ, ਉਹਦੇ ਤੇ ਕੋਈ ਅਕੀਦਾ ਨਹੀਂ ਬਣਾਉਣਾ ਚਾਹੀਦਾ, ਉਹਦੇ ਤੇ ਕੋਈ ਫਤਵਾ ਨਹੀਂ ਲਾਇਆ ਜਾ ਸਕਦਾ ਵੀ ਚੀਜ਼ ਜ਼ੰਨੀ ਜਿਹੀ ਪਤਾ ਨਹੀਂ ਹੈ ਕਿਸ ਹੱਦ ਤੱਕ ਦਰੁਸਤ ਹੈ ਤੇ ਕਿਸ ਹੱਦ ਤੱਕ ਗਲਤ ਹੈ। ਇਸ ਲਈ ਇਹੋ ਜਿਹੀ ਚੀਜ਼ ਤੋਂ चलो ठीक है। सुनन अबू दाऊद तो तुसी चोर दरवाजे बनाए ने, अगली सही बुखारी दी पढ़ते हैं, बुखारी आता है बुखार लेकिन बुखारी नहीं आती। 4170 नंबर हदीस, ठीक है। किताब अल मगाजी दे अंदर लिखते ने मुझसे तुसी ते कहंदे बई सारे सहाबा जेड़े शजरे थल्ले बैत करन वाले ने ते उन्हां दा कोई किस्सा बयान कीता गया, मनु ते समझ नहीं आया उन्हां दे कहने दा की मकसद सी। फरमाने ने मुझसे अहमद इब्ने अशकाब ने बयान किया, कहा हमने मोहम्मद बिन फजील ने बयान किया, उनसे अला बिन मुसैयब ने, उनसे उनके वालिद ने बयान किया कि मैं बरा बिन आजिब रजी अल्लाह तआला अन्हु की खिदमत में हाजिर हुआ और अर्ज़ किया, मुबारक हो आप को नबी करीम सल्लल्लाहु अलैहि वसल्लम की खिदमत नसीब हुई और नबी करीम सल्लल्लाहु अलैहि वसल्लम से आपने शजर के नीचे यानी दरख्त के नीचे बैठ ली। उन्होंने कहा बेटा तुम्हें मालूम नहीं कि हमने नबी करीम सल्लल्लाहु अलैहि वसल्लम के बाद क्या क्या काम किए हैं। केड़े काम कीते ने उन्होंने, ਜਿਹੜੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤੋਂ ਬਾਅਦ ਸਹਾਬਾ ਦੇ ਦਰਮਿਆਨ ਜਿਹੜੇ ਇਖਤਲਾਫਾਤ ਪੈਦਾ ਹੋਏ ਸਨ ਨਾ, ਜੀ ਜੀ, ਉਹਦੇ ਉੱਤੇ ਬਹੁਤ ਸਾਰੇ ਸਹਾਬਾ ਨਾ ਸਿਰਫ ਨਾਦਮ ਸਨ ਬਲਕਿ ਰੋਂਦੇ ਸਨ ਕਿ ਅਸੀਂ ਠੀਕ ਹੋ ਕਿੰਨੀ ਗਿਆ। ਵੱਡੀ ਗਲਤੀ ਸਾਡੇ ਕੋਲ ਹੋ ਗਈ। ਜਦੋਂ ਜੰਗ ਵਗੈਰਾ ਹੋ ਗਈ, ਲੜਾਈ ਵਗੈਰਾ ਹੋ ਗਈ, ਬੰਦੇ ਕਤਲ ਹੋ ਗਏ, ਤੇ ਬਹੁਤ ਸਾਰੇ ਸਹਾਬਾ ਇਹਦੇ ਤੇ ਨਾਦਮ ਰਹੇ ਨੇ। हाँ जी, ਤੁਸੀਂ ਕੀ ਕਹਿੰਦੇ, ਹਮੇਸ਼ਾ ਕਹਿੰਦਾ ਮੈਂ ਨੇੜੇ ਅੰਦਰ ਮੱਥਾ ਚੁੰਮਦੇ ਨਾ, ਅੱਜ ਤੁਸੀਂ ਨੇੜੇ ਹੁੰਦੇ, ਬਲਕਿ ਅਰਬ ਚ ਰਿਵਾਜ ਹੈ ਬਾਬੇ ਦਾ ਮੱਥਾ ਚੁੰਮੀਦਾ, ਤੁਹਾਡਾ ਮੱਥਾ ਚੁੰਮੀ ਜਾਂਦੇ ਕਿ ਤੁਸੀਂ ਇਹ ਹਮੇਸ਼ਾ ਤਸਲੀਮ ਕੀਤੀ ਹੈ ਕਿ ਅਸਹਾਬ ਕਰੀਮ ਜਿਹੜਾ ਬੈਤ ਰਜ਼ਵਾਨ ਦੇ ਸਨ ਜਾਂ ਗਜ਼ਵਾ ਬਦਰ ਦੇ ਸਨ, ਉਹਨਾਂ ਨੇ ਬੈਤ ਕਰਕੇ ਜਾਂ ਗਜ਼ਵਾ ਲੜ ਕੇ ਵੀ ਉਹਨਾਂ ਕੋਲ ਐਨ ਮੁਮਕਿਨ ਹੈ ਕਿ ਗਲਤੀ ਹੋ ਸਕੇ, ਉਹ ਕੋ ਮਾਸੂਮਨ ਖਤਾ ਨਹੀਂ ਹੋਗੇ, ਔਰ ਅਗਰ ਉਹ ਗਲਤੀ ਕਰਨਗੇ ਤੇ ਅੱਲਾਹ ਤਾਲਾ ਉਹਦਾ ਹਿਸਾਬ ਲਵੇਗਾ। ਅੱਲਾਹ ਤਾਲਾ ਮਾਫ ਕਰ ਦੇ, ਅੱਲਾਹ ਨੇ ਉਹਨਾਂ ਦੇ ਗੁਨਾਹ ਮਾਫ ਕਰ ਦੇ। ਫਿਰ ਉਹੀ ਗੱਲ ਹੈ, ਉਹ ਕੀ ਕਹਿੰਦਾ ਕਿ ਨਾਸੀ ਉਹਨਾਂ ਦੇ ਬਜ਼ੁਰਗ ਸਨ, ਉਹ ਫੌਤ ਹੋ ਗਏ ਨੇ, ਜਿਹੜੀ ਕਾਇਦੇ ਅਜ਼ਮ ਦੀ ਟੋਪੀ ਪਾਉਂਦੇ ਸਨ, ਕੀ ਨਾਮ ਹੈ ਉਹਨਾਂ ਦਾ? ਬੜੇ ਮੁਤਾਜ਼ਾ ਰਹੇ ਨੇ ਅਹਲੇ ਸੁਨਨਤ, ਸਰ ਸੈਯਦ ਅਹਿਮਦ ਜਿਨ੍ਹਾਂ ਕਹਿ ਪਾਉਂਦੇ ਸਨ, ਨਹੀਂ ਇਹ ਸਨ ਕੀ ਕਹਿੰਦਾ ਅਹਲੇ ਸੁਨਨਤ ਦੇ ਆਲਮ ਸਨ, ਜਿਨ੍ਹਾਂ ਦੀ ਇੰਜੀਨੀਅਰ ਮਿਰਜ਼ਾ ਵੀ ਬੜੀ ਗੱਲ ਕਰਦਾ ਸੀ। ਹਾਂ, ਮੌਲਵੀ ਸਾਖ ਦਾ ਵੀ ਇਹੀ ਮੌਕਾ ਸੀ। ਮੌਲਵੀ ਸਾਖ ਦਾ ਵੀ ਇਹ ਮੌਕਾ ਸੀ ਕਿ ਬਿਲਕੁਲ ਉਹਨਾਂ ਨੂੰ ਖੁੱਲੀ ਛੁੱਟੀ ਨਹੀਂ ਮਿਲ ਜਾਂਦੀ, ਬਲਕਿ ਅਗਰ ਉਹ ਵੀ ਕੋਈ ਗਲਤੀ ਕਰਨਗੇ ਤਾਂ ਅੱਲਾਹ ਤਾਲਾ ਉਸ ਵਕਤ ਦੇ ਅਮਲ ਤੱਕ ਉਹਨਾਂ ਨੂੰ ਬਖਸ਼ਿਸ਼ ਹੈ, ਲੇਕਿਨ ਉਹਦੇ ਬਾਅਦ ਅਗਰ ਉਹ ਗਲਤੀ ਕਰਨਗੇ ਅੱਲਾਹ ਤਾਲਾ ਉਹਨਾਂ ਦਾ ਹਿਸਾਬ ਲਵੇਗਾ। ਅੱਲਾਹ ਤਾਲਾ ਉਹਨਾਂ ਨੂੰ ਪੁੱਛੇਗਾ ਕਿ ਅਗਰ ਉਹਨਾਂ ਨੇ ਕੋਈ ਗਲਤੀ ਕੀਤੀ ਹੈ, ਬਿਲਕੁਲ ਖੁੱਲੀ ਛੁੱਟੀ ਨਹੀਂ ਹੋਗੀ ਕਿ ਤੁਸੀਂ ਗਜ਼ਵਾ ਬਦਰ ਦੇ ਅੰਦਰ ਸ਼ਿਰਕਤ ਕੀਤੀ ਤੇ ਫਿਰ ਕਿਆਮਤ ਤੁਸੀਂ ਅਗਰ ਸ਼ਿਰਕ ਵੀ ਕਰੋ ਤੇ ਤੁਹਾਨੂੰ ਮਾਫੀ ਹੈ, ਕਤਨ ਐਸਾ ਨਹੀਂ। और अगर असहाब रज़वान सर
دی بیعت کرنے والے سن انہوں نے کیا کہ تسی بیٹا، انہوں نے کہا بیٹا تمہیں معلوم نہیں کہ ہم نے نبی کریم صلی اللہ علیہ وآلہ وسلم کے بعد کیا کیا کام کیے؟ تے اتھے وہ اپنی ندامت ہی ظاہر کر رہے ہیں، پشیمانی ظاہر کر رہے ہیں کہ انہوں کو جڑی غلطیاں ہوئی نے جیڑی غلطی ممکن نہیں ایسے تو ٹھیک سن لو میں سمجھ گیا جیڑی غلطی حاتب بن ابی بلتا رضی اللہ تعالیٰ عنہ کول ہوئی سی نا نبی علیہ السلام دے دور دے وچ، آپ دے سامنے آپ دی زندگی دے وچ، او دی سزا موت ہے، اج بھی موت ہے. یعنی تسی رکا لکھ کے بھیج رہے ہو کہ نبی علیہ الصلوۃ والسلام اور آپ دے صحابہ آ رہے نے، سفر دی تیاری کر رہے نے، تے این ممکن ہے کیونکہ نبی پاک دسدے نہیں سن نا کسی نوں کدھر نوں سفر کرنا، تے کہندے کہ بھئی ہو سکتا ہے کہ اے مکہ نوں سفر اختیار کرن تے تسی الرٹ ہو جاؤ تے اپنا آپ سڑ لو تے اے نہ آوے اچانک پہنچاون. اے رکے دا مفہوم سی، اے اتنا خطرناک رکا سی، دوجے لفظاں چ مکبری سی، تیسرے لفظاں چ غداری سی قوم نال. حضرت عمر رضی اللہ تعالیٰ نے تلوار کٹ لی کہ یا رسول اللہ پیچھے ہٹ جو، مینوں حکم دیو میں دی گردن لا دواں. مسلمانوں نے غداری کرتی، مسلمانوں دی مکبری بھیجتی. اللہ دے نبی صلی اللہ علیہ وسلم نے فرمایا عمر چھڑ دے، اے بدری ہے تے جڑے بدری نے انہاں دے گناہ اللہ نے معاف کر دیتے، جنہاں دے اللہ نے گناہ معاف کر دیتے نے انہاں دیاں غلطیاں بھی اللہ معاف کر دے گا. جیڑا بندہ عائشہ تے الزام لانے دے سن انہاں دے اندر بدری صحابی موجود سن، انہاں تے نبی نے حد جاری کیتی. میں ایک جو نویں کیرن نہ پانی لاؤ، نواں موضوع نہ چھڑے تے میں تانوں تفصیل بتا دیاں گا، تفصیل کھول کے دس دیاں گا انہاں جو کیڑا بدری سی، اودے کو کیڑی غلطی ہوئی تے کنی اللہ دے نبی نے معاف کیتی. گل یہ ہے انہاں کو غلطی ہو سکتی ہے، اسی کدوں کہنے نہیں ہو سکتی ہے، انسان سن نا، معصوم تے نہیں سن، لیکن انہاں دی غلطیاں دی معافی دا اعلان قبل از وقت اللہ تعالیٰ نے کر دیتا کہ اساں انہاں دے دلاں چ جھانک کے ویکھ لیا ہے. قرآن دے الفاظ نے کہ اسی انہاں دے دلاں دے اندر چھاتی مار لئی ہے. اللہ تعالیٰ نے انہاں دے دلاں نو پاک پایا ہے. اگر انہاں کو غلطی ہوئے گی اللہ تعالیٰ انہاں معاف کر دے گا. اسی مولوی صاحب دی اے غلطی سمجھنے ہاں کہ انہیں دنیا دے اتے انجینئر نے تے انہیں پیو پترا نے دالت لا لی ہے. مسئلہ صرف ہے انہوں نے جنہ ہستیاں دے بارے اللہ تعالیٰ نے ضمانت دے دیتی بھی انہوں نے گناہ معاف کرتے، اور نبی علیہ السلام نے خود معاف کیتا ہے انہوں، حاتب بن ابی بلتا رضی اللہ تعالیٰ. اگر بعد وچ بھی کسے بندے دے بارے کوئی ایسی گل سانو مل جاندی ہے کہ انہاں دی غلطی سانو معلوم ہوندی ہے نا، تے بندے دے پترا ہون دا تقاضا ہے کہ اسی سکوت اختیار کریے اور اس نے ذہن رکھی کہ اللہ تعالیٰ انہوں نے معاف کر دے گا. کیوں؟ کیونکہ اللہ تعالیٰ نے انہوں نے وعدہ کیتا تہاڈے گناہ سے معاف کر، تہاڈیاں غلطیاں معاف کرتی ہیں. بس جے اللہ تعالیٰ نے انہوں نے پکڑنا ہویا تے تاں وی اللہ دا بازو کون پھڑن والے؟ رب نو. عیسیٰ علیہ السلام نے آخنا جدو قیامت والے دن عیسیٰ علیہ السلام نو پوچھا جائے گا کہ عیسیٰ کھڑے ہو تسی بھی تے تہاڈی امہ ہو صدیقہ سیدہ مریم صدیقہ ادھر آؤ ہاں، تساں آکھیا اس قوم نو کہ تانوں خدا تے خدا دا پتر منی آون، تے عیسیٰ یا اللہ یہ تیرے بندے نے، جے تو انہاں نو عذاب دویں تے تینوں کوئی روک نہیں سکتا، تے جے تو معاف کر دیں تے تیرے بندے نے. گل یہ ہے کہ جے انہاں لوکاں کولوں کوئی غلطی ہوئی کتنے لکھی کہ حضرت عیسیٰ علیہ السلام تے اے کہیں گے کہ میں جب تک موجود سا اد تک میں نے دعوی وارث سا، جدو تسی میں چپ گلاں مردائیاں نے اے تے گلاں مردائیاں نے مشہور کیتیاں نے نا. تسی قرآن دے جڑی آیت پیش تسی پھر نبی پاک صلی اللہ علیہ وسلم شفاعت کرن دے انشاءاللہ. جڑی اصل گل ہے نا، جڑی اصل گل ہے اے تے نبی علیہ السلام خود پڑھ کے عبداللہ بن مسعود رضی اللہ تعالیٰ عنہ نبی علیہ السلام نے فرمایا عبداللہ ادھر آ میں تیرے کو قرآن سننا چاہنا. جدوں عبداللہ بن مسعود رضی اللہ تعالیٰ عنہ ان آیتاں تے پہنچے کہ عیسیٰ علیہ السلام کہیں گے یا اللہ جے تو عذاب دینا چاہیں تو قادر ہے، تیرا ہاتھ پکڑنے والا کون ہے، تینوں کون روک سکتا ہے، تے جے تو معاف کر دیں تو تیرے بندے نے. نبی علیہ السلام یہ آیتاں سن کے رون لگ پے تے کہن لگ پے کہ میں بھی ایہی گل کہاں گا اللہ تعالیٰ نے اپنی امت دے بارے، میں بھی ایہی گل کہاں گا کہ یا اللہ جے تو عذاب دینا چاہیں تو قادر ہیں،
ਤੈਨੂੰ ਕੌਣ ਰੋਕ ਸਕਦਾ ਹੈ? ਲੇਕਿਨ ਜੇ ਤੂੰ ਮਾਫ ਕਰ ਦੇ ਤੇ ਤੇਰੇ ਬੰਦੇ ਨੇ। ਗੱਲ ਇਹ ਹੈ ਕਿ ਇਹ ਜਿਹੜੀ ਦੁਨੀਆ ਦੇ ਉੱਤੇ ਅਦਾਲਤ ਲਾਈ ਹੈ ਨਾ, ਇਹ ਉਹ ਇੱਕ ਮਰਜ਼ਈ ਹੈ ਤੇ ਉਹਦੇ ਮੂੰਹ 'ਚ ਚੰਗੀ ਗੱਲ ਕਦੇ ਕਦੇ ਨਿਕਲ ਹੀ ਜਾਂਦੀ ਹੁੰਦਾ। ਜੇ ਬੰਦਾ ਨਹੀਂ ਤੇ ਬੰਦੇ ਦਾ ਪੁੱਤਰ ਹੀ ਬਣ ਜਾ। ਸਾਹਬਾ ਦੀ ਅਦਾਲਤ ਨਾ ਲਾ ਦੁਨੀਆ ਦੇ ਉੱਤੇ। ਜੇ ਤੂੰ ਬੰਦਾ ਨਹੀਂ ਤੇ ਬੰਦੇ ਦਾ ਪੁੱਤਰ ਹੀ ਬਣ ਜਾ, ਅਦਾਲਤ ਨਾ ਲਾ। ਜੇ ਉਹਨਾਂ ਕੋਲ ਗਲਤੀ ਹੋਏਗੀ, ਇਹ ਸਾਡਾ ਕੰਮ ਹੈ ਸਕੂਤ ਇਖਤਿਆਰ ਕਰਨਾ ਤੇ ਉਸਨੇ ਜ਼ਨ ਰੱਖਣਾ। ਜਦੋਂ ਰੱਬ ਨੇ ਆਖਿਆ ਸੀ ਇਹਨਾਂ ਸਾਡੇ ਨਾਲ ਸੌਦਾ ਕਰ ਲਿਆ, ਇਹਨਾਂ ਨੇ ਸਾਡੇ ਨਾਲ ਸੌਦਾ ਕਰ ਲਿਆ, ਸਾਡੇ ਕੋਲ ਇਹਨਾਂ ਜੰਨਤ ਖਰੀਦ ਲਈ ਏ ਆਪਣੀਆਂ ਜਾਨਾਂ ਦੇ ਬਦਲੇ, ਆਪਣੇ ਮਾਲ ਦੇ ਬਦਲੇ। ਇਹਨਾਂ ਸਾਡੇ ਕੋਲੋਂ ਜੰਨਤ ਦਾ ਸੌਦਾ ਕਰ ਲਿਆ। ਬਸ ਸਾਡਾ ਕੀ ਕੰਮ ਹੈ? ਅਸੀਂ ਉਹਨਾਂ ਦੇ ਨੁਕਤਾ ਕੱਢੀਏ, ਇੱਥੋਂ ਇਹ ਗਲਤੀ ਹੋਈ, ਉੱਥੋਂ ਉਹ ਗਲਤੀ ਹੋਈ। ਇਧਰੋਂ ਨਾ ਜਾਂਦੇ ਤੇ ਫਿਰ ਗਲਤੀ ਨਹੀਂ ਸੀ ਹੋਣੀ, ਉਸ ਰਾਹ ਨਾ ਜਾਂਦੇ ਤੇ ਫਿਰ, ਕਿਉਂਕਿ ਇਨਸਾਨ ਦੇ ਪੁੱਤਰਾਂ ਦਾ ਕੰਮ ਕਰੋ। ਸਾਹਬਾ ਅੱਲਾ ਦੇ ਨਬੀ ਦੇ ਮੁਖਲਸ ਸਾਥੀ ਸਨ। ਜੇ ਉਹਨਾਂ 'ਚ ਕੋਈ ਗਲਤੀ ਕਿਸੇ ਬੰਦੇ 'ਚ ਕੋਈ ਪਾਈ ਜਾਂਦੀ ਸੀ, ਰੱਬ ਜਾਣੇ ਤੇ ਹੋ ਜਾਣੇ। ਸਾਡਾ ਕੰਮ ਨਹੀਂ ਅੱਜ ਉਹਨਾਂ 'ਚ ਅਦਾਲਤ ਲਾਣੀ। ਕਿਉਂ? ਤਾਰੀਖ ਦੇ ਵਾਕਿਆਤ ਵਿੱਚ ਇੰਨਾ ਝੋਲ ਮੌਜੂਦ ਹੈ ਕਿ ਜੇ ਅਸੀਂ ਐਸਾ ਨਾ ਹੋਵੇ ਕਿ ਅਸੀਂ ਉਹਨਾਂ ਦੇ ਬਾਰੇ ਕੋਈ ਐਸੀ ਗੱਲ ਕਰ ਦਈਏ ਤੇ ਕੱਲ ਨੂੰ ਅਸੀਂ ਆਪਣਾ ਹੱਥ ਲਾ ਕੇ ਪੇਵੇ ਕਿ ਆਪਣੇ ਮਾਲ ਦਾ ਬੇੜਾ ਗਰਕ ਕਰਕੇ ਉੱਥੇ ਕਿਆਮਤ ਵਾਲੇ ਦਿਨ ਬੈਠੇ ਹੋਈਏ। ਸਾਡਾ ਕੰਮ ਹੀ ਨਹੀਂ ਉਹਨਾਂ ਦੇ ਉੱਤੇ। ਇਸ ਲਈ ਅਹਿਲੇ ਸੁਨਨਤ ਵਾਲ ਜਮਾਤ ਦਾ ਜਿਹੜਾ ਇਹ ਇਜਮਾ ਹੈ ਨਾ, ਇਜਮਾ ਅਹਿਲੇ ਸੁਨਨਤ ਕਿ ਮੁਸ਼ਾਜਰਾ ਤੇ ਸਹਾਬਾ ਦੇ ਉੱਤੇ ਸਕੂਤ ਇਖਤਿਆਰ ਕਰੋ, ਸਕੂਤ ਇਖਤਿਆਰ ਕਰੋ, ਸਕੂਤ ਇਖਤਿਆਰ ਕਰੋ। ਨਾ ਬੋਲੋ। ਅਸੀਂ ਇਹ ਨਹੀਂ ਕਹਿੰਦੇ ਕਿ ਉਹ ਮਾਸੂਮ ਨੇ, ਉਹਨਾਂ ਕੋਈ ਗਲਤੀ ਹੋ ਨਹੀਂ ਸਕਦੀ। ਅਸੀਂ ਕਹਿੰਨਾ ਅਗਰ ਕਿਸੇ ਕੋਲ ਹੋਈ ਹੋਵੇਗੀ ਤੇ ਸਾਨੂੰ ਉਮੀਦ ਹੈ ਕਿ ਅੱਲਾਹ ਤਾਲਾ ਉਹਨਾਂ ਨੂੰ ਮਾਫ ਕਰੇਗਾ। ਕਿਉਂ? ਉਹਨਾਂ ਦੀਆਂ ਇੰਨੀਆਂ ਅਜ਼ਮਤਾਂ ਆਈਆਂ ਨੇ ਕੁਰਾਨ ਦੇ ਵਿੱਚ ਕਿ ਰੱਬ ਆਂਦਾ ਹੈ ਇਹਨਾਂ ਮੇਰੇ ਨਾਲ ਸੌਦਾ ਕੀਤਾ ਹੈ, ਮੈਂ ਇਹਨਾਂ ਤੇ ਰਾਜ਼ੀ ਹੋ ਗਿਆ, ਰਜ਼ੀ ਅੱਲਾਹ ਅਨਹੁ व रज़ू अन्हु। ਮੈਂ ਇਹਨਾਂ ਤੇ ਰਾਜ਼ੀ ਹੋ ਗਿਆ, ਮੇਰੇ ਤੇ ਰਾਜ਼ੀ ਹੋ ਚੁੱਕੇ। ਤੇ ਮੌਲਵੀ ਸਾਹਿਬ ਤੇ ਕਹਿੰਦੇ ਸਨ ਇਹ ਉਸ ਵਕਤ ਤੇ ਅਮਾਲ ਤੱਕ ਹੁੰਦਾ ਹੈ। ਉਹਦੇ ਬਾਅਦ ਅਗਰ ਉਹਨਾਂ ਨੇ ਵੀ ਕੋਈ ਗਲਤੀ ਕੀਤੀ ਤਾਂ ਅੱਲਾਹ ਤਾਲਾ ਉਹਨਾਂ ਦਾ ਵੀ ਹਿਸਾਬ ਲਵੇਗਾ। ਤੇ ਲਵੇਗਾ ਤੇ ਰੱਬ ਲਵੇਗਾ, ਪਤਾ ਨਹੀਂ ਲਵੇਗਾ ਉਹ ਬਈ। ਅਗਰ ਰੱਬ ਲਵੇਗਾ ਤੇ ਸਾਨੂੰ, ਅਸੀਂ ਇਹਦੇ ਤੇ ਕੀ ਦੁਕਾਨ ਖੋਲ ਲਈਏ? ਅਸੀਂ ਆਪ ਖੁੱਲੀ ਛੁੱਟੀ ਹੈ, ਉਹਨਾਂ ਨੂੰ ਖੁੱਲੀ ਛੁੱਟੀ ਹੈ। ਉਹ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਰਹਿਤ ਦੇ ਬਾਅਦ ਦੀਨ ਦਾ ਪਲਟ ਵੀ ਸਨ, ਪਾਸਾ ਵੀ ਪਲਟ ਸਨ, ਤੇ ਉਹਨਾਂ ਨੂੰ ਖੁੱਲੀ ਛੁੱਟੀ ਹੈ। ਇਹ ਗਲਤ, ਇਹ ਕਿੰਨੇ ਗੱਲ ਆਖੀ? ਕਿੰਨੇ ਗੱਲ ਆਖੀ ਹੈ ਦੀਨ ਦਾ ਪਾਸਾ ਪਲਟ ਸੜਨ? ਤੁਸੀਂ ਇਹੀ ਕਹਿ ਰਹੇ ਹੋ, ਤੇ ਤੁਸੀਂ ਇਹੀ ਕਹਿ ਰਹੇ ਹੋ ਕਿ ਬਲਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਹਦੀਸ ਮੌਜੂਦ ਹੈ ਕਿ ਹੌਜ਼ ਕੌਸਰ ਦੇ ਕਰੀਬ ਮਫਹੂਮ ਬਿਆਨ ਕਰ ਰਹੇ हैं कि कुछ लोगों को जहन्नम की तरफ झोंक दिया जा रहा है। और मैं कहूंगा साहब इस मेरे साहब सन फरिश्ते कहेंगे ए ਤੁਹਾਡੀ ਲੋਕ ਵੀ ਮੈਨੇ ਜੋ ਮੁਨਾਫਿਕਾਂ ਦੇ ਬਾਰੇ, ਮੁਰਤਦੀਨ ਦੇ ਬਾਰੇ, ਮੁਨਾਫਿਕੀਨ ਦੇ ਬਾਰੇ, ਮਾਨਹੀਨ ਜ਼ਕਾਤ ਦੇ ਬਾਰੇ, ਤੁਹਾਡੀ ਵਫਾਤ ਦੇ ਬਾਅਦ ਇਹਨਾਂ ਆਪਣੇ ਦੀਨ ਨੂੰ ਬਦਲ ਦਿੱਤਾ। ਫਮਨ ਬਦਲ ਦੀਨ ਹੈ ਠੀਕ ਹੋ ਗਿਆ। ਮੈਂ ਕਹਿੰਦਾ ਦੀਨ ਦੇ ਪੈਰ ਆਪਣੇ ਦੀਨ ਤੋਂ ਫਿਰ ਗਏ, ਠੀਕ ਹੋ ਗਿਆ। ਉਹ ਮੁਰਤਦੀਨ ਹੈ ਨਾ, ਵੀ ਮੌਜੂਦ ਨੇ ਜਿਹੜੇ ਏੜੀਆਂ ਦੇ ਬਲ ਫਿਰ ਗਏ ਨੇ, ਉਹ ਕੌਣ ਨੇ? ਮੁਰਤਦ। ਤੇ ਮੁਰਤਦ ਹੋਏ ਨਹੀਂ ਨਬੀ ਪਾਕ ਤੋਂ ਬਾਅਦ। ਉੱਥੇ ਸਹਾਬਾ ਦਾ ਲਫ਼ਜ਼ ਮੌਜੂਦ ਹੈ, ਉੱਥੇ ਮੁਰਤਦੀਨ ਦਾ ਲਫ਼ਜ਼ ਮੌਜੂਦ ਨਹੀਂ। ਉੱਥੇ ਜਦੋਂ ਤੁਸੀਂ ਦਾ ਲਫ਼ਜ਼ ਮੌਜੂਦ ਹੈ, ਖਲੋ ਮੌਜੂਦ ਹੈ। ਹਾਂ ਸਹਾਬੀ ਜਿਹੜਾ ਨਾ ਲਫ਼ਜ਼ ਅਸਹਾਬੀ 2 ਮਹੀਨੇ ਚ ਆਉਂਦਾ ਹੈ। ਜਿਹੜੇ ਮੁਨਾਫਿਕ ਨੇ ਉਹ ਵੀ ਨਬੀ ਪਾਕ ਦੇ ਅਸਹਾਬੀ ਨੇ, ਜਿਹੜੇ ਮੁਰਤਦ ਹੋ ਗਏ ਸਨ ਉਹ ਵੀ ਨਬੀ ਪਾਕ ਦੇ ਲੁਗਵੀ ਮਹੀਨਿਆਂ ਚ ਸਹਾਬੀ ਨੇ। ਲੇਕਿਨ ਇਸਤਲਾਹੀ ਮਹੀਨਿਆਂ ਚ ਇਸਲਾਮੀ ਸ਼ਰਅ ਇਸਤਲਾਹ ਸਹਾਬੀ ਉਹਨੂੰ ਕਹਿੰਦੇ ਨੇ ਜਿਨ੍ਹਾਂ ਈਮਾਨ ਦੀ ਹਾਲਤ ਚ ਨਬੀ ਪਾਕ ਨੂੰ ਵੇਖਿਆ ਔਰ ਈਮਾਨ ਦੀ ਹਾਲਤ ਚ ਫੌਤ ਹੋਇਆ। ਉਹ ਸਹਾਬੀ ਨੇ ਜਿਹੜੇ ਬਾਅਦ ਚ ਮੁਰਤਦ ਹੋ ਗਏ ਸਨ। ਉਹ ਹੈ ਤੇ ਸਹਾਬੀ ਸਨ ਲੇਕਿਨ ਮੁਰਤਦ ਹੋ ਗਏ ਸਨ ਬਾਅਦ। ਹਾਂਜੀ ਕੌਣ ਸਨ? ਕੋਈ ਦੋ ਦਾ ਨਾਮ ਤੇ ਲਵੋ। ਮੁਰਤਦੀਨ ਹਾਂਜੀ ਕੌਣ ਸਨ? ਮਾਲਿਕ ਇਬਨ ਨਵੈਰਾ ਵੀ ਸਨ। ਜਿਹੜੇ ਵੀ ਮੁਰਤਦ ਹੋਏ ਨੇ ਕਬਾਇਲ ਬੜੇ। ਮਾਲਿਕ ਇਬਨ ਨਵੈਰਾ ਮੁਰਤਦ ਸਨ ਜਾਂ ਨਹੀਂ? ਮੈਂ ਇੱਕ ਬੰਦੇ ਦੇ ਨਾਂ ਨੂੰ ਨਹੀਂ ਜਾਣਦਾ, ਲੇਕਿਨ ਇੱਕ ਬੰਦੇ ਨੂੰ ਛੱਡੋ, ਮਾਲਿਕ ਇਬਨ ਨਵੈਰਾ ਮੁਰਤਦ ਸਨ ਜਾਂ ਨਹੀਂ ਸਨ? ਮਾਲਿਕ ਬਿਨ ਨਵੈਰਾ ਦਾ ਮੇਰੇ ਇਸ ਵੇਲੇ ਜ਼ਿਹਨ ਚ ਅਜ਼ਬਰ ਨਹੀਂ ਹੈ, ਲੇਕਿਨ ਮੈਂ ਤੁਹਾਨੂੰ ਚੈੱਕ ਕਰਕੇ ਦੱਸ ਦਿੰਦਾ। ਉਹ ਮੁਰਤਦ ਨਹੀਂ ਹੋਇਆ। ਸਰਚ ਕਰ ਲੈਣਾ ਕਿ ਹਜ਼ਰਤ ਖਾਲਿਦ ਇਬਨ ਵਲੀਦ ਨੇ ਉਹਨਾਂ ਨੂੰ ਕਿਉਂ ਕਤਲ ਕੀਤਾ। ਉਹਨਾਂ ਦਾ ਸਿਰ ਮੁਬਾਰਕ ਦੇ ਨਾਲ ਅਸਾਬੇ ਰਸੂਲ ਹੋਣ ਦੇ ਬਜਾਏ ਉਹਨਾਂ ਉਹਦੇ ਤੇ ਹਾਂਡੀ ਕਿਉਂ ਪਕਾਈ ਔਰ ਉਸੇ ਰਾਤ ਉਹਨਾਂ ਦੇ ਜ਼ੋਜੇ ਦੇ ਨਾਲ ਅਕੇਲੀ ਕੀਤੀ। ਉਹ ਕਹਾਣੀ ਸ਼ਰੀਫ ਨਾ ਸੁਣਾਇਆ ਕਰੋ, ਕਹਾਣੀ ਸ਼ਰੀਫ ਨਾ ਸੁਣਾਇਆ। ਮੈਂ ਤੁਹਾਨੂੰ ਦਲੀਲ ਦਵਾਂਗਾ, ਕਿਉਂ ਟੈਨਸ਼ਨ ਲੈਂਦੇ? ਪਹਿਲਾਂ ਜਦੋਂ ਦਲੀਲ ਹੋਏਗੀ ਨਾ ਫਿਰ ਉਹ ਪੇਸ਼ ਕਰਿਆ ਜੇ ਤੇ ਕਹਾਣੀ ਬਾਅਦ ਸੁਣਾਇਆ ਜੀ। ਠੀਕ ਹੋ ਗਿਆ। अच्छा एक दूसरी हदीस आती है सही मुस्लिम की 1779 नबी करीम सल्लल्लाहु अलैहि वसल्लम ने हज़रत अनस रज़ी अल्लाह तआला अन्हा से रिवायत है कि रसूलुल्लाह सल्लल्लाहु अलैहि वसल्लम ये हमेशा तो मैं समझाना भी तुसी अरब च रहंदे हो रज़ी अल्लाह तआला अन्हो आख्या करो मुज़क्कर वास्ते मोनस वास्ते की आमद खबर मिली तो आप सल्लल्लाहु अलैहि वसल्लम से मशवरा किया
کہا ابو بکر رضی اللہ عنہ نے گفتگو کی تو آپ صلی اللہ علیہ وآلہ وسلم نے ان سے اعراض فرمایا. پھر حضرت عمر نے گفتگو کی تو آپ رضی اللہ عنہ نے انہوں نے ان سے اعراض فرمایا. تو نبی کریم صلی اللہ علیہ وسلم نے انہوں ویک کے چہرے کیوں پھیرے؟ ہاں کئی صحابہ نے وہ کوئی گل کرتے سن تو نبی علیہ السلام نو نہیں سی پسند آتی تے آپ منہ پھیر لیندے سن. یہ کوئی کفر شرک لازم آ جاتا ہے جی پھیر لیا ہوئے چہرہ نبی نے جنہوں تو چہرے پھیر لیا یا پھر گل کا جواب نہ دیتا ہوئے اعراض کیتا. اعراض کرن تو مطلب ہے یہ کہ بھی انہوں نے گل نو قبول نہیں کیتا. یہ کوئی کفر شرک لازم آ جاتا ہے. تو نبی نے تو چہرے پھیر لینے تو پھر بھی انہوں نے منن لگے. نبی نے اگر کسی صحابی دی صحابہ کئی صحابہ نے تجویز دیتی ہے عہد واری کہ بھئی اسی اودے وچ رہ کے لڑاں گے شہر دے وچ رہ کے لڑاں گے تے نبی علیہ السلام نے اعراض کیتا انہاں دے مشورے تو تے جڑے نوجوان منڈے سن انہاں نے کہا اسی باہر جا کے لڑاں گے. کئی صحابہ دے بیٹے سن انہاں نے کہا اسی باہر جا کے لڑاں گے اسی کیوں پنڈ دے وچ شہر دے وچ رہ کے لڑیے. نبی علیہ السلام نے انہاں دی گل قبول کر لئی تے یہ مطلب جنہاں دی گل تو اعراض کیتا وے انہاں دے ہن فتوی دینے دی دکان کھول لی انہاں دے خلاف رجسٹر کھول کے بیٹھ جی بالکل پیش کرو نا کہ نبی نے تو چہرہ موڑ لیا ہے. وہ اعراض دا میں نے صرف ناراضگی دا اظہار کیتا ہے لا تعلقی دا اظہار کیتا نبی نے. وہ لا تعلقی اعراض جنی ہے سارا میں تو پہ دسنا ہے جنی تسی محنت کوشش پہ کر دینا ہے تھے اعراض کرنے کا میں نے چہرہ پھیر لیا لا تعلقی کا اظہار کر دیا ناپسندیدگی کا یہ جنیاں تسی کوششاں پہ کر دیو کچھ بھی نہیں نچ ملے گا کیونکہ یہ وچ نہ کفر ہے نہ شرک ہے. نبی علیہ السلام نے انہاں ہی اپنے پیارے صحابہ دیاں کئیاں گلاں نو ناپسند کیتا انہاں دے مشورے نو پسند نہیں کیتا. کئیاں دے ہن جدوں اذان دا موقع آیا کئی صحابہ نے آگے اپنی اپنی رائے دیتی ہے تے نبی علیہ السلام نے کئیاں دی گلاں نال اعراض کیتا ہے تے کسے دی گل قبول کر لئی ہے. اذان دے بارے گل قبول کر لی ہے. اچھا منو یہ بڑا مذاق خیز لگتا ہے کہ بجائے دے کہ اللہ تعالیٰ اپنے نبی نو وہی کرتا جتنا اللہ تعالیٰ کلام کرتا ہے جن پہ وہی نازل کرتا انہوں نے نہیں اذان دا آیا بلکہ دیگر صحابہ کو اذان دا آیا. یہ کی تواڈے اندر کی مسئلہ تواڈے اندر کی مسئلہ نے کوئی تانوں آپ نے اگر میں تو جی روایت ویکھ سن تے لو نا اگر کوئی گل کوئی دنیاوی معاملہ او نبی علیہ السلام 10 صحابہ کو سنتے ہیں 8 صحابہ دا اعراض کر لیندے نے انہاں دی گل سن کے 1 یا 2 دی کوئی گل مان لیندے نے کیا وہ جنہاں دی گل تو اعراض کیتا ہے انہاں دے بارے کاپی پینسل لے کے بیٹھ جانا چاہیے ہے جنہاں تو نبی پاک نے سادہ بھی کام ہے سنت رسول دے مطابق انہاں تو اعراض کیتا جائے. استغفر اللہ بعد پھر ساری زندگی جدے تو نبی پاک نے اعراض کیتا ہے جے تے ساری زندگی نبی پاک نے اعراض ہی رکھیا ہے تے پھر تے اس بندے تو اعراض ہی کرنا چاہیے تے جے بعد وچ نبی علیہ الصلوۃ والسلام نے 313 صاحب تہاڈا غلط استنباط ہے درست کیسا جاہلانہ استنباط تسی میں تانوں کہا کہ میرے استنباط میں منو تو تسی بھی بعد آ جاؤ نا ایسے استنباط وہ بھی شغل میرا لا رہے ہیں شغل میرا. اچھا چوہان صاحب کی بنیا ہوتی گل ہونی چاہیے. اچھا چوہان صاحب کی بنیا ہوتے میں پیانا چلو تہاڈے نال گل چوہان صاحب دی گل میں تے حیران ہے کہ انہوں نے مینوں چک بھی لیا اور میری گل نو بھی انہوں نے سنیا بڑی گل ہے. اج تے تہاڈی تبلیغ دا پورا موقع تانوں مل گیا. ہاں بالکل پورا میں تے مرزائیاں جھنجھوڑ جگاندا رہیا او لے گئے چوہان صاحب او بات مار کے جے بندے بنو لے کے او ایم سی گمراہ ہو گیا جو بچ جو ہاں انہاں نوں کوئی نہیں اصل چ انہاں بیچاریاں دے اندر نہ کوئی شے ہو جی ایمان نہ دی چیز ہے. انہاں دے سامنے او کینیڈا والا ناصر بہ کے جو بھی لغو گفتگو لچر گفتگو کر رہا ہوندا ہے قرآن دے اوتے ایڈے ایڈے بہتان لا رہا ہوندا ہے یہ بہ کہندے نے ساڈا نمائندہ ہے. کلت ملک پرسوں مینوں راتی پہ آکھے کہ جبریل کوئی فرشتہ نہیں ہے. میں کہا مرزا صاحب نے لکھا ہے جبریل فرشتہ ہے کہندے اے تے مراد فرشتہ نہیں ہے فرشتہ تو مراد فرشتہ نہیں ہے. مرزائی سارے تھلے بیٹھے نے میں کہا عقل سے سوچیں میں کیا مرزائیوں کو عقل کرو سوچو ہے ویکھو بندہ کی کری جاندا ہے. میں پوچھیا 2-3 بار میں ملک صاحب تسی جماعت احمدیہ نو ریپرزینٹ کر رہے ہو میں اپنا فہم بیان کر رہا ہاں. اچھا میں ویکھو اے بندہ نیر پائی جاندا ہے تے تواڈے مرزا صاحب دے بھی خلاف گل کری جاندا ہے. کوئی مرزائی نہ کسکدا ہے نہ ہلدا ہے نہ جلدا ہے. جو میں تھلے اتر آیا تو باجی ہادیہ نے آ کے پتا کیا آنا شروع کرتا ہے
आपने उस खंजीर को पकड़ा क्यों नहीं? ਵਿਚਾਰੇ ਨਹੀਂ, ਅਸਲ ਗੱਲ ਹੈ ਕਿ ਤੁਸੀਂ ਖੁਦ ਦੇਖਿਆ ਕਿ ਇਹ ਸਾਬਤ ਕਰਨਾ ਚਾਹੁੰਦੇ ਸੀ ਕਿ ਉਹ ਕੋਈ ਸ਼ਖਸ ਕੁਫਰ ਦੇ ਜਿਹੜੇ ਫਤਵੇ ਤੋਂ ਉਹ ਇਰਾਜ਼ ਕਰੇ ਮਿਰਜ਼ਾ ਸਾਹਿਬ ਦੇ ਮੁਤਲਕ ਤੇ ਉਹ ਮੁਸਲਮਾਨ ਹੈ। ਹਾਲਾਂਕਿ ਮਿਰਜ਼ਾ ਸਾਹਿਬ ਨੇ ਇਹ ਗੱਲ ਨਹੀਂ ਕਹੀ, ਉਹਨਾਂ ਨੇ ਕਿਹਾ ਜਿਹੜਾ ਮੈਨੂੰ ਮੁਸਲਮਾਨ ਸਮਝਦਾ ਹੈ ਉਹ ਜ਼ਾਹਿਰ ਹੈ ਕਿ ਫਿਰ ਉਹ ਮੰਨੇਗਾ ਕਿ ਮੈਂ ਖੁਦਾ ਤੇ ਇਫਤਰਾ ਨਹੀਂ ਕੀਤਾ ਤੇ ਫਿਰ ਉਹ ਮੂਮਨ ਹੋ ਗਿਆ ਨਾ ਉਹ, ਵਰਨਾ ਉਹ ਕਾਫਰ ਹੀ ਹੈ ਜਿਹੜਾ ਇਨਕਾਰ ਕਰੇਗਾ ਔਰ ਨਹੀਂ ਮੰਨੇਗਾ। ਘੁੰਡੀ ਪਹਾੜੀ ਉਹ ਤੇ ਮਿਰਜ਼ਾ ਸਾਹਿਬ ਨੇ ਐਸੀ ਘੁੰਡੀ ਪਾ ਛੜੀ ਹੈ ਕਿ ਕੋਈ ਮਾਂ ਨੇ ਲਾਲ ਜੰਮਿਆ ਹੀ ਨਹੀਂ ਜਿਹੜਾ ਉਹਨਾਂ ਦੀ ਮਿਰਜ਼ਾ ਸਾਹਿਬ ਦੀ ਖਾਹਿਸ਼ ਪੂਰੀ ਕਰ ਸਕੇ। ਇਸ਼ਤਿਹਾਰ ਬਿਲਕੁਲ। ਛਾਪੇ ਕਿ ਸ਼ੇਖ ਬਟਾਲਵੀ ਵੀ ਕਾਫਰ, ਸੈयद ਨਜ਼ੀਰ ਹੁਸੈਨ ਮੁਹੱਦਿਸ ਦੇਲਵੀ ਵੀ ਕਾਫਰ, ਸਾਰੇ ਉਲਮਾ ਕਾਫਰ ਨੇ ਤੇ ਮਿਰਜ਼ਾ ਸਾਹਿਬ ਪੱਕੇ ਮੁਸਲਮਾਨ ਨੇ। ਜੇ ਉਹ ਨਹੀਂ ਆਖੇ ਮੈਂ ਮਿਰਜ਼ਾ ਸਾਹਿਬ ਨੂੰ ਮੁਸਲਮਾਨ ਨੂੰ ਮੰਨਣਾ ਪਰ ਉਹਨਾਂ ਦੇ ਇਲਹਾਮਾਤ ਨੂੰ ਨਹੀਂ ਮੰਨਣਾ, ਤੇ ਮਿਰਜ਼ਾ ਸਾਹਿਬ ਨੇ ਅੱਗੇ ਲਿਖਿਆ ਹੈ ਬਸ਼ਰਤੇ ਕਿ ਉਸमें ਨਫਾਕ का शुबा न पाया जाए, वो फिर मुनाफिक जरूर कहेंगे। ਬਿਲਕੁਲ। ਅਦਨਾਨ ਸਾਹਿਬ ਆਏ ਨੇ, ਉਹਨਾਂ ਨਾਲ ਗੱਲ ਕਰ ਨਹੀਂ ਆਂਦਾ ਮਿਰਜ਼ਾ ਸਾਹਿਬ ਦਾ ਕਲਾਮ ਇਹਨਾਂ ਨੂੰ ਸਮਝਣਾ। ਅਦਨਾਨ ਸਾਹਿਬ ਨੂੰ ਵਿਚਾਰਿਆਂ ਨੂੰ ਕੀ ਪਤਾ, ਅਦਨਾਨ ਸਾਹਿਬ ਉੱਥੇ ਲੁੱਟੀ ਗਈ ਹੈ, ਉਹ ਲੁੱਟੀਆ ਡਬੋਤੀ ਕੀ ਨਾ ਉਹਨੇ ਐਮਜ਼ੀ ਨੇ ਚੌਹਾਨ ਸਾਹਿਬ ਦੇ ਅੱਗੇ ਉਹ ਮੰਨ ਗਏ ਨੇ ਕਾਇੰਡ ਹਾਰਟਡ ਵੀ ਤੇ ਉਹ ਵੀ ਦੋਵੇਂ ਕਿ ਮਿਰਜ਼ਾ ਸਾਹਿਬ ਦਾ ਦਾਵਾ ਨਬੂਵਤ ਦਾ ਨਹੀਂ ਸੀ, ਉਹ ਮੁਜੱਦਦ ਸਨ ਤੇ ਜ਼ਿੱਲੀ ਨਬੂਵਤ ਜਿਹੜੀ ਹੁੰਦੀ ਉਹ ਨਬੂਵਤ ਕੋਈ ਨਹੀਂ ਹੁੰਦੀ ਹੈ। ਨਬੂਵਤ ਬੰਦ ਹੈ ਨਬੀ ਪਾਕ ਤੋਂ ਬਾਅਦ, ਨਾ ਕੋਈ ਨਵਾਂ ਤੇ ਨਾ ਕੋਈ ਪੁਰਾਣਾ, ਨਬੂਵਤ ਬੰਦ ਹੋ ਚੁੱਕੀ ਹੈ। ਇਹ ਜਿਹੜੇ ਸਾਡੇ ਇੱਥੇ ਡਰਾਮੇਬਾਜ਼ ਬਰਾਡਾਂ ਲਾ ਕੇ ਬੈਠੇ ਨੇ ਨਬੂਵਤ ਜਾਰੀ ਹੈ, ਨਬੂਵਤ ਜਾਰੀ ਹੈ, ਉਹਨਾਂ ਕਿਹਾ ਸਭ ਨਾਨਸੈਂਸ ਨੇ। ਤੇ ਇਹ ਜਨਾਬ ਉੱਥੇ ਉਹ ਗੇਮ ਪੈ ਗਈ, ਲੁੱਟੀਆ ਡਬੋਤੀ ਤੁਹਾਡੇ ਉੱਥੇ ਡਾਕਟਰ ਅਹਿਮਦ ਬੈਠਾ ਸੀ, ਦੂਜਾ ਬੈਠਾ ਸੀ, ਮੈਂ ਆਵਾਜ਼ਾਂ ਮਾਰਦਾ ਰਿਹਾ, ਮੈਂ ਕਿਹਾ ਚੌਹਾਨ ਸਾਹਿਬ ਲੈ ਚੱਲੇ ਜੇ ਤੁਹਾਡੇ ਬੰਦਿਆਂ ਨੂੰ, ਤੇ ਐਮਜ਼ੀ ਸਾਹਿਬ ਨੇ ਵੀ ਇਹਨਾਂ ਦੇ ਹੱਥ ਤਕਰੀਬਨ ਬੈਤ ਹੀ ਕਰ ਲਈ ਹੈ ਤੇ ਕਾਇੰਡ ਹਾਰਟਡ ਨੇ ਵੀ। ਤੇ ਹੁਣ ਕੀ ਕਰਨਾ ਜੇ? ਇਹ ਕਾਇੰਡ ਹਾਰਟਡ ਤੇ ਪਤਾ ਨਹੀਂ ਕਦੀ ਉਹ ਮੁਲਦ ਹੁੰਦਾ ਤੇ ਕਦੀ ਉਹ ਕ੍ਰਿਸਚੀਅਨ ਬਣਿਆ ਹੁੰਦਾ ਤੇ ਕਦੀ ਉਹ ਜੋਰੀ ਉਹਦਾ ਭਰਾ ਮਰੱਬੀ ਹੈ, ਉਹਦਾ ਭਰਾ ਮਰੱਬੀ ਹੈ। ਮੈਂ ਉਹਦੀ ਗੱਲ ਕਰ ਰਿਹਾ ਕਾਇੰਡ ਹਾਰਟਡ ਤੇ ਸ਼ੁਰੂ ਤੋਂ ਜਦੋਂ ਆਇਆ ਸੀ ਤਾਂ ਮੁਲਦ ਐਸੇ ਬਿਹੇਵ ਕਰਨ ਡਿਆ ਸੀ, ਫਿਰ ਉਹ ਸਾਈਅਤਲ ਚਲਾ ਗਿਆ ਸੀ, ਫਿਰ ਉਹ ਅਹਿਮਦੀ ਹੋਇਆ, ਫਿਰ ਲੋਹੜੀ ਹੋ ਗਿਆ। ਉਹਦੇ ਤੇ ਮੇਰਾ ਸਮਝ ਉਹਦੇ ਚਲੋ ਸੀਰੀਅਸ ਨਹੀਂ ਲੈਣਾ ਚਾਹੀਦਾ ਉਹਦਾ ਜਿਹੜਾ ਵੀ ਮੌਕਫ ਹੋਵੇ। ਐਮਲੀ ਸਾਹਿਬ ਨੇ ਵੀ ਮੈਂ ਸੁਣੀ ਉਹ ਗੁਫ਼ਤਗੂ, ਕੋਈ ਐਸੀ ਉਹਨਾਂ ਨੇ ਐਸੀ ਮੁਤਨਾਜ਼ਿਆ ਗੱਲ ਨਹੀਂ ਕੀਤੀ ਜਿਹਦੇ ਤੋਂ ਤੁਸੀਂ ਤਾਸਰ ਲਿਆ ਕਿ ਉਹਨਾਂ ਨੇ ਚਾਂਦ ਸਾਹਿਬ ਵੱਲ ਰੁਜੂ ਕਰ ਲਿਆ। ਉਹਨਾਂ ਤੇ ਕੈਟਾਗਰੀ ਕਿਹਾ ਕਿ ਚਾਂਦ ਸਾਹਿਬ ਜੰਜ ਮਿਰਜ਼ਾ ਸਾਹਿਬ ਦੇ ਦਾਵਾ ਨਬੂਵਤ ਦਾ ਇਨਕਾਰ ਕਰਦੇ ਨੇ, ਇਸ ਤਰ੍ਹਾਂ ਦਾ ਇਨਕਾਰ ਤੋਂ ਮਨਾ ਫਰਮਾਇਆ ਮਿਰਜ਼ਾ ਸਾਹਿਬ ਨੇ। ਉਹਨਾਂ ਨੇ ਪੂਰੀ ਉਹ ਇੱਕ ਗਲਤੀ ਦਾ ਜ਼ਾਲਾ ਦੀ ਤਹਿਰੀਰ ਪੜ੍ਹੀ ਕਿ ਜਿਹੜੇ ਬੰਦਾ ਇੰਜ ਕਿਹਾ ਸੀ ਉਹਨੂੰ ਉਹਦੀ ਇਸਲਾਹ ਕੀਤੀ ਸੀ, ਬਈ ਤੈਨੂੰ ਤੇਰੀ ਰਾਤ ਦੀ ਤੈਨੂੰ ਜਾਂ ਤਾਂ ਇਲਮ ਨਹੀਂ ਹੈ ਜਾਂ ਉਹਨੂੰ ਤੂੰ ਸਹੀ ਤਰੀਕੇ ਨਾਲ ਪੜ੍ਹਿਆ ਨਹੀਂ। ਇੰਜ ਮੂੰਹ ਖੋਲ ਕੇ ਇਨਕਾਰ ਕਰਦੇ ਨਾਲ ਮਿਰਜ਼ਾ ਸਾਹਿਬ ਦੀ ਨਬੂਵਤ ਦਾ ਇਹ ਦਰੁਸਤ ਤਰੀਕ ਨਹੀਂ ਹੈ। ਤੇ ਮੈਂ ਚੌਹਾਨ ਸਾਹਿਬ ਨੂੰ ਰੋਜ਼ਾਨਾ ਦੀ ਬੁਨਿਆਦ ਤੇ ਵੇਖਿਆ ਕਿ ਇਸ ਤਰ੍ਹਾਂ ਇਨਕਾਰ ਕਰ ਰਹੇ ਹੁੰਦੇ ਨੇ ਜਿੰਜ ਇੱਕ ਆਮ ਸ਼ਖਸੀਅਤ ਹੈਗੀ ਮਿਰਜ਼ਾ ਸਾਹਿਬ ਅਲੈਹਿ ਸਲਾਮ ਨਾ, ਤੇ ਉਹ ਜਦੋਂ ਆਮ ਸ਼ਖਸੀਅਤ ਦੇ ਥਰੂ ਲੈ ਆਉਂਦੇ ਨੇ ਤੇ ਫਿਰ ਫਾਇਦਾ ਕੋਈ ਨਹੀਂ ਰਹਿੰਦਾ। ਇਹ ਨਹੀਂ ਕਿ ਇਹਨਾਂ ਦਾ ਬਿਲਕੁਲ ਮੌਕਫ ਜਿਹੜਾ ਹੈਗਾ ਕਮਜ਼ੋਰ ਜਿਹਾ ਹੈਗਾ। मेरा नहीं ख्याल अमली साहब ने जरा कमजोर मौकफ सुनना कहते हैं। मुकफ़रीन के इतराज़ात में से एक ये है कि वो का दावा किया है और कहता है कि मैं नबियों में से हूँ। इसका जवाब ये है कि ए मेरे भाईजान अदनान मतलूब साहब, तू जान ले कि मैंने ना तो नबूवत का दावा किया है और ना ही मैंने उन्हें कहा है कि मैं नबी हूँ, लेकिन इन लोगों ने जल्दबाजी से काम लिया और मेरी बात समझने में गलती की है और पूरी तरह गौर व फिक्र नहीं किया, लेकिन ऐसे कान तराशी की जरूरत की है। ये सारी नबियों को खुदा दा खौफ करो या तशरीई नबी होते हैं, उनकी बात हो रही है, ठीक है। जिल और बरूज की ऐसे नबूवत का तो इनकार नहीं किया, इसीलिए तो उस बंदे की नबूवत को नबी की जो आपकी तरह जिल्ली नबी को नबी आपकी तरह वो तो मुजद्दिदीन का सिलसिला है। अच्छा आपकी तरह जिल्ली नबूवत का सिलसिला क़यामत तक जारी है। जिल्ली नबूवत का सिलसिला क़यामत तक जारी है। तहरीरात से मुगालता लगा। और अदनान साहब जिल्ली नबूवत कौन सी है? इन्हीं तहरीरों का मोहतरम चन मक्खन और चन मक्खन जिल्ली नबूवत का सिलसिला कौन सा है? आपसे गुफ्तगू कर रहा हूँ, आपको इतना गैर संजीदा होने की जरूरत नहीं। गैर संजीदा मैं आपसे पूछ रहा हूँ, जिल्ली नबूवत का सिलसिला कौन सा है बता। चन मक्खन ते फलाना मक्खन है, इस तरह कहने की जरूरत नहीं है ना मोहतरम। चलो मेरे प्यो जी दस दो फुफड़ साहब दस दो गल सुनते नहीं पे गल अगली दी भी सुन लिया करो ना। जिल्ली नबूवत का सिलसिला कौन सा है जो जारी है बताएं।
نبی پاک صلی اللہ علیہ وسلم کی جو امت میں نبی پاک صلی اللہ علیہ وسلم کی ذلی بات- نبوت کا سلسلہ کدھر جاری ہے؟ کیا مطلب کدھر جاری ہے؟ مرزا صاحب کہہ رہے ہیں ذلی نبوت کا سلسلہ قیامت تک جاری ہے. ہاں کدھر ہے وہ؟ جیسے نبوت کون سا ہے جاری وہ تھی- سلسلہ؟ جیسے نبوت ازل سے جاری تھی اور وہ سلسلہ کدھر ہے؟ سلسلہ کدھر ہے؟ کی مطلب سلسلہ مطلب اللہ تعالیٰ سلسلہ کا نہیں آپ کو پتا کیا مطلب ہوتا ہے؟ سلسلہ تو ہمیشہ سے نبوت کا جاری تھا. اس میں یہ ہے کہ نبی پاک حضرت عیسیٰ علیہ السلام کے بعد 600 سال بعد آئے ہیں نبی پاک صلی اللہ علیہ وسلم. تو اس کا مطلب ہے کہ سلسلہ حضرت ختم ہو گیا محمد صلی اللہ علیہ وسلم کے بعد 1400 سال جو بندہ آیا ہے اس کو ہم سلسلہ کہیں گے. جب تک اس کی تعلیم درست چلتی رہتی ہے تو اسی کا سلسلہ چل یہ رہا دیکھیں ہوتا ہے. نا یہ کہانی آپ اپنی مرزا صاحب نے کہا گیا وہ تو سلسلے کی آپ بات نہیں، ہم ٹاپک اور تھا، آپ سلسلے پہ آ گئے. میں خلافت اسلامیہ محمدیہ کا آپ 13واں خلیفہ ہوں. دجل ٹاپک کرتے ہیں آپ ہمارا سارے یہ مرزائی. چل رہا تھا، مرزا صاحب دجل کرتے ہیں آپ لوگ. ہاں، وہ کہہ رہے ہیں ذلی نبوت کا آپ بھی سلسلہ اگر موقع قیامت تک جاری مجددین کا سلسلہ ہے. وہ سلسلہ دکھا بھی رہے ہیں آپ کو. کثیر پھر بھی آپ تعداد کو میں نظر نہیں لوگ آتا آپ کی اندھوں کو. طرف رجوع کریں گے. آپ کی آرام سے پوچھ لیتے ہیں. ایک منٹ عدنان صاحب، آپ کی فرسٹریشن یہ ظاہر کرتی ہے. عدنان صاحب ایسے نہ کریں، تنقید نہ کریں، پھر اسی طرح پھر آگے سے جواب آتا ہے. نہیں وہ اس طرح کی باتیں کر رہے ہیں جس طرح سے چند مکھڑ سے فلانا بڈھا بابا. آپ ٹھنڈے ہو کے جواب دیں. آپ مانتے آپ ہیں بات کہ کر رہے ہیں مجددین کا، وہ فرسٹریٹ ہو جاتے ہیں ان میں. میں ان کو روکتا ہوں نا، میں نے ان کو خاموش کرا دیا، میں نے ان کو خاموش کرا دیا ہے. ایک آرام سے بات کرتے ہیں اور بات کو سمجھنے کی کوشش کرتے ہیں. آرام سے بات کر لیں. میں کوئی ایسی بات نہ تو میں نے ان کے اکابرین کے بارے میں کچھ کہا نہیں، نہ وہ ان کی بھی نہیں ذات کے کریں. بارے میں کچھ کہا. میں نے ایک موقف کی بات کی ہے. آپ آرام سے بات کریں. آپ بتائیں کہ مجددین کا سلسلہ قیامت تک جاری مانتے ہیں آپ؟ نہیں ابھی کیا بات ہو رہی تھی؟ ہم تو مرزا صاحب کی بات کر رہے تھے نا کہ ابھی کرنے لگے. نبوت مرزا کا صاحب دعویٰ ہے یہ نہیں ہے. نہیں، مرزا صاحب یہ تو ایک علیحدہ ٹاپک ہے جو ہاں میں بتاتا ہوں نا، یہی ٹاپک ہے. جو مجددین کا سلسلہ ہے نا، اسی کو مرزا صاحب نے مجدد کو ہی ذلی بروزی نبی کہا ہے نا. یہ ٹھیک ہے بات؟ نہیں مرزا صاحب نے اپنے آپ کو تو خاتم الخلفاء کا ہے نا، اور ایسا مرسل بھی نہیں، اپنے آپ کو میں ان کی نہیں بات کر رہا ہوں. کسی اور مجدد کے لیے نبی اور رسول کا اس طرح سے لفظ استعمال نہیں ہوا، نہ اللہ تعالیٰ نے کیا ہے. ٹھیک ہے، مرزا صاحب کے لیے استعمال ہوا ہے. اور آگے جو آنے والے ہیں ان کے بارے میں بھی یہ کہہ دیا، یہ مرزا صاحب آزاد ہو کے اب کچھ نہیں آ سکتا. مرزا صاحب نے یہ کہا ہے کہ نبی سے اس زمانہ کے لیے صرف یہ مراد ہے کوئی شخص وہی پا کر تجدید دین کے لیے معمور. باقی بھی یہی کرتے ہیں. باقی نبی کیا کرتے ہیں؟ نبی سے مراد تجدید دین کے لیے معمور ہونے والے. باقی نبی کیا آسمان سے کوئی خود اتر کے آتے ہیں؟ یہی ہوتا ہے. بس یہی انہوں نے نبی کی تعریف کی ہے نا، یہی ذلی نبوت کا سلسلہ ہے. آپ کے پاس تو کوئی سلسلہ دکھانے کو نہیں ہے. مرزا صاحب کہہ رہے ہیں ذلی نبوت کا سلسلہ یہ محترم جو بھی مجددین کا سلسلہ، جو بھی غیر تشریح نبی ہوتے ہیں وہ یہی کام کرتے ہیں، تجدید دین ہی کرتے ہیں. اور کیا کرتے ہیں وہ؟ کوئی نئی بات وہ کرتے ہیں. اچھا، آپ نے کہا عدنان صاحب، آپ نے کہا کہ مرزا صاحب سے زاد ہو کر، مرزا صاحب سے زاد ہونے کا مطلب یہ ہے کہ اگر مرزا مسرور صاحب سے زاد ہو گیا تو مرزا صاحب سے بھی زاد ہو گیا. اب جمعہ صاحب آپ نے کیا ٹاپک چھیڑنا ہے کہ مرزا صاحب نبوت کا دعویٰ تھا یا نہیں تھا، یا کوئی اور ٹاپک ہے؟ اب کیا ان کا سمجھ سکتا ہے کس ٹاپک پہ بات کرنا چاہتے ہیں؟ مرزا صاحب کے دعوے کی ہم بات نہیں کر رہے، ہم یہ کر رہے ہیں پہلے چھیڑا ہی ٹاپک آپ نے مرزا صاحب کا تھا کہ احمدی صاحب نے یہ کر لیا، فلانا کر لیا، وہاں سے بات شروع ہوئی تھی. اب آپ نے کس موضوع، کیا موضوع کیا آپ کا؟ کس میں بتاتا ہوں. ہم یہ بات کرنے لگے ہیں کہ جو مرزا صاحب نے دعویٰ نبوت جس طرح کا کیا ہے کہ مجدد 14ویں صدی کا اور ذلی بروزی نبی، اس طرح کر کے یہ مرزا صاحب نے دوسروں کے لیے بھی دروازہ کھولا ہے کہ قیامت تک یہ مجددین کا سلسلہ جاری رہے گا، اور جو مجدد ہوتا ہے وہی ذلی بروزی طور پر نبی ہوتا ہے. یہ مانتے ہیں آپ؟ دیکھیں دروازہ تو ہمیشہ سے کھلا ہوتا ہے. دروازہ کھل جائے گا یہ مطلب نہیں ہے کہ جو بھی میں اگر دعویٰ کر دوں تو دروازہ کھلا تھا تو میں بھی آ گیا ہوں بیچ میں. یہ بات نہیں مرزا صاحب سے پہلے دروازہ کھلا تھا ذلی بروزی نبوت کا، بالکل کھلا ہوا تھا، لیکن کسی نے ایسا دعویٰ نہیں کیا. کون تھا ذلی بروزی نبی؟ ایسا دعویٰ نہیں کیا، نہ ہی ان کو کثرت مکالمہ پہلے تو کوئی نہیں تھا نا، خبریں ملی تھی، نہ کثرت مکالمہ. تو پھر دروازہ تو تب کھلتا ہے جب پہلا بندہ داخل ہوتا ہے. عدنان صاحب، دروازہ مرزا صاحب نے بتایا ہے کہ یہ دروازہ اس نبوت کا ذلی بروزی ٹائپ کی جو نبوت ہے اس کا دروازہ کھلا ہو. اس سے پہلے تو کسی نے کبھی نام ہی نہیں لیا.
नहीं, नाम नहीं लिया, इसका मतलब ये नहीं कि वो खुला नहीं हुआ था, खुला उस टाइम भी हुआ था। ये तो अल्लाह ताला ये तो मिर्जा साहब ने बताया ना, खुला ये तो हुआ अल्लाह है। ताला के इख्तियार में ना कि उसने किसको नबी बनाना है, किसको नहीं बनाना। हाँ हाँ, मैं ये कह रहा हूँ दरवाजा कि तो मिर्जा खुला साहब होता है, ने लेकिन बताया अल्लाह ना। ताला मौका मुनासिबत से समझता है कि किसको ये लक़ब देना है, किसको ये नाम देना है, किस पे हाँ जी। ये सारी जो निशानियां पूरी करनी है। मैं कह रहा हूँ कि जिल्ली बरूजी जो नबी होता है वो मिर्जा साहब कहते हैं मुजद्दद होता है, और 14वीं सदी का मुजद्दद मिर्जा साहब खुद को कहते हैं, और कहते हैं कि क़यामत तक ये सिलसिला मुजद्दिदीन का जारी रहेगा। क्या मानते हैं कि अगली सदी का मुजद्दद होगा? मिर्जा साहब के बाद 100 साल के बाद अगला मुजद्दद और जिल्ली बरूजी नबी होना चाहिए। ये इस तरह से मुजद्दद जो पिछले गुजरे हैं उनमें और मिर्जा साहब में फर्क है, ठीक है। हम यार पिछले वहाँ की तो नहीं बात उनके कर रहे, पास- आगे की बात कर रहे हैं, आगे की, पीछे की नहीं बात कर रहे। पीछे आपको आगे का इनसे पीछे का- सिलसिला अगर आप 14 का नाम लेंगे तो फिर पिछले भी शामिल हो जाएंगे ना बीच में। पिछलों का तो अगर मसला आप अब 14 का या पीछे 13 का रह जिक्र गया ना। करेंगे तो पिछले शामिल हो जाएंगे ना। शामिल होंगे, आपको पहले होंगे, देखना नहीं पड़ेगा, होंगे, उनको छोड़ दें। प्रेसिडेंट देखनी पड़ेगी कि पीछे क्या सिलसिला चल रहा था और आगे सिलसिला से किस तरह से जारी है। पीछे तो किसी ने कभी नाम ही नहीं एक लिया, ही का जिंदगी नाम बरूजी दिया नबी गया, का। जितने भी दीन है मिर्जा साहब ने तो खुद कह दिया कि एक ही को नबी का लक़ब दिया गया, उसी को ही कसरत मुकालमा मुकाशफा से नवाजा गया। यानी आप उसी समझते हैं नबी कि मिर्जा रसूल का- साहब अकेले नहीं नबी बनना था और कोई नहीं नबी बनना? आगे अल्लाह बेहतर जानता है, अल्लाह बेहतर नहीं फिलहाल जानता। जो नबी ना पाक ना ना सल्लल्लाहु ना अलैहि ना वसल्लम के बाद जो आया है ना। वो अकेले मिर्जा साहब अलैहिस्सलाम ही है। भाई मिर्जा साहब ने दरवाजा खोला है और ये पाबंद दरवाजा किया है। हमेशा से खुला है, सुन मिर्जा तो लें, साहब ने क्यों सुन- खोलना है भाईजान? सुन तो लेना, सुन तो लें। कुरान करीम की रोशनी में दरवाजा खुला हुआ है। हाँ, नबी खुला पाक है, सल्लल्लाहु खुला है। अलैहि वसल्लम के बाद अच्छा आया सुन तो अभी लेना। तक एक शख्स है, आप आगे सुन, कोई और अदनान साहब। मजीद आ सकते हैं या नहीं आ सकते, ये तो अल्लाह ताला जानता है ना बेहतर। अच्छा, आ सकते हैं या नहीं आ सकते, यही तो हम बात करने लगे हैं। क्या आप मानते हैं कि हर 100 साल पर मुजद्दद ने आना है, क़यामत तक ये सिलसिला जारी रहना है? ये मुख्तलिफ अहादीस को हम मिला के देखते हैं ना। एक हाँ। इसमें भी कि आखिरी जमाने में फिर खिलाफत मिनहाज नबुव्वत शुरू हो जाएगी, ठीक है। हाँ, तो मुजद्दीन का जो सिलसिला नबूवत था का हमारे सिलसिला बंद हो मुताबिक, जाएगा अगर खिलाफत अला मिनहाज वो नबूवत शुरू अगर हो जाएगी। मुजद्दीन वाला ही काम वो खलीफा अगर कर रहा होगा और वो तालीमात से नहीं हटा होगा तो फिर तो वही सिलसिला उसका मुतबादल होगा। जब तक आपकी खिलाफत है तब तक नबूवत बंद है। अल्लाह बेहतर जानता है। नहीं, अगर खिलाफत हक्का हो, यानी अगर सही पे रहो, जिस तरह से जब तक खलीफा राशिदीन थे उस टाइम तक किसी नबी की ऐसा जरूरत नहीं है कि राशिदीन तो हज़रत मोहम्मद सल्लल्लाहु अलैहि वसल्लम के थे, मज़ीद के खलीफों का काम वादा दिया हाँ, गया। तो मुजद्दिद की कोई उससे आयत जरूरत नहीं थी जब तक चार आयत इस्तखलाफ कोई है जिसमें उस टाइम मज़ीद के खलीफों मुजद्दिद का की वादा जरूरत नहीं दिया थी। गया। जैसे ही ऐसे एक मुसलमान गजल किया हुआ चलना है। शुरू हुए, किसने अदनान साहब, यही वो बातें हैं, यही वो बातें हैं। देखिए अगर तो कोई फायदा इन बातों से उठा सकता है तो उठाए, लोग उसकी तरफ रुजू कर लें। अगर वो सच्चा होगा तो लोग यकीनन उसकी तरफ जाएंगे। बिल्कुल, बिल्कुल। अगर अब कोई आपकी- लोग फायदा उठाकर अपना किज़्ब बयान नहीं कर रहे होंगे तो लोग उनकी तरफ रुजू नहीं अब करेंगे। आपकी बातें जो हमने बात सुनी है, हमेशा जो से आपकी जैसे बात- नबूवत का दरवाजा खुला हुआ था, बीच में गलत बात करने वाले जिल्ली नबी भी बरूजी आते रहे नबूवत का वजूद और ही सच्चे नहीं था। नबी भी आते रहे, भाई, ठीक है। जो मेरी सच्चे थे उनकी तरफ लोगों ने रुजू किया और लोग जिल्ली उसकी बरूजी तरफ नबूवत उनकी का एक कोई जमात वजूद कायम ही हो गई। नहीं था। इस नाम की कोई नबूवत वजूद ही नहीं रखती, ना आज ना आज से पहले। आपने एक नई आपकी नबूवत नजदीक घड़ी है। नहीं रखती। अगर इस बात में ये इतनी कमजोर बात होती तो लोग इस की तरफ रुजू ना करते, शुरू से इनकार कर देते। बड़े बड़े जिन्होंने इस तरफ में थे वो जमात अहमदिया में दाखिल ना होते, ठीक है। जितने लोग जमात अहमदिया में दाखिल हुए आज सर पकड़ कर बैठे हुए हैं ना, रो रहे हैं ना। ये आपकी नजदीक है भाई, हमें ऐसी ग्राउंड रियलिटी कोई नजर नहीं आती है। क्या reality है आपकी ये reality है? आप उसको मेरे लिए मिसाल बना के पेश कर रहे हैं, जो कभी मुल्लिद होता है तो कभी फलाना होता है। चलो उसको छोड़ दो, उसको छोड़ दो, एक मिनट के एमजी साहब ने भी कोई ऐसा, वो तो वही कह रहे हैं जो मिर्जा साहब ने कहा, मैं वही कहता हूँ, एक लिहाज से उम्मती एक लिहाज से नबी, तो बिल्कुल ठीक बात है। और उन्होंने तो वो कोई और भी लिखा हो हुआ है सकता कि है ना, मुझे 100 साल बाद और भी ये होना बात चाहिए कहता है कि मिर्जा साहब मेरी बात- नहीं थे, मेरी बात- वो गलत बात करता है, वो भी मेरी बात तो नहीं सुने। करता, उसको इल्म ही नहीं है मेरी तहरीरात का। वो अदनान बात साहब- बात का फायदा तो उठा सकता है लेकिन उसकी फहम नहीं इख्तियार कर। ठीक है, ठीक है, अब बात करने पे ना, मैं ये कह रहा हूँ कि ये तो वादा नबी अलैहिस्सलाम का है इस उम्मत के साथ कि हर सदी के सर पर मुजद्दद आएगा।
हर 100 साल बाद। अब मिर्जा साहब का दावा है मुजद्दिद होने का, अगले 100 साल बाद मिर्जा साहब लिखते हैं बकायदा कि क़यामत तक ये सिलसिला जारी रहेगा। अगले 100 साल बाद मुजद्दिद होना चाहिए कि नहीं होना चाहिए? और वही मुजद्दिद है जिसको मिर्जा साहब जिल्ली बरूज़ी नबी बनाए बैठे हैं। मिर्जा साहब ने अपना आप को खातमुल खुलफा भी, आप बात नहीं करने दे रहे मुझे पूरी बात नहीं अपने। मुजद्दिद को ही मिर्जा साहब ने जिल्ली बरूज़ी नबी कहा, और ये भी कहा कि मुजद्दिदीन का सिलसिला क़यामत तक जारी रहेगा, और ये भी कहा कि जिल्ली बरूज़ी नबूवत ये भी जारी है, ये नबूवत भी जारी है। यानी वही मुजद्दिदीन का ही सिलसिला है जो हर 100 साल बाद मुजद्दिद भी आएगा, वो नबी भी होगा जिल्ली बरूज़ी। तो अब मिर्जा साहब के बाद 100 साल गुजरने के बाद एक मुजद्दिद भी होना चाहिए और उसको जिल्ली बरूज़ी नबी भी होना चाहिए, तभी ये नबूवत का सिलसिला जारी है। वरना आप कह दें कि हमने नबूवत का सिलसिला हम भी बंद करके बैठे हुए हैं। मतलब अब एक तहरीर से कोई भी बात हतमी तौर पर नहीं समझ सकते, ठीक है। इसी तरह मुख्तलिफ मुकातबे फ़िक्र, मुख्तलिफ फ़िरके इस्लाम में खुले, क्योंकि कुरान की आयात के मुख्तलिफ मानी और मफ़हूम लोगों ने लिए। इसी तरह मिर्ज़ा साहब की तहरीरात हैं, उसके लोग मुख्तलिफ मानी और मफ़हूम समझते हैं और उसके मुताबिक अपने अकायद बनाते हैं, ठीक है। हमारे दरमियान लोहड़ी भी आया है, अब ये जंबा साहब आए हैं। अगर इनके दलाइल मजबूत होंगे तो लोग इनकी तरफ रुजू करेंगे। हमारे नज़दीक ये है कि खिलाफत मिर्जा नबी पाक सल्लल्लाहु अलैहि वसल्लम के बाद एक ही अभी तक जिसको नबूवत का लक़ब अल्लाह ताला ने दिया है, नबी और रसूल कहकर पुकारा है, और वो उम्मती की नबी की हैसियत है, वो मिर्जा साहब। आपके नजदीक उनके बाद खिलाफत का सिलसिला, जैसे नबी पाक सल्लल्लाहु अलैहि वसल्लम की इशारत है, जहाँ पे मुजद्दिदीन की हदीस है, ठीक है, वहाँ पर ये भी हदीस है कि आखिरी ज़माने में खिलाफत मिनहाजुन नबुव्वा का होगा। हम और मिर्जा साहब ने भी इसकी कुदरत सानिया से मिसाल दी है। जैसे नबी पाक सल्लम से के बाद हजरत अबू बकर आए थे, इसी तरह मिर्जा साहब ने कहा है। मिर्जा साहब की ये भी बात भी तो है ना कि उनके बाद, उनके जाने के बाद कुदरत सानिया का आगाज होगा, जो खिलाफत है। हाँ जी, हाँ जी, मिर्जा साहब की, कुदरत सानिया तो लागू करना मैं कोई नहीं अपनी तरह, हमारा तो इस बात से लेना देना ही कोई नहीं। ये अरे बस ठीक है, जो मैंने अपना कीता बताया है मैं तो वो समझता हूँ। आप अगर हाँ, तो वो जो बताया चौहान साहब इनकार करते हैं तो उनकी स्वाबदीद है ना। वही तो मैं चाहता हूँ कि आप इसको क्लियर कर दें अदनान मतलूब साहब कि मिर्जा साहब जब ये मानते हैं कि हर सदी के सर पर मुजद्दिद ने आना है, तो अब आप ये मानते हैं कि मिर्जा साहब के बाद क्योंकि खिलाफत का सिलसिला चल पड़ा है तो नबूवत बंद है आपके नजदीक भी। जब तक ये खिलाफत का सिलसिला जलता रहेगा तब तक नबूवत का सिलसिला बंद रहेगा, यही कहना चाहते हैं ना। और हर सदी के सर पर मुजद्दिद भी नहीं आएगा, जो नबी अलैहि सलाम ने फरमाया था हर सदी के सर पर मुजद्दिद आएगा। अब क्योंकि आपकी खिलाफत चल पड़ी है, जो मुजद्दिद का सिलसिला है वो भी बंद हो गया, माज़अल्लाह नबी पाक की खबर भी गलत हो गई है। अब अगली सदी पर मुजद्दिद भी कोई नहीं, जिल्ली बरूज़ी नबी भी कोई नहीं, क्योंकि आपकी खिलाफत चल पड़ी है, कुदरत सानिया चल पड़ी है। यही कहना चाह रहे हैं ना आप? यही आपका अकीदा, मैं कोई गलत इंटरप्रेट तो नहीं कर रहा? नहीं, मैंने तो नहीं ऐसी बातें की जिस तरह से आप बात करें। हतमी तौर पे तो मैंने कोई बात नहीं की है। हतमी तौर पे तो बात वही कर सकता है जिसको अल्लाह खबर देता है। यानी आप कहते हैं इंसानी बात इंसान कर सकता है। अगर खिलाफत हक्का चल रही है तो ऐसा वही मुजद्दिद है जो उस वक्त तो मुजद्दिदीन का खलीफा है, ठीक है। अगर सही अकीदा खलीफा मौजूद है तो खिलाफत चल पड़ी, जिल्ली नबूवत बंद, मुजद्दिदियत बंद, यही आप कह रहे हैं? हाँ, नहीं, वही मैं कह रहा हूँ, अगर सही अकीदा मुजद्दिद खलीफा मौजूद है तो वही मुजद्दिद है, वही तजदीद कर रहा है, वही इस्लाह कर रहा है लोगों की, ठीक है। किसी और मुजद्दिद ने ना तो कभी दावा किया, ना ही उसने अपने मानने को फर्ज करार दिया है कि नहीं, कि जारी है, फर्ज करार दिया बात है। हम तो उसी को मुजद्दिद मानते हैं जो वक्त का खलीफा उस वक्त मौजूद होता है। हाँ, तो वो जो सदी के सर पे आने वाला वो हो रही हो, हाँ, तो सदी के सर पे आने वाला बात है ना कि उसको मुजद्दिदीन वाली हदीस को इस तनाजुर में देखना पड़ेगा। तो तनाजुर कहाँ से आप लेते हैं? जो हजरत मोहम्मद सल्लल्लाहु अलैहि वसल्लम का इजरा होगा, हर सदी पे आएगा। हाँ, तो हमारा खलीफा आ गया, उस नबी तक होगा जब वो आखिरी जमाने का नबी आ जाएगा। उसके बाद खिलाफत मिनहाज नबुव्वा जो उस, और मिर्जा साहब ने कहाँ लिखा है ये? कहाँ मिर्जा साहब तो कह रहे हैं दायमी रूहानी खिलाफत है। हाँ, तो मिर्जा साहब ने कहा है ना दायमी रूहानी खिलाफत जो है उनके ही
बता और मिर्जा साहब कह रहे हैं दायमी रूहानी खिलाफत सिलसिला मुजद्दिदीन है, मैं 13वां खलीफा हूं, सानिया का ये उन्होंने क़यामत कहा तक है, जारी मेरे है। बाद कुदरत सानिया आप देखोगे। हाँ, तो वो कह रहे हैं मेरे बाद ये क़यामत तक जारी रहेगा। के बाद देखी ये हजरत मोहम्मद सल्लल्लाहु अलैहि वसल्लम की वफात के बाद देखी, इसी तरह मेरे खिलाफत बाद इस्लामिया देखोगे। मोहम्मदिया है, हाँ, ये क़यामत तक जारी है। आप कहते हैं नहीं हमारा खलीफा आ गया, अगर मिर्जा साहब ने अपनी अपने मानने को और अपनी तायद के बगैर मुजद्दिद होने से कोई मुजद्दिद नहीं आ सकता, इसीलिए उन्हीं की खिलाफत का इजरा सदी के सर पर बंद हो गया ना क्या सदी के सर पर आने वाला मुजद्दिद बंद, क्योंकि नबी आपका खलीफा आ गया। खुद का है ना भाईजान, खुद तो का कहाँ का है? फरमाया था, कहाँ का है? कहाँ का है? मिर्जा साहब ने मेरे बाद मुजद्दिदियत बंद है, खुद कहा है कि मैं मिर्जा खानदान की गद्दी चल पड़ेगी, दिखाएं कहाँ लिखा है? खुद अपने आप को कहा है ना खातमुल कहाँ लिखा है उन्होंने? मैं तो आपको बता रहा हूँ के जरिए से सिलसिला शुरू होगा, जो नया सिलसिला मुजद्दिदीन का जो नबी पाक सल्लम के बाद आया, मुजद्दिदीन का सिलसिला क़यामत तक जारी है। मिर्जा साहब ने ये जारी नहीं किया, हाँ, उसको ये तो हज़रत समझने की मोहम्मद बड़ी सल्लल्लाहु अलैहि वसल्लम ने जरूरत जारी होती किया। है, आयत इस्तिग़फ़ाफ़ के मुताबिक होती है, उसको समझने की जरूरत है, उसको आइसोलेशन में और समझने की जरूरत मिर्जा साहब से समझेंगे कि आपसे हाँ, तो समझेंगे? मिर्जा साहब से समझ के मिर्जा साहब ने कहा यार, बताए ना, मिर्जा साहब को हवाला समझा पेश ना। करें, हवाला पेश करें जब मिर्जा साहब ने कहा मेरे पास समझ के बता रहे हैं ना, जैसे नबी पाक सल्लल्लाहु के बाद कुदरत सानिया का कुदरत सानिया, और कुदरत सानिया में कहाँ लिखा है? इसी तरह मिर्जा साहब के बाद कुदरत सानिया आनी थी। कुदरत सानिया का कहाँ मिर्जा साहब के बाद पैदा हो गए, कुदरत सानिया से सारी मुराद चीजें है खराब थी और कोई भी उन पे ईमान लाने वाला बचे मिर्जा नहीं। खानदान की अगर गद्दी मिर्जा चल साहब के पड़ेगी। बाद कोई ईमान लाने वाला कहाँ था ही लिखा है नहीं, उन्होंने? तो फिर फायदा क्या? कुदरत सानिया आप कहते हैं, जाहिर सी बात कहाँ है, उन्होंने कहा जमात कि इससे बना के मुराद जाता है, मेरी खानदान जो भी का नबी आता है वो एक जमात बना के जाता है, मसीह की और खिलाफत वही तो कहीं जमात नहीं एक होता, वो खलीफा तो को कहते चूज हैं करती है आयत और वही इस्तिग़फ़ाफ़ लोगों में की हज़रत इस्लाह मोहम्मद करती सल्लल्लाहु अलैहि है। वसल्लम के खलीफों का वादा दिया है, और मैं भाई उसका ऐसे 13वां फूल खलीफा से हूं। बात है, अगर आपकी बातें ठीक होंगी तो लोग यकीनन आपकी तरफ जाएंगे, चलो। आपकी तरफ रुजू करेंगे। तो आपके ऊपर तो लोग लानत डाल रहे हैं फिर मिर्जाइयत हम पर। दोनों का दावा है कि लोग तो आपके ऊपर लानत डाल रहे माना हैं, है। आपके अपने घर वाले लानत डाल रहे हैं। मिर्जाई भाई खंजर कोई खान लानत आपने नहीं बनाया डाल हुआ रहा, है। कोई लानत कौन सी आपकी है? आपकी तो चीखना कोई नेकी की कोई बात है? गुफ्तगू करे। हर जगह आपने लौंडेबाजी की हुई है, कंजर खाना बनाया हुआ है, चांद साहब एक लफंगा खोता साला खलीफे के चढ़ के ऊपर औरतों से जना कर रहा है, ये आपने बनाया हुआ है। करने वाले आपने बिठाए होते हैं बात एक मिनट रुक जाओ नहीं रुक जाओ चौहान साहब रुक जाओ। ओ दौड़ लो आती जना ਇਹ ਲਫੰਗਾ ਖੋਤਾ ਸਾਲਾ ਦੜਾ ਦਿੰਦਾ ਜਿਸ ਵੇਲੇ ਸਾਲਾ ਖੋਤਾ ਇਹ ਲਫੰਗਾ ਖੋਤਾ ਸਾਲਾ ਤੁਹਾਨੂੰ ਪਤਾ ਤੁਹਾਡੀ ਗੱਲ ਸੁਣਨ ਲਈ ਤਿਆਰ ਹੀ ਨਹੀਂ, ਤੁਸੀਂ ਬੜੀ ਲੌਜੀਕਲ ਗੱਲ ਕਰ ਰਹੇ ਹੋ। ਹਾਂ कि अगर खिलाफत आ गई है इसका मतलब दिल्ली पैगंबरों का सिलसिला भी कोई नहीं, तो मुजद्दिदियत भी बंद। ਹਾਂ ए मुंह जो फुटदा नहीं। ਹਾਲਾਂਕਿ ਮੁਜੱਦਦ ਦਾ ਸਿਲਸਿਲਾ ਨਬੀ ਅਲੈਹਿਸ ਸਲਾਮ ਦੀ ਹਦੀਸ ਹੈ हाँ, ਕਿ ਹਰ बिल्कुल। ਸਦੀ ਦੇ ਸਿਰ ਤੇ ਮੁਜੱਦਦ ਆਏਗਾ। वो मिर्जा साहब ने तो जारी किया। ਨਬੀ ਪਾਕ ਦੀ ਗੱਲ ਨੂੰ ਝੁਟਲਾ ਦਿੱਤਾ ਹੈ ਆਪਣੀ ਇਸ ਦੁਕਾਨ ਵਾਤੇ ਜਿਹੜੀ ਖੋਲੀ ਹੈ। बिल्कुल ਇਹ ਸਿਰਫ ਗੱਲ ਕਰੋ ਲਫੰਗੇ ਖੋਤੇ ਸਾਲੇ ਨੂੰ ਤੁਸੀਂ ਵੀ ਦਫਾ ਕਰਿਆ ਕਰੋ। नहीं नहीं, वो तो खैर हुन वो बाज ही नहीं, वो हरकत तो आ ही नहीं सी उस पासे। मैं कहता हाँ। दफा हो मतलब जो तुसी कह रहे हो कि जी साडा खिलाफत जारी हो, खिलाफत ते पल्ले है की है ਤੁਹਾਡੀ ਖਿਲਾਫਤ? ਇਸ ਖਿਲਾਫਤ ਦੀ ਦੁਕਾਨ ਵਾਸਤੇ ਤੁਸੀਂ ਮਾਜ਼ ਅੱਲਾ ਨਬੀ ਅਲੈਹਿਸਸਲਾਤੁ ਵਸਲਾਮ ਦੀ ਗੱਲ ਨੂੰ ਗਲਤ ਕਹਿ ਰਹੇ ਹੋ ਕਿ ਹਾਂ। ਮੁਜੱਦਦ ਦਾ ਸਿਲਸਿਲਾ ਵੀ ਹੁਣ ਸਾਡਾ ਅਗਲੀ ਸਦੀ ਦਾ ਮੁਜੱਦਦ ਵੀ ਕੋਈ ਨਹੀਂ ਹੈ ਤੇ ਨਾ ਸਿਰਫ ਹਦੀਸੇ ਮੁਜੱਦਦੀਨ ਨੂੰ ਝੁਠਲਾ ਦਿੱਤਾ। ਤੁਸੀਂ ਨਬੀ ਪਾਕ ਦੀ ਨਹੀਂ ਗੱਲ ਨੂੰ ਝੁਟਲਾਇਆ, ਤੁਸੀਂ ਮਿਰਜ਼ਾ ਸਾਹਿਬ ਦੀ ਗੱਲ ਨੂੰ ਵੀ ਝੁਟਲਾਇਆ। ਮਿਰਜ਼ਾ ਸਾਹਿਬ ਨੇ ਲਿਖਿਆ ਹੈ ਕਿ ਮੁਜੱਦਦੀਨ ਦਾ ਸਿਲਸਿਲਾ ਕਿਆਮਤ ਤੱਕ ਜਾਰੀ ਰਹੇਗਾ। बिल्कुल ਦੱਸੋ ਫਿਰ ਤੁਸੀਂ ਮਿਰਜ਼ਾ ਸਾਹਿਬ ਨੂੰ ਝੂਠਾ ਕਹਿਤਾ ਹੈ। ਹਾਂ। ਵਕਤੋ ਇਹ ਆਰਾਮ ਨਾਲ ਤੁਸੀਂ ਉਹਨਾਂ ਨੂੰ ਲੌਜੀਕਲ ਗੱਲ ਕਰੋ ਨਾ। ਤੁਸੀਂ ਉਹ ਲਫੰਗਾ ਖੋਤਾ ਸਾਲਾ ਜੋ ਹੀ ਆਉਂਦਾ ਤੇ नहीं नहीं, वो लॉजिकल ਤੇ ਅਸੀਂ ਗੱਲ ਕਾਫੀ ਕਰਦੇ ਰਹੇ ਹਾਂ, ਉਹ ਮੰਨਣ ਲਈ ਤਿਆਰ ਨਹੀਂ ਸੀ। ਫਿਰ ਉਹਦੇ ਬਾਅਦ ਫਿਰ ਦੱਸਣਾ ਸੀ ਕਿ ਜਿਸ ਖਿਲਾਫਤ ਦਾ ਤੁਸੀਂ ਕਹਿ ਰਹੇ ਹੋ ਜਾਰੀ ਹੋ ਗਈ ਹੈ, ਇਹ ਮਿਨਹਾਜੇ ਨਬੂਵਤ, ਉਹ ਤੇ ਗੰਦ ਬਦਕਾਰੀਆਂ ਹੋ ਰਹੀਆਂ ਨੇ, ਜ਼ਨਾਕਾਰੀਆਂ ਹੋ ਰਹੀਆਂ ਉਹਦੇ। ਖਿਲਾਫਤ ਕੀ ਹੈ? ਚਲੋ ਜੋ ਵੀ ਹੈ ਉਹਨਾਂ ਦੀ ਨਜ਼ਰ 'ਚ, ਇਸ ਖਿਲਾਫਤ ਦੀ ਵਜ੍ਹਾ ਤੋਂ ਤੁਸੀਂ ਮਿਰਜ਼ਾ ਸਾਹਿਬ ਨੂੰ ਵੀ ਝੂਠਾ ਕਹਿ ਰਹੇ ਹੋ। ਹਾਂ। ਤੁਸੀਂ ਨਬੀ ਪਾਕ ਦੀ ਗੱਲ ਨੂੰ ਵੀ ਝੁਟਲਾ ਰਹੇ ਹੋ ਕਿ ਬਈ ਉਹ ਮੁਜੱਦਦ ਹੁਣ ਅਗਲੀ ਸਦੀ ਵਾਲਾ ਕੋਈ ਨਹੀਂ। ਤੁਸੀਂ ਕਿਹੜੇ ਰਸਤੇ ਤੇ ਜਾ ਰਹੇ ਹੋ? ਬਸ ਇੰਨਾ ਜਵਾਬ ਲਓ। ਇਹਦਾ ਉਹਦੇ ਕੋਲ ਜਵਾਬ ਕੋਈ ਨਹੀਂ ਸੀ ਨਾ। ਹਾਂ। ਦੇਖੋ ਹਰ ਵੇਲੇ ਤੁਹਾਨੂੰ ਇਹੀ ਕਹੀ ਜਿਹੜੇ ਬਸ ਖਿਲਾਫਤ ਜਾਰੀ ਖਿਲਾਫ, ਅਸੀਂ ਕਹਿ ਰਹੇ ਵੀ ਤੂੰ ਫਿਰ ਕਹਿ ਦੇ ਦਿੱਲੀ ਨਬੂਵਤ ਕੋਈ ਨਹੀਂ, ਉਹ ਬੰਦ ਹੈ, ਮੁਜੱਦਦੀਅਤ ਵੀ ਬੰਦ ਹੈ, ਉਹ ਵੀ ਹਦੀਸ ਮੁਜੱਦਦੀਨ ਖਤਮ ਹੋ ਗਈ। ਇਹ ਮੂੰਹ 'ਚ ਫੁੱਟਦਾ ਨਹੀਂ ਸੀ, ਕਹਿ ਉਹੀ ਰਿਹਾ ਉਹੀ ਗੱਲ। ਇਹ ਟਰੂ ਮੁਸਲਮ ਇਹ ਕੋਈ ਗੱਲ ਸੱਚੀ ਕਰ ਲੈਂਦਾ ਦੀਪ ਚੌਧਰੀ, ਇਹਦੇ ਨਾਲ ਗੱਲ ਕਰਕੇ ਵੇਖ ਲਓ। ਟਰੂ ਮੁਸਲਮ ਯਾਰ ਇਹਦੇ 'ਚ ਕੋਈ ਜ਼ਾਤੀ ਤੇ ਨਹੀਂ ਹੋਈ ਹੈ। ਮੈਂ ਸਾਰੀ ਬਰੋਡ ਨਹੀਂ ਸੁਣ ਸਕਿਆ। ਇੱਥੇ ਮਸਲਾ ਇਹ ਵੇ ਕਿ ਮਰਜ਼ਾਈ ਜਿਹੜੇ ਨੇ ਉਹ ਮਿਰਜ਼ਾ ਸਾਹਿਬ ਨੂੰ ਝੂਠਿਆਂ ਕਰਨ ਲੱਗੇ ਨੇ ਨਾ।
ਮਿਰਜ਼ਾ ਮਿਰਜ਼ਾ ਸਾਹਿਬ ਸਾਹਿਬ ਨੇ ਝੂਠੇ ਕਰਨ ਦੇ ਨੇ, ਉਹ ਕਿਸ ਤਰ੍ਹਾਂ ਉਹ ਤੇ ਮਿਰਜ਼ਾ ਸਾਹਿਬ ਸੱਚਾ ਮੰਨਦੇ ਨੇ, ਤਦੀ ਉਹਨਾਂ ਤੇ ਮੰਨ ਲੈਂਦੇ ਨੇ। ਮੈਂ ਤੁਹਾਨੂੰ ਸਬੂਤ ਦੇਣਾ ਨਾ। ਮਿਰਜ਼ਾ ਸਾਹਿਬ ਨੇ ਆਖਿਆ ਹੈ ਕਿ ਜਿਹੜਾ ਨਬੀ ਪਾਕ ਦੀ ਗੱਲ ਹੈ ਉਹ ਸਹੀ ਹੈ ਕਿ ਹਰ 100 ਸਾਲ ਬਾਅਦ ਇੱਕ ਮੁਜੱਦਦ ਆਏਗਾ। ਇਹ ਨਬੀ ਪਾਕ ਦੀ ਗੱਲ ਹੈ, ਲੇਕਿਨ ਮਿਰਜ਼ਾ ਸਾਹਿਬ ਨੇ ਉਹਦੀ ਤਸਦੀਕ ਕਰਤੀ। ਚਲੋ ਜੀ, ਹੁਣ ਇਹ ਕਹਿੰਦੇ ਨੇ ਅਗਲਾ 100 ਸਾਲ ਗੁਜ਼ਰ ਗਿਆ ਹੈ ਤੇ ਨਾ ਹੁਣ ਜਨਾਬ ਕੋਈ ਮੁਜੱਦਦ ਹੈ ਤੇ ਨਾ ਹੁਣ ਕੋਈ ਨਬੂਵਤ ਹੈ ਜ਼ਿੱਲੀ ਬਰੂਜ਼ੀ। ਮਿਰਜ਼ਾ ਸਾਹਿਬ ਨੇ ਅਸਲ ਚੋਂ ਜ਼ਿੱਲੀ ਬਰੂਜ਼ੀ ਨਬੂਵਤ ਜਿਹੜੀ ਉਹ ਮੁਜੱਦਦ ਨੂੰ ਹੀ ਆਖਿਆ ਹੈ। ਚਲੋ ਨਬੂਵਤ ਨੂੰ ਇੱਕ ਪਾਸੇ ਰਹਿਣ ਦਿਓ, ਇਹ ਮੁਜੱਦਦ ਤੋਂ ਫਾਰਗ ਹੋ ਕੇ ਰਹਿ ਗਏ ਨੇ। ਕਹਿੰਦੇ ਨੇ ਮੁਜੱਦਦ ਵੀ ਹੁਣ ਨਹੀਂ ਆਵਣਾ ਕਿਉਂਕਿ ਸਾਡੀ ਖਿਲਾਫਤ ਦੀ ਹੱਟੀ ਚੱਲ ਪਈ ਹੈ। ਜਦ ਤੱਕ ਖਲੀਫਾ ਮੌਜੂਦ ਹੈ ਨਾ ਕੋਈ ਮੁਜੱਦਦ ਤੇ ਨਾ ਜ਼ਿੱਲੀ ਬਰੂਜ਼ੀ ਨਬੂਵਤ। ਅੱਛਾ, ਮਿਰਜ਼ਾ ਸਾਹਿਬ ਦਾ ਮੌਕਫ ਸੀ ਕਿ ਹਰ 100 ਸਾਲ ਵਿੱਚ ਇੱਕ ਮੁਜੱਦਦ ਆਏਗਾ, ਕਿਆਮਤ ਤੱਕ ਉਹਨਾਂ ਦਾ ਸਿਲਸਿਲਾ ਜਾਰੀ ਰਹੇਗਾ। ਅੱਛਾ, ਤੇ ਮਿਰਜ਼ਾ ਸਾਹਿਬ ਨੇ ਕਿਹਾ ਕਿ ਨਬੀ ਪਾਕ ਨੇ ਫਰਮਾਇਆ ਸੀ। ਮਿਰਜ਼ਾ ਸਾਹਿਬ ਨੇ ਇਹ ਵੀ ਨਾਲ ਕਿਹਾ ਨਾ। ਇੱਕ ਮਿੰਟ ਦਾ ਆਰਡਰ ਰੱਖੋ। ਅੱਛਾ, बस क्या क्या जी? हाँ जी, ट्रू मुस्लिम साहब क्या क्या? ਫਰਮਾਇਆ ਕਿ ਨਬੀ ਪਾਕ, ਮਿਰਜ਼ਾ ਸਾਹਿਬ ਦਾ ਇਹ ਗੱਲ ਹੈ ਜਿਹੜੀ ਕਹੀ ਨੇ ਉਹਨਾਂ ਨੇ ਨਬੀ ਪਾਕ ਦੇ ਹਵਾਲੇ ਨਾਲ ਕਹੀ ਹੈ ਕਿ ਨਬੀ ਪਾਕ ਨੇ ਫਰਮਾਇਆ ਸੀ ਕਿ ਮੁਜੱਦਦ ਦੀ ਤੇ ਹਦੀਸ ਨਬੀ ਅਲੈਹਿਸ ਸਲਾਮ ਦੀ ਹੈ ਨਾ ਅਬੂ ਦਾਊਦ ਵਿੱਚ। ਠੀਕ ਹੈ, ਮੁਜੱਦਦ ਦੇ ਬਾਰੇ ਨਬੀ ਪਾਕ ਦੀ ਖਬਰ ਹੈ। ਮਿਰਜ਼ਾ ਸਾਹਿਬ ਨੇ ਸਿਰਫ ਉਸੇ ਗੱਲ ਨੂੰ ਇੰਡੋਰਸ ਕੀਤਾ ਹੈ ਕਿ ਕਿਆਮਤ ਤੱਕ ਇਹ ਸਿਲਸਿਲਾ ਮੁਜੱਦਦੀਨ ਦਾ ਜਾਰੀ ਰਹੇਗਾ। ਤੇ ਜਿਹੜਾ ਇਹਦੇ ਇਤਰਾਜ਼ ਕੀ ਹੈ? ਫਿਰ ਮਿਰਜ਼ਾ ਸਾਹਿਬ ਨੇ ਅਗਰ ਉਹ ਹਦੀਸ ਕੋਟ ਕਰਕੇ ਉਹਨੂੰ ਕਨਫਰਮ ਕਰ ਦਿੱਤਾ ਹੈ, ਇਹ ਇਹਨਾਂ ਨੂੰ ਪੁੱਛਨੇ ਹੋਣਾ ਵੀ ਇਹ ਅਗਲੀ ਸਦੀ ਦਾ ਮੁਜੱਦਦ ਕੋਈ ਹੈ, ਕੋਈ ਆ ਸਕਦਾ ਹੈ ਕਿ ਨਹੀਂ ਆ ਸਕਦਾ। ਇਹ ਕਹਿੰਦੇ ਨੇ ਜਬ ਨਬੀ ਪਾਕ ਨੇ ਇਰਸ਼ਾਦ ਫਰਮਾ ਦਿੱਤਾ ਕਿ ਹਰ ਸਾਲ ਵਿੱਚ ਇੱਕ ਮੁਜੱਦਦ ਆਏਗਾ, ਆਹੋ, ਫਿਰ ਉਹ ਮੁਜੱਦਦ ਨੂੰ ਲੱਭਣਾ, ਉਹਦੇ ਢੂੰਡਣਾ, ਉਹਦੇ ਵਿੱਚੋਂ ਅਲਾਮਤਾਂ ਦੇਖਣਾ, ਇਹ ਤੇ ਫਿਰ ਮੁਸਲਮਾਨਾਂ ਦਾ ਕੰਮ ਹੈ ਨਾ। ਕੌਣ ਨਹੀਂ, ਮਿਰਜ਼ਾ ਸਾਹਿਬ ਕੋ ਡੰਡਾ ਫੜ ਲਿਆ ਸੀ ਨਾ, ਉਹ ਕਹਿੰਦੇ ਸੀ ਮੁਜੱਦਦ ਦਾ ਨਾਮ ਮੰਨਣ ਵਾਲਾ ਫਾਸਿਕ ਹੈ। ਮੁਜੱਦਦ ਨੂੰ ਢੂੰਡਣਾ ਜ਼ਰੂਰੀ ਹੋ ਗਿਆ, ਅੱਗੇ ਤੇ ਨਹੀਂ ਸੀ ਜ਼ਰੂਰੀ। ਸਾਡੇ ਵਾਸਤੇ ਤਾਂ ਕੋਈ ਜ਼ਰੂਰੀ ਨਹੀਂ ਹੈ, ਇਹਨਾਂ ਵਾਸਤੇ ਮਸਲਾ ਖੜਾ ਹੋ ਗਿਆ ਕਿਉਂਕਿ ਮੁਜੱਦਦ ਨੂੰ ਨਾ ਮੰਨਣਗੇ ਤੇ ਇਹਨਾਂ ਵਾਸਤੇ ਮਸਲਾ ਖੜਾ ਹੋ ਜਾਏਗਾ ਨਾ। ਇਹ ਮਸਲਾ ਨਹੀਂ, ਅਗਰ ਮੁਜੱਦਦ ਦਾ ਮਤਲਬ ਇੱਕ ਸਦੀ ਚ ਆਏਗਾ, ਅਗਰ ਉਹਦੇ ਕੋਈ ਨਹੀਂ ਢੂੰਡਿਆ ਉਹਦੇ ਤੇ ਉਹਨੂੰ ਤੁਸੀਂ ਨਹੀਂ ਪਛਾਣਿਆ ਤੇ ਇਹਦੇ ਚ ਕੋਈ ਨੁਕਸਾਨ ਵਾਲੀ ਗੱਲ ਵੀ ਤੇ ਕੋਈ ਨਹੀਂ ਨਾ। ਆਰਾਮ ਦੀ ਮੌਤ ਮਰ ਜਾਏਗਾ। ਇਹ ਕਿਹਦਾ ਮੌਕਫ ਹੈ ਕਿ ਆਰਾਮ ਦੀ ਮੌਤ ਮਰ ਜਾਏਗਾ? ਇਹ ਚੌਹਾਨ ਸਾਹਿਬ ਦਾ ਤੇ ਮਿਰਜ਼ਾ ਸਾਹਿਬ ਦਾ। ਉਹ ਮਤਲਬ ਤੁਹਾਨੂੰ ਮੁਜੱਦਦ ਹਰ ਬੰਦਾ ਖੜਾ ਹੋ ਕੇ ਕਹੇ ਮੈਂ ਮੁਜੱਦਦ ਹਾਂ, ਤੁਸੀਂ ਕਿਸ ਤਰ੍ਹਾਂ ਪਛਾਣੋਗੇ ਕਿ ਰੀਅਲ ਹੈ ਤੇ ਬਾਕੀ ਫੇਕ ਨੇ? ਇਹਦੀ ਤਫਸੀਲ ਹੁਣ ਤੁਸੀਂ ਚੌਹਾਨ ਸਾਹਿਬ ਕੋ ਪੁੱਛ ਲਓ, ਲੇਕਿਨ ਉਹ ਕਹਿੰਦੇ ਨੇ ਕਿ ਮੁਜੱਦਦ ਦਾ ਮੰਨਣਾ ਤੇ ਉਹ ਹੋਏਗਾ ਨਾ, ਮਤਲਬ ਜਿਹਦਾ ਜ਼ਿਆਦਾ ਤੋਂ ਜ਼ਿਆਦਾ ਉਹਦਾ ਜਿਹੜਾ ਤਰੀਕਾ ਕਾਰ ਹੈ ਉੱਠਣਾ ਬਹਿਣਾ, ਜ਼ਿੰਦਗੀ ਗੁਜ਼ਾਰਨ ਦਾ ਤਰੀਕਾ ਸੁਨਨਤ ਦੇ ਮੁਤਾਬਕ ਹੋਏਗਾ, ਉਹਦਾ ਹੁਲੀਆ ਸੁਨਨਤ ਦੇ ਮੁਤਾਬਕ ਹੋਏਗਾ, ਅਗਲਿਆਂ ਦਾ ਸੁਨਨਤ ਦੇ ਮੁਤਾਬਕ ਸੀ, ਨਮਾਜ਼ ਨਬੀ ਦੇ ਤਰੀਕੇ ਦੇ ਮੁਤਾਬਕ ਪੜੇਗਾ। ਅਗਲਿਆਂ ਦੇ ਮੈਂ ਕਿਹਾ ਤਰੀਕੇ ਨਬੀ ਦੇ ਮੁਤਾਬਕ ਆਏ ਨਹੀਂ, ਉਹ ਤਾਂ ਨਬੀ ਦੇ ਮੁਤਾਬਕ ਨਹੀਂ ਆਏ, ਲੇਕਿਨ ਕੁਝ ਬੇਵਕੂਫ ਲੋਕ ਫਿਰ ਮੰਨ ਲੈਣੇ ਨੇ। ਹਾਂ, ਤੇ ਬਸ ਜੀ ਜਿਹੜਾ ਆਮਦਾ ਹੈ ਤੁਸੀਂ ਤੁਹਾਡਾ ਕੰਮ ਹੀ ਮੰਨ ਲੈਣਾ। ਜਿਹੜਾ ਆ ਕੇ ਦਾਵਾ ਕਰਦਾ ਨਾ ਅਸੀਂ ਮੰਨ ਲਿਆ ਉਹਨੂੰ ਭਾਵੇਂ ਅਸਤੰਜੇ ਦੇ ਪਤਾ ਵੀ ਨਾ ਹੋਏ ਮਸਲੇ ਮਸਾਇਲ ਦਾ। ਆਹੋ, ਬਸ ਯਾਰ ਚੈੱਕ ਕਰੋ ਤੁਸੀਂ ਆਪਣੇ ਬੰਦੇ ਦੀ, ਉਹ ਫੜ ਕੇ ਨੋਟੀਫਿਕੇਸ਼ਨ ਖਲਾਇਆ ਮੈਨੂੰ ਕੈਮਰੇ ਦਾ। ਹੈ ਮੇਰਾ ਫਟਾਫਟ ਕੈਮਰਾ ਆਨ ਹੋਈਏ ਤੇ ਮੈਨੂੰ ਕਿੰਨੇ ਆਪਣੇ ਹੋਸਟ ਦੀ ਸਿਆਸਤ ਚੈੱਕ ਕਰੋ ਤੁਸੀਂ। ਨਹੀਂ ਮੈਂ ਮਾਈਕ ਦਾ ਕੀਤਾ ਵੇ ਆਪਸ਼ਨ ਤੇ ਉਧਰ ਟੁਰ ਗਿਆ, ਨਾਲ ਹੀ ਬਟਨ ਹੁੰਦਾ ਨਾ, ਉਹ ਨਾ ਕੋ ਕੈਮਰਾ ਆਨ ਕਰ, ਮੈਂ ਕਿਹਾ ਪਤਾ ਕੈਮਰਾ ਆਨ ਕਰੋ, ਮੈਂ ਟਰਨ ਆਨ ਕੀਤਾ ਯਕਦਮ ਕੈਮਰਾ ਆਨ ਹੋ ਗਿਆ। ਅੱਛਾ, ਮਤਲਬ ਪਿਛਲੀ 20ਵੀਂ ਸਦੀ ਦਾ ਮੁਜੱਦਦ ਕੌਣ ਸੀ ਤੁਹਾਡੇ ਖਿਆਲ ਵਿੱਚ? ਫਿਰ 21ਵੀਂ ਦੇ ਚਲੋ ਹੋ ਸਕਦਾ ਆ ਜਾਏ 70-75 ਸਾਲ ਵਿੱਚ ਕਿਧਰੇ ਨਾ ਕਿਧਰੇ, ਤੇ 20ਵੀਂ ਸਦੀ ਦੇ ਮੁਜੱਦਦ ਸਾਹਿਬ ਕੌਣ ਸਨ? ਅੱਛਾ, ਕੀ ਆਖਿਆ ਟਰੂ ਮੁਸਲਿਮ ਸਾਹਿਬ? ਮੈਂ ਕਿਹਾ 20ਵੀਂ ਸਦੀ ਜਿਹੜੀ ਗੁਜ਼ਰ ਗਈ ਹੈ ਇਹਦੇ ਮੁਜੱਦਦ ਕੌਣ ਸਨ? ਉਹ 20ਵੀਂ ਸਦੀ ਨਹੀਂ, ਉਹ ਸਦੀ ਹਿਜਰੀ ਦੀ ਗੱਲ ਕਰ ਰਹੇ ਹਾਂ ਚਾਚਾ ਜੀ। ਅੱਛਾ, ਇਹ ਮੁਸਲਮਾਨਾਂ ਦੀ ਜਿਹੜੀ ਸਦੀ ਹਿਜਰੀ ਉਹ 14ਵੀਂ ਤੇ ਹੁਣ 15ਵੀਂ ਸਦੀ ਚੱਲਦੀ ਪਈ ਹੈ। ਅੱਛਾ, 14ਵੀਂ ਹਿਜਰੀ ਦੇ ਕੌਣ ਸਨ? 14ਵੀਂ ਦੇ ਆਂਦੇ ਨੇ ਮਿਰਜ਼ਾ ਸਾਹਿਬ ਸਨ। ਓਏ ਉਹ ਨਹੀਂ ਆਂਦੇ ਅਮਰ ਸਾਹਿਬ, ਤੁਸੀਂ ਕੀ ਆਂਦੇ ਹੋ? ਨਹੀਂ, ਸਾਡੇ ਜਿਹੜੇ ਸਾਡੇ ਵਾਸਤੇ ਤਾਂ ਮਸਲਾ ਹੀ ਕੋਈ ਨਹੀਂ ਸੀ। ਇਹਨੇ ਜਿਹੜਾ ਹੈ ਸੀ ਠੀਕ ਹੈ, ਰੱਬ ਜਾਣੇ ਜੋ ਜਾਣੇ, ਸਾਨੂੰ ਤੇ ਅੱਲਾਹ ਦੇ ਨਬੀ ਨੇ ਇਹ ਨਹੀਂ ਆਖਿਆ ਨਾ ਕਿ ਜਿਹੜਾ ਮੁਜੱਦਦ ਨੂੰ ਨਾਮ ਮੁਸਲਮਾਨ ਜਿਹੜੇ ਪੇਸ਼ਨ ਹੋਈ ਫਿਰ ਕਿਸ ਤਰ੍ਹਾਂ ਅੱਲਾਹ ਦੇ ਨਬੀ ਦੀ ਪੇਸ਼ਨ ਹੋਈ ਫਿਰ ਕਿਸ ਤਰ੍ਹਾਂ ਪੂਰੀ ਹੋਏਗੀ ਜੇ ਪਤਾ ਹੀ ਨਹੀਂ ਚੱਲੇਗਾ? ਅੱਲਾਹ ਦੇ ਨਬੀ ਦੀ ਸਿਰਫ ਪੇਸ਼ਗੋਈ ਮੁਜੱਦਦ ਦੇ ਆਮਣ ਦੀ ਹੈ, ਇਹ ਨਹੀਂ ਲਿਖਿਆ ਕਿ ਮੁਜੱਦਦ ਨੂੰ ਮੰਨਣਾ ਜ਼ਰੂਰੀ ਹੈ। ਕਿਹੜੇ ਨੇ ਲਿਖਿਆ? ਉਹਨੇ ਨਹੀਂ ਮੰਨਣ ਦੀ ਤਾਂ ਗੱਲ ਹੀ ਨਹੀਂ ਹੋ ਰਹੀ, ਲੇਕਿਨ ਸਾਨੂੰ ਕਿੱਦਾਂ ਪਤਾ ਚੱਲੇਗਾ ਕਿ ਉਹ ਪੂਰੀ ਹੋਈ ਹੈ ਕਿ ਨਹੀਂ ਪੂਰੀ ਹੋਈ?
ਸਾਡਾ ਤਾਂ ਈਮਾਨ ਬਿਲ ਗੈਬ ਹੈ ਜਦ ਸਾਡੇ ਸਾਹਮਣੇ ਕਿਆਮਤ ਹਰ ਸ਼ੈ ਇਮਾਨ ਬਿਲ ਗੈਬ ਦੀ ਹੈ, ਸੁਣ ਲਓ ਨਾ। ਪੂਰੀ ਹੋਏ ਨਾ ਹੋਏ ਇਮਾਨ ਬਿਲ ਗੈਬ ਦੀ। ਹਾਂ ਸਾਡੇ ਸਾਹਮਣੇ ਕਿਆਮਤ ਨਾ ਵੀ ਆਏ, ਸਾਡਾ ਈਮਾਨ ਹੈ ਕਿਆਮਤ ਆਏਗੀ। ਨਹੀਂ ਉਹ ਫਿਰ ਠੀਕ ਹੈ, ਇਮਾਨ ਅੱਛਾ ਹੈ, ਐਂਦਾ ਇਮਾਨ ਹੋਣਾ ਚਾਹੀਦਾ ਵੈਸੇ ਹਰ ਇੱਕ ਬੰਦੇ ਤੁਹਾਨੂੰ ਦਾ। ਨਹੀਂ ਪਸੰਦ, ਤੁਸੀਂ ਆਪਣੀਆਂ ਅੱਖਾਂ ਨਾਲ ਵੇਖ ਕੇ ਕਿਆਮਤ ਮੰਨਿਆ ਜੇ। ਨਹੀਂ ਫਿਰ ਸਾਡੇ ਕੋਲ ਇਹੋ ਜਿਹੇ ਸਵਾਲ ਕਿਉਂ ਕਰਦੇ ਹੋ? ਫਿਰ ਸਾਡੇ ਕੋਲ ਸਾਡਾ ਵੀ ਇਮਾਨ ਬਿਲ ਗੈਬ ਹੀ ਹੈ। ਯਾਰ ਇੱਕ ਮਿੰਟ ਮੈਂ ਸਵਾਲ ਕਿਉਂ ਕਰਦੇ ਹੋ? ਇੱਕ ਮਿੰਟ ਤੁਸੀਂ ਗੱਲ ਇਹ ਕਰੋ। ਬੁਖਾਰੀ ਦੇ ਵਿੱਚ ਇਹ ਵਾਲੀ ਰਵਾਇਤ ਕੱਢ ਕੇ ਵਿਖਾਓ ਤੇ ਬੁਖਾਰੀ ਦੇ ਵਿੱਚ ਇਹ ਵਾਲੀ ਹਦੀਸ ਕੱਢ ਕੇ ਵਿਖਾਓ। ਅੱਛਾ ਸਾਡੇ ਜਿਹੜੇ ਕੋਲ ਮੁਜੱਦਦ ਅਗਰ ਆ ਵੀ ਜਾਣ ਤੇ ਤੁਸੀਂ ਉਹਨਾਂ ਦਾ ਈਮਾਨ ਨਹੀਂ ਲਿਆ ਤੇ ਕੋਈ ਇਹਦੇ 'ਚ ਤੁਹਾਡੇ ਈਮਾਨ ਨੂੰ ਕੋਈ ਖਤਰਾ ਨਹੀਂ ਹੈ। ਉਹ ਸਰ ਈਮਾਨ ਦੀ ਗੱਲ ਹੀ ਨਹੀਂ ਤੁਰਚ ਮੁਸਲਮ ਸਾਹਿਬ। ਅਸਲ ਗੱਲ ਇਹ ਵੇ ਕਿ ਇੱਕ ਪੇਸ਼ਨ ਗੋਈ ਹੈ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਵੱਲੋਂ। ਉਹ ਪੇਸ਼ਨ ਕੋਈ ਪੂਰੀ ਕਿਸ ਤਰ੍ਹਾਂ ਹੋਣੀ ਹੈ? ਜਾਂ ਤੇ ਪੇਸ਼ਨ ਕੋਈ ਪੂਰੀ ਹੋਣੀ ਹੈ ਤੇ ਜਾਂ ਉਹ ਪੇਸ਼ਨ ਕੋਈ ਪੂਰੀ ਨਹੀਂ ਹੋਣੀ। ਹੁਣ ਈਮਾਨ ਬਿਲ ਗੈਬ ਦਾ ਵਿੱਚ ਇਹ ਉਹਨਾਂ ਨੇ ਇੱਕ ਲਾ ਦਿੱਤਾ, ਮੈਂ ਸਮਝਣਾ ਪੈਂਚਰੀ ਕਿ ਉਹਨਾਂ ਨੇ ਨਹੀਂ ਬਸ ਆਉਣਾ ਹੈ, ਸਾਨੂੰ ਨਹੀਂ ਪਤਾ ਆਇਆ ਨਹੀਂ ਆਇਆ, ਸਾਡਾ ਈਮਾਨ ਬਿਲ ਗੈਬ ਹੈ, ਸਾਡੀ ਨਜ਼ਰ ਚ ਪੇਸ਼ਨ ਕੋਈ ਲੇਕਿਨ ਉਹ ਕਿਸ ਤਰ੍ਹਾਂ ਵੇ ਕਿ ਉਹ ਨਬੀ ਪਾਕ ਦੀ ਪੇਸ਼ਨ ਗੋਈ ਕੀਤੀ ਹੈ ਜਾਂ ਕੋਈ ਅਸੀਂ ਉਹਨਾਂ ਦੀ ਪੇਸ਼ਨ ਗੋਈ ਤੇ ਈਮਾਨ ਰੱਖਦੇ ਹਾਂ ਕਿ ਨਬੀ ਪਾਕ ਨੇ ਫਰਮਾਇਆ ਤੇ ਅੰਡਰਸਟੂਡ ਆਏਗਾ ਮੁਜੱਦਦ। ਲੇਕਿਨ ਉਹ ਮੁਜੱਦਦ ਕੌਣ ਨੇ, ਕਿਹੜੇ ਸਾਲ ਵਿੱਚ ਆਏ ਨੇ, ਇਹ ਕੋਈ ਪਤਾ ਨਹੀਂ। ਹੁਣ ਬਸ ਈਮਾਨ ਹੈ ਸਾਡਾ ਕਿ ਨਬੀ ਪਾਕ ਦੀ ਗੱਲ ਦਰੁਸਤ ਹੈ ਕਿ ਨਹੀਂ, ਇਹ ਵੀ ਨਹੀਂ ਪਤਾ। ਮੁਜੱਦਦ ਦੀ ਮਾਨੀ ਤੇ ਦੱਸ ਵੈਸੇ ਬਸਰਾ, ਮੁਜੱਦਦ ਹੁੰਦਾ ਕੀ, ਉਹਦੇ ਮਾਨੀ ਕੀ ਨੇ? ਜੀ अस्सलाम वालेकुम। ਉਹਨੂੰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਮਾਨੀ ਨਹੀਂ ਦੱਸਿਆ, ਉਹਨੂੰ ਦੱਸਿਆ ਮੁਜੱਦਦ ਹੋਣਾ ਬਸ। ਹੁੰਦਾ ਕੀ ਹੈ ਮੁਜੱਦਦ? ਬਸ ਪਤਾ ਨਹੀਂ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਨਹੀਂ ਦੱਸਿਆ। ਇਸਤਲਾਹੀ ਤੌਰ ਤੇ ਕਿਵੇਂ ਯੂਜ਼ ਹੁੰਦਾ? ਨਹੀਂ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਇਸਤਲਾਹ ਦੱਸੀ ਨਹੀਂ ਨਾ ਹੈ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਦੱਸਿਆ ਮੁਜੱਦਦ ਨੇ ਹੋਣਾ, ਮੁਜੱਦਦ ਨੂੰ ਮੰਨ ਲੈਣਾ ਬਸ, ਗੱਲ ਮੁੱਕ ਗਈ। ਅੱਛਾ, ਈਮਾਨ ਬਿਲ ਗੈਬ ਇਹਨੂੰ ਆਂਦੇ ਨੇ। ਅੱਛਾ ਮੁਜੱਦਦ ਦਾ ਮਤਲਬ ਦੇਖੋ ਤਜਦੀਦ ਤੂੰ ਆਬਦ ਸਾਹਿਬ ਬਸ ਕਰ ਦਿਓ, ਤੁਹਾਡੇ ਕੋਲ ਪੁੱਛਿਆ ਜਦੋਂ ਮੈਂ 112 ਨਾਲ ਗੱਲ ਕਰ ਰਿਹਾ ਨਾ, ਮੈਂ 112 ਨਾਲ 112 ਸਾਹਿਬ। ਮੁਜੱਦਦ ਦਾ ਮਤਲਬ ਇਹ ਨਹੀਂ ਹੋ ਸਕਦਾ ਮੇਰਾ ਖਿਆਲ ਹੈ ਕਿ ਉਹ ਸ਼ਖਸ ਜਿਹੜਾ ਆਏ ਇੱਕ ਚੀਜ਼ ਖਰਾਬ ਹੋ ਗਈ ਹੋਏ ਤੇ ਉਹਨੂੰ ਆ ਕੇ ਠੀਕ ਕਰਕੇ ਉਹਨੂੰ ਅਸਲ ਹਾਲਤ 'ਚ ਲਟਾ ਦੇ। ਅਸਲ ਮਸਲਾ ਇਹ ਨਹੀਂ ਨਾ ਹੈ, ਅਸਲ ਮਸਲਾ ਮੁਜੱਦਦ ਦੇ ਆਉਣ ਦਾ। ਸਾਨੂੰ ਇਹ ਵੇਖਣਾ ਹੈ ਕਿ ਮੁਜੱਦਦ ਵਾਲੀ ਪੇਸ਼ਨਗੋਈ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਪੂਰੀ ਹੋਈ ਹੈ ਜਾਂ ਨਹੀਂ ਹੋਈ। ਅਸਲ ਇਹ ਵੇ ਕਿ ਜਿਹੜਾ ਨਹੀਂ ਮੰਨੇਗਾ ਉਹ ਪੱਕਾ ਕਾਫਰ ਹੋ ਜਾਏਗਾ ਤੇ ਫਾਸਕ ਹੋ ਜਾਏਗਾ। ਹਾਂ, ਇਹ ਵੀ ਉਸ ਤੋਂ ਬਾਅਦ ਵਾਲਾ ਹਿੱਸਾ ਹੈ ਨਾ। ਪਹਿਲਾ ਹਿੱਸਾ ਇਹ ਹੈ ਕਿ ਕਿਆ ਕੋਈ ਆਇਆ ਜਾਂ ਨਹੀਂ ਆਇਆ। ਮੁਜੱਦਦ ਸਾਹਿਬ ਨੂੰ ਨਬੀ ਨਹੀਂ ਮੰਨਦਾ ਤੂੰ? ਹਾਂ ਮੁਜੱਦਦ ਯਾਰ ਮੇਰੀ ਗੱਲ ਸੁਣੋ, ਇਹ ਵੇਖੋ ਨਾ ਮੁਜੱਦਦ ਦੀ ਗੱਲ ਹੋ ਰਹੀ ਹੈ। ਅਗਰ ਤੁਸੀਂ ਨਬੂਵਤ ਵਾਲੇ ਪਾਸੇ ਜਾਣਾ ਤਾਂ ਕੋਈ ਮਸਲਾ ਨਹੀਂ, ਨਬੂਵਤ ਵਾਲੇ ਪਾਸੇ ਤੋਂ ਮੁਜੱਦਦ ਵਾਲੀ ਗੱਲ ਨੂੰ ਇੱਥੇ ਛੱਡ ਦਿਓ। ਸਾਹਿਬ ਦਾ ਕਲੀਅਰ ਕਰ, ਜਿਵੇਂ ਜਿਸ ਚੌਹਾਨ ਸਾਹਿਬ ਨੇ ਕਲੀਅਰ ਕੀਤਾ ਆਪਣੇ ਆਪ ਨੂੰ। ਕਿਉਂ ਚੌਹਾਨ ਸਾਹਿਬ ਇੱਕ ਮਿੰਟ ਮਾਈਕ ਖੋਲਿਓ ਜ਼ਰਾ, ਉਹਨਾਂ ਦੀ ਕਲੀਅਰਿਟੀ ਹੈ। ਉਹ ਕਲੀਅਰ ਨਹੀਂ, ਮੈਂ ਵੀ ਕਲੀਅਰ ਹੀ ਹਾਂ। अस्सलाम वालेकुम। ਵਾਲੇकुम ਸਲਾਮ। ਉਹ ਜਨਾਬ ਗੱਲ ਇਹ ਹੈ ਪਿਆਰੇ ਦੋਸਤੋ ਕਿ ਪਹਿਲੇ ਤੇ ਨਬੂਵਤ ਦਾ ਦਾਵਾ ਸੀ, ਇਮਾਮਤ ਦਾ ਦਾਵਾ ਸੀ, ਹਜ਼ਰਤ ਈਸਾ ਦਾ ਦਾਵਾ ਸੀ, ਤੇ ਇਤਨੀ ਕਿਉਂ ਮਿਰਜ਼ਾ ਸਾਹਿਬ ਗਿਰਾ ਰਹੇ ਹੋ ਕਿ ਮੁਜੱਦਦ ਤੇ ਲੈ ਆਏ ਹੋ? ਹਾਂਜੀ, ਉਹਨਾਂ ਦਾ ਤੁਸੀਂ ਰੁਤਬਾ ਬਹੁਤ ਘੱਟ ਕਰ ਦਿੱਤਾ ਹੈ। ਉਹਨਾਂ ਨਬੂਵਤ ਔਰ ਰਸਾਲਤ ਤੇ ਰਹਿਣ ਦਿਓ ਮਿਰਜ਼ਾ ਸਾਹਿਬ। नहीं यार, वो ना तो दिल जो अपन कभी कभी लगता है कि अपन ही भगवान है, वो साहब है ते वो फिर उन्होंने जो दिल करता है जिस नोयत बनती है ना उस नोयत ते टाल देंगे मिर्जा साहब ਨੂੰ ਇਹਨਾਂ ਦਾ। और मिर्जा साहब ने अपने आप ਨੂੰ ਆਪ ਹੀ ਢਾਲਿਆ। ਉਹਨਾਂ ਦੀ ਤੁਸੀਂ ਪੜ੍ਹ ਲਓ ਮਿਰਜ਼ਾ ਸਾਹਿਬ ਦੀ ਹਾਲਾਤ, ਜ਼ਿੰਦਗੀ ਕਿਸ ਤਰ੍ਹਾਂ ਗੁਜ਼ਾਰੀ ਹੈ, ਉਹਨਾਂ ਤੇ ਤੁਸੀਂ ਪੜ੍ਹ ਲਓਗੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਇੱਕ ਉਹ ਇਸ ਮਿਆਰ ਤੇ ਆਉਂਦੇ ਹੈ, ਮੁਜੱਦਦ ਦੇ ਮਿਆਰ ਤੇ ਆਉਂਦੇ ਹੈ। ਮੇਰੇ ਖਿਆਲ ਵਿੱਚ ਉਹ ਇੱਕ ਨਸਵਾਰ ਕੁੱਟਣ ਵਾਲੇ ਮਿਆਰ ਤੇ ਵੀ ਨਹੀਂ ਆਉਂਦਾ ਬੰਦਾ ਹੈ ਜੀ। ਵੇਖੋ ਜੀ, ਕਸਮ ਪੁਰਸੀ ਦੀ ਜ਼ਿੰਦਗੀ ਗੁਜ਼ਾਰੀ ਹੈ, ਬੜੀ ਮੁਫਲਿਸ। ਨਹੀਂ ਸੁਣੋ ਇਹ ਯੂਜ਼ਰ ਸਾਹਿਬ ਇਹ ਜਿਹੜਾ ਮਿਆਰ ਤੁਸੀਂ ਕੱਢਿਆ ਹੈ ਇਹ ਕਿੱਥੋਂ ਲਿਆ ਤੁਸੀਂ ਮਿਆਰ? ਇਹ ਅਸੀਂ ਪਿਛਲੇ 1,24,000 ਪੈਗੰਬਰਾਂ ਦੀ ਮਿਆਰ ਵੇਖਣਾ, ਉਹਨਾਂ ਦੀ ਜ਼ਿੰਦਗੀ ਦੇ ਨਾਲ ਇਹਨਾਂ ਯਾਰ ਇੱਕ ਖੁਦਾ ਦਾ ਖੌਫ ਕਰਿਆ ਕਰੋ। ਤੁਸੀਂ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦਾ ਜਦੋਂ ਜ਼ਿਕਰ ਆਵੇ ਤੇ ਤੁਸੀਂ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨਾ ਮਿਰਜ਼ੇ ਨਾਲ ਮਿਲਾਇਆ ਕਰੋ। ਇਹ ਵਜੀਆਂ ਚੀਜ਼ਾਂ ਕਿਉਂ ਨਾ ਮਿਲਾਈਏ ਕਰੀ। ਉਹ ਇੱਕ ਝੂਠਾ ਔਰ ਫਰਾਡੀ ਆਦਮੀ ਸੀ, ਇਹ ਵੇਖੋ, ਔਰ ਗਲਤ ਆਦਮੀ ਸੀ, ਔਰ ਇਨਸਾਨਾਂ ਤੁਹਾਡੇ ਵਾਸਤੇ ਦੋਜ਼ਖ ਤਿਆਰ ਕਰਕੇ ਚਲਾ ਗਿਆ। ਨਬੀਆਂ ਵਰਗੇ ਹੀ ਸਨ, ਉਹ ਪਹਿਲੇ ਨਬੀਆਂ ਵਰਗੇ ਹੀ ਸਨ। 1 ਮਿੰਟ ਜੀ ਸਾਹਿਬ, ਇੱਥੇ ਕੁਝ ਬੰਦੇ ਬੈਠੇ ਨੇ ਜਿਹੜੇ ਮਿਰਜ਼ਾ ਸਾਹਿਬ ਨੂੰ ਮੰਨਣ ਵਾਲੇ ਨੇ, ਤੁਸੀਂ ਉਹਨਾਂ ਦਾ ਨਾਮ ਲੈਣੇ ਵਕਤ ਕਮ ਸੇ ਕਮ ਉਹਨਾਂ ਦੇ ਜਜ਼ਬਾਤ ਜਾਂ ਅਹਿਸਾਸਾਤ ਦਾ ਖਿਆਲ ਰੱਖੋ ਪਲੀਜ਼। ਅੱਛਾ ਜੀ, ਉਹ ਮੈਂ ਥੋੜਾ ਬਿਜ਼ੀ ਹੋ ਗਿਆ ਸੀ। 1122 ਸਾਹਿਬ, ਮੈਂ ਤਾਂ ਕਹਿੰਦਾ ਸੀ ਕਿ ਤੁਹਾਡੇ ਜਿਹੜੇ ਬੰਦੇ ਨੇ ਨਾ, ਕੀ ਨਾਮ ਉਹਨਾਂ ਦਾ, ਦਨਾਨ ਮਤਲੂਬ ਸਾਹਿਬ, ਉਹ ਕਹਿੰਦੇ ਨੇ ਕਿ ਮਿਰਜ਼ਾ ਸਾਹਿਬ ਦੀ ਗੱਲ ਅਸਾਂ ਨਹੀਂ ਮੰਨਣੀ,
ਨਾ ਤੇ ਅਸੀਂ ਹੁਣ ਕੋਈ ਮੁਜੱਦਦ ਆਮਦ ਦੇਣਾ ਹੈ ਤੇ ਨਾ ਕੋਈ ਮੁਜੱਦਦ ਨਹੀਂ ਜ਼ਿੱਲੀ ਬਰੂਜ਼ੀ ਨਬੀ ਬਣਾਈ ਫਿਰਦੇ ਸਾਨੂੰ ਕਹਿੰਦੇ ਉਹ ਵੀ ਨਹੀਂ ਆਉਣਾ ਤੇ ਰਹਿ ਕੀ ਗਿਆ ਪਿੱਛੇ ਆਂਦੇ ਨੇ ਪਿੱਛੇ ਸਾਡੀ ਖਿਲਾਫਤ ਰਹਿ ਗਈ ਹੈ। ਖਿਲਾਫਤ ਕਿੱਥੋਂ ਆਈ ਹੈ? ਇਹ ਮਿਰਜ਼ਾ ਸਾਹਿਬ ਫਰਮਾਇਆ ਨਹੀਂ ਸੀ ਕੁਦਰਤ ਸਾਨੀਆਂ, ਇਹ ਕੁਦਰਤ ਸਾਨੀਆਂ ਚ ਮੈਂ ਖਿਲਾਫਤ ਕੱਢ ਲਈ। ਹੁਣ ਉਹ ਮਿਰਜ਼ਾ ਸਾਹਿਬ ਨੇ ਪਹਿਲੀ ਗੱਲ ਤੇ ਤੁਸੀਂ ਝੂਠ ਬੋਲਿਆ ਇੱਕ ਕਿ ਅਦਨਾਨ ਮਤਲੂਬ ਸਾਹਿਬ ਇਹ ਕਹਿ ਕੇ ਗਏ ਨੇ ਕਿ ਅਸੀਂ ਯਾਰ ਸਪੀਕਰ ਪਰਾਂ ਕਰੀ ਨੇ ਉਹ ਮੈਂਟਿਆ ਜਿਹੜਾ ਮੇਰੇ ਮੂੰਹ ਦੇ ਅੱਗੇ ਲਾਏ ਮੈਨੂੰ 1 ਮਿੰਟ ਬਰਾ ਸਕਰੀਨ ਨਜ਼ਰ ਆਉਂਦਾ ਮੈਂ ਰੁਕ ਗਿਆ। ਅੱਛਾ ਮੈਂ ਕਹਿਣ ਡਿਆ ਕਿ ਇੱਕ ਤਾਂ ਤੁਸੀਂ ਜਿਹੜਾ ਝੂਠ ਬੋਲਿਆ ਕਿ ਅਦਨਾਨ ਮਤਲੂਬ ਸਾਹਿਬ ਇਹ ਕਹਿ ਕੇ ਗਏ ਨੇ ਕਿ ਮਿਰਜ਼ਾ ਸਾਹਿਬ ਦੀ ਅਸੀਂ ਕੋਈ ਗੱਲ ਨਹੀਂ ਮੰਨਣੀ, ਇਹ ਤੁਸੀਂ ਝੂਠ ਜਿਹੜਾ ਕਿ ਬੋਲਿਆ ਜਿਹਨਾਂ ਇਹਨੂੰ ਵਾਪਸ ਲੈ ਲਓ। ਕੀ ਕਹਿ ਕੇ ਗਏ ਨੇ ਕਿ ਅਸੀਂ ਮਿਰਜ਼ਾ ਸਾਹਿਬ ਉਹਨਾਂ ਦੀ ਮਿਰਜ਼ਾ ਸਾਹਿਬ ਦੀ ਗੁਲਾਮ ਅਹਿਮਦ ਕਾਦਰੀ ਸਾਹਿਬ ਦੀ ਕਿ ਅਸੀਂ ਕੋਈ ਗੱਲ ਨਹੀਂ ਮੰਨਣੀ। ਭਾਈ ਮਿਰਜ਼ਾ ਸਾਹਿਬ ਕਹਿ ਗਏ ਨੇ ਨਾ ਕਿ ਮੇਰੇ ਨਹੀਂ ਇਹ ਗੱਲ ਤੇ ਨਹੀਂ ਨਾ ਉਹਨਾਂ ਨੇ ਕਹੀ, ਮਿਰਜ਼ਾ ਸਾਹਿਬ ਨੇ ਇਹ ਗੱਲ ਤੇ ਨਹੀਂ ਨਾ ਕਹੀ, ਉਹ ਸੋਰੀ ਅਦਨਾਨ ਮਤਲੂਬ ਸਾਹਿਬ ਨੇ ਇਹ ਤੇ ਨਹੀਂ ਨਾ ਕਹੀ। ਅੱਛਾ ਮਿਰਜ਼ਾ ਸਾਹਿਬ ਨੇ ਕਿਹਾ ਕਿਆਮਤ ਤੱਕ ਮੁਜੱਦਦੀਨ ਦਾ ਸਿਲਸਿਲਾ ਜਾਰੀ ਰਹੇਗਾ। ਮੈਂ ਕਹਿਣ ਡਿਆ ਕਿ ਅਗਰ ਕੋਈ ਬੰਦਾ ਮਿਰਜ਼ਾ ਸਾਹਿਬ ਦੀ ਗੱਲ ਦਾ ਇਨਕਾਰ ਕਰੇ ਤੇ ਫਿਰ ਤੁਸੀਂ ਕਹਿ ਸਕਦੇ ਹੋ ਕਿ ਇਨਕਾਰ ਹੀ ਪਿਆ ਕਰਦਾ ਹੋਰ ਕੀ ਪਿਆ ਕਰਦਾ ਹੈ। ਮੈਨੂੰ ਪੜ੍ਹ ਕੇ ਸੁਣਾਓ ਇਬਾਰਤ। ਮਿਰਜ਼ਾ ਸਾਹਿਬ ਦੀ ਇਬਾਰਤ ਕੱਢੋ ਜੀ ਚੌਹਾਨ ਸਾਹਿਬ ਕਿਆਮਤ ਤੱਕ ਕੱਢੋ, ਕਿਹੜੀ ਇਬਾਰਤ ਹੈ ਤੁਸੀਂ ਕੱਢ ਦਿਓ ਯਾਰ। ਮੈਂ ਤੁਹਾਨੂੰ ਪਤਾ ਮੈਂ ਮਜ਼ਦੂਰ ਆਦਮੀ ਜਾਂ ਆਖੋ ਕਿ ਬਈ ਐਸ ਇਬਾਰਤ ਦਾ ਉਹ ਇਨਕਾਰ ਕੱਢ ਦਿੰਨੇ ਫਿਰ ਤੇ ਇਹ ਗੱਲ ਹੋ ਸਕਦੀ, ਲੇਕਿਨ ਜਦੋਂ ਕੱਢ ਦਿੰਨੇ ਐ ਹੁਣੇ ਕੱਢ ਇਨਕਾਰੀ ਨਹੀਂ ਠੀਕ ਹੈ ਐ ਹੁਣੇ ਤੁਹਾਨੂੰ ਐਵੇਂ ਨਹੀਂ ਕਹੀਦਾ ਚੌਹਾਨ ਸਾਹਿਬ ਮੌਜੂਦ ਹੋ? ਉਹ ਕਹਿ ਗਿਆ ਕਿ ਮੈਂ ਇਨਕਾਰੀ ਪ੍ਰਾਣ ਸਾਹਿਬ ਬੇਦੇ ਨੇ ਓਏ ਪੁਰਾਣੀਆਂ ਗੱਲਾਂ ਹੋਈਆਂ ਨੇ ਸਾਰੀਆਂ ਹੁਣੇ ਕੱਢ ਲੈਣੇ ਆ 1 ਮਿੰਟ ਖਲੋ ਇਹ ਹੁਣੇ ਐ ਹੁਣੇ ਮੈਂ ਤੁਹਾਨੂੰ ਕੱਢ ਦੇਣਾ ਯਾਰ। ਨਾਰੇ ਨਾ ਮਾਰੋ। ਅੱਛਾ ਜੀ ਅਜੇ ਤੁਸੀਂ ਨਹੀਂ ਗੱਲ ਦੱਸਣੀ ਕਿ ਤੁਹਾਡੇ ਮੁਤਾਬਕ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਪੇਸ਼ਨ ਕੋਈ ਪੂਰੀ ਹੋਈ ਹੈ? ਸਾਡੇ ਮੁਤਾਬਕ ਤੇ ਕਿਆਮਤ ਵਾਲੀ ਵੀ ਪੇਸ਼ ਕੋਈ ਪੂਰੀ ਹੋਏਗੀ। ਉਹ ਸਰ ਕਿਆਮਤ ਤੇ ਚਲੋ ਉਹ ਤੇ ਆਉਣੀ ਹੈ ਨਾ, ਉਹ ਤੇ ਐਂਡ ਵਾਲੀ ਪੇਸ਼ਨ ਹੋਈ ਨਾ, ਉਹ ਤੇ ਐਂਡ ਤੇ ਹੋਈ ਹੈ ਨਾ। ਇੱਕ ਹਰ ਸਦੀ ਦੇ ਸਿਰ ਤੇ ਆਉਣੀ ਸੀ, ਇੱਕ ਹਰ ਸਦੀ ਦੇ ਸਿਰ ਤੇ ਪੇਸ਼ਨ ਹੋਈ ਹੈ, ਉਹ ਕਿੱਥੇ ਵੀ ਪੇਸ਼ਨ ਹੋਈ। ਸੁਣ ਲਓ ਨਾ ਸਾਡੇ ਮੁਤਾਬਕ ਜੋ ਕੁਝ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਆਖਿਆ ਨਾ ਜੀ ਉਹ ਸਭ ਗੱਲਾਂ ਉਹਨਾਂ ਚ ਕੋਈ ਵੀ ਗੱਲ ਸ਼ੱਕ ਵਾਲੀ ਵਹਿਮ ਵਾਲੀ ਹੈ ਹੀ ਨਹੀਂ। ਪਰ ਤੁਸੀਂ ਨਹੀਂ ਨਾ ਮੰਨਦੇ, ਤੁਸੀਂ ਇਨਕਾਰ ਕਰਦੇ ਹੋ ਨਾ ਇਸ ਚੀਜ਼ ਦਾ। ਮਸਲਨ ਕਿਹੜੀ ਦਾ? ਇਹੀ ਚੀਜ਼ ਦਾ ਕਿ ਮੁਜੱਦਦ ਜਿਹੜੇ ਨੇ ਉਹ ਅੱਜ 15ਵੀਂ ਸਦੀ ਚੱਲ ਪਈ ਹੈ। 15 ਮੁਜੱਦਦ ਤੁਸੀਂ ਗਿਣਾ ਦਿਓ ਆਪਣੀ ਉਂਗਲੀਆਂ ਤੇ, ਅਗਰ ਤੁਹਾਨੂੰ ਲੱਗਦਾ ਕਿ ਉਹਨਾਂ ਦੀ ਪੇਸ਼ਨ ਗੋਈ ਤੁਹਾਡੇ ਮੁਤਾਬਕ ਪੂਰੀ ਹੋ ਗਈ ਹੈ 15 ਮੁਜੱਦਦ ਗਿਣਾ ਦਿਓ। ਅਗਰ ਕੋਈ ਬੰਦਾ ਨਹੀਂ ਨਾ ਗਿਣਾ ਸਕਦਾ ਇਹਦਾ ਇਹ ਨਹੀਂ ਮਤਲਬ ਕੋਈ ਇਨਕਾਰ ਪਿਆ ਕਰਦਾ ਹੈ। ਨਹੀਂ ਮੈਂ ਕਿਦੋਂ ਸੁਣ ਲਓ ਮੈਂ ਨਹੀਂ ਕਹਿ ਰਿਹਾ ਕਿ, ਲੇਕਿਨ ਤੁਸੀਂ ਇਹ ਗੱਲ ਆਂਦੇ ਹੀ ਨਹੀਂ ਕਿਉਂ ਆਇਆ ਕੋਈ ਮੁਜੱਦਦ? ਕੋਈ ਆਇਆ ਮੁਜੱਦਦ? 15 ਮੁਜੱਦਦ ਆਏ ਨੇ? ਹੈ 15 ਮੁਜੱਦਦ ਆਏ ਨੇ? ਨਹੀਂ ਮੁਜੱਦਦ ਤੇ 13 12 13 14 ਹਰ ਸਦੀ ਦੇ ਉੱਤੇ ਇੱਕ ਮੁਜੱਦਦ ਆਉਣਾ ਠੀਕ ਹੈ। 14 ਚਲੋ ਤੇ 14 ਮੁਜੱਦਦ 14 ਮੁਜੱਦਦ ਆ ਗਏ ਨੇ ਤੇ 14 ਮੁਜੱਦਦ ਹੋਣੇ ਚਾਹੀਦੇ ਆ ਗਏ ਨੇ। ਹਾਂ ਬਿਲਕੁਲ ਆਏ ਬਿਲਕੁਲ। ਕਿੱਥੇ ਨੇ? ਅਗਰ ਅਸੀਂ ਉਹਨਾਂ ਨੂੰ ਨਹੀਂ ਪਹਿਚਾਣ ਸਕੇ ਜਾਂ ਸਾਡੇ ਇਲਾਕੇ 'ਚ ਨਹੀਂ ਆਏ ਤੇ ਰੱਬ ਉਹਨਾਂ ਦੇ ਬਾਰੇ ਮਤਲਬ ਕਿ ਪੂਰੀ ਦੁਨੀਆ 'ਚ ਕਿਤੇ ਆਇਆ ਹੋਏਗਾ ਪਤਾ ਨਹੀਂ, ਅਫਰੀਕਾ 'ਚ ਆਇਆ ਹੋਵੇ ਹੋਣਗੇ ਤੁਹਾਨੂੰ ਨਹੀਂ ਪਤਾ ਚੱਲਿਆ। ਆਹੋ ਇਸ ਸਦੀ ਦੇ ਮੁਜੱਦਦ ਉਸਤਾਦ ਮੁਹਤਰਮ ਨਜ਼ੀਰ ਸਾਹਿਬ ਨੇ। ਇਹ ਵੇਖੋ ਇਹ ਹੁੰਦਾ ਦਾਵਾ, ਇਹ ਵੇਖੋ ਕਿੱਡੀ ਅੱਛੀ ਗੱਲ ਕੀਤੀ ਹੈ ਮੈਂਟੀ ਨੇ। ਇਹ ਮੁਜੱਦਦ ਇਸ ਮੁਜੱਦਦ ਦੇ ਵਕਤ ਜਿਹੜੇ ਨੇ ਇਸ ਟਾਈਮ ਉਹ ਅਹਿਮਦ ਨਜ਼ੀਰ ਸਾਹਿਬ, ਇਹ ਮੁਜੱਦਦ ਦੇ ਵਕਤ ਜਿਹੜੇ ਨੇ ਨਾ ਉਹ ਅਹਿਮਦ ਨਜ਼ੀਰ ਸਾਹਿਬ ਨੇ। ਸੁਣ ਲਓ ਅਸਲ ਇਹ ਨਹੀਂ ਗੱਲ ਮੁਸਤਫਾ ਮਿਲ ਗਿਆ ਕਿ ਇਸ ਸਦੀ ਦੇ ਮੁਜੱਦਦ ਸੁਣ ਤੇ ਲਓ ਨਾ ਮਿਲ ਗਏ ਜੀ ਆਸਦੀ ਦੇ ਮੁਜੱਦਦ ਤੁਸੀਂ ਆਂਦੇ ਹੋ ਕਿ ਮੁਜੱਦਦ ਕਿੱਥੇ ਨੇ ਆਸਦੀ ਦੇ ਮੁਜੱਦਦ ਨੇ ਨਾ ਜਿਹੜੇ ਹਾਂਜੀ ਮਸ਼ਹੂਰ ਨੇ ਤੇ ਮੇਰੇ ਖਿਆਲ ਨਾਲ ਉਹਨਾਂ ਦੀ ਪੂਰੀ ਦੁਨੀਆ ਵੀ ਜਾਣਦੀ ਹੈ ਸਾਰੀ ਦੁਨੀਆ ਦੇ ਮੁਸਲਮਾਨ ਜਾਣਦੇ ਨੇ ਪੂਰੀ ਦੁਨੀਆ ਦੇ ਜਿਤਨੇ ਵੀ ਇਸਲਾਮੀ ਮਾਲਕ ਨੇ ਉਹਨਾਂ ਦੀ 50% ਤੋਂ ਆਬਾਦੀ ਜਿਹੜੀ ਜ਼ਿਆਦਾ ਹੈ ਉਹਨਾਂ ਦਾ ਨਾਂ ਤੋਂ ਜਾਣਦੀ ਹੈ ਉਹਨਾਂ ਦੇ ਲੈਕਚਰਾਂ ਤੋਂ ਜਾਣਦੀ ਹੈ ਈਵਨ ਗੈਰ ਮੁਸਲਮ ਨੇ ਕੋਈ ਵੀ ਗੈਰ ਮੁਸਲਮ ਮਾਲਕ ਤੁਸੀਂ ਮੁਲਕ ਉਠਾ ਕੇ ਦੇਖ ਲਿਓ ਉਹਦੇ ਚ ਵੀ ਬੜੀ ਤਾਦਾਦ ਵਿੱਚ ਲੋਕ ਉਸ ਬੰਦੇ ਨੂੰ ਜਾਣਦੇ ਹੋਣਗੇ ਉਹ ਰਾਹ ਹੱਕ ਪਰ ਚੱਲਣ ਵਾਲੇ ਤੇ ਉਹਦੀ ਨਿਸ਼ਾਨੀ ਵੀ ਇਹ ਹੈ ਕਿ ਉਹਨੂੰ ਮੁਲਕ ਬਦਾਰ ਕੀਤਾ ਗਿਆ ਹੈ ਔਰ ਉਹ ਸ਼ਖਸ ਇੰਡੀਆ ਦੇ ਵਿੱਚ ਪੈਦਾ ਹੋਇਆ ਸੀ ਤੇ ਮੇਰੇ ਖਿਆਲ ਨਾਲ ਉਹ ਮੁਜੱਦਦ ਨੇ ਤੇ ਉਹਨਾਂ ਦਾ ਨਾਮ ਹੈ ਡਾਕਟਰ ਜ਼ਾਕਿਰ ਨਾਇਕ ਇਹ ਜੋ ਗੱਲ ਕੋਈ ਜ਼ਾਕਿਰ ਨਾਇਕ ਨੂੰ ਮੁਜੱਦਦ ਮੰਨਦਾ ਹੈ ਕੋਈ ਜਿਹਦਾ ਜੋ ਕੋਈ ਪੀਰ ਹੈ ਨਾ ਉਹ ਜਿਸ ਤਰ੍ਹਾਂ ਤੁਸੀਂ ਕੱਲ ਨਹੀਂ ਸੀ ਗੱਲ ਕਰਦੇ ਸਾਈਨੀ ਸਾਹਿਬ ਦੀ ਬਰਾੜ ਤੇ पीर मिले ते पीड़ न जावे ते उस पीर की तरना हो मुर्शद मिलिया रुशद न मानो ओ मुर्शद की करना हो जिस हादी थी हदायत नहीं ओ हादी की पढ़ना हो सिर दिते हक हासिल होवे मौतों मूल न डरना हो
ਉਹ ਅਸਲ ਗੱਲ ਹੈ ਸਾਰੀ ਆਪਣੀ ਆਪਣੀ ਸਮਝ ਦੀ ਕਿ ਅਗਰ ਕਿਸੇ ਨੂੰ ਕੋਈ ਮੁਜੱਦਦ ਨਜ਼ਰ ਆਉਂਦਾ ਹੈ ਤੇ ਦੂਜਾ ਕਹਿੰਦਾ ਨਹੀਂ ਮੈਂ ਇਹਨੂੰ ਮੁਜੱਦਦ ਨਹੀਂ ਮੰਨਦਾ, ਮੈਂ ਉਹਨੂੰ ਮੁਜੱਦਦ ਮੰਨਣਾ, ਕੋਈ ਫਰਕ ਨਹੀਂ ਪੈਂਦਾ। ਕੋਈ ਇਹਨਾਂ ਨੂੰ ਮੁਜੱਦਦ ਵਾਲਾ ਤੇ ਇੱਕ ਰੀਜ਼ਨ ਵੀ ਆਇਆ ਨਾ, ਦੇਖੋ ਹਦੀਸ ਦੀਨ ਤੇ ਅੱਲਾਹ ਤਾਲਾ ਨੇ ਇਹ ਵਾਲੀ ਗੱਲ ਖਤਮ ਕਰਤੀ। ਕੋਈ ਕਿਹਨੂੰ ਕਹਿੰਦਾ ਇਨ ਅੱਲਾਹ ਯਬਸੁ, ਅੱਲਾਹ ਤਾਲਾ ਮਬੂਸ ਕਰੇਗਾ। ਕੋਈ ਬੰਦੇ ਨਹੀਂ ਕਹਿਣਗੇ ਕਿ ਫਲਾਣਾ ਮੁਜੱਦਦ, ਉਹ ਮੁਜੱਦਦ ਦੇਖੋ ਉਹ ਉਧਰ ਮੁਜੱਦਦ ਜਾ ਰਿਹਾ। ਸੁਣੋ ਤੁਹਾਡੇ ਵਾਸਤੇ ਗੱਲ ਕੀਤੀ ਤਾਰਕ ਚੌਹਾਨ ਸਾਹਿਬ ਨੇ, ਹਮੈਂਟੀ ਸਾਹਿਬ ਇਹ ਤੁਹਾਡੇ ਵਾਸਤੇ ਗੱਲ ਕੀਤੀ ਜਿਹੜੀ ਤੁਸੀਂ ਹੁਣੇ ਮਿਰਜ਼ਾ ਸਾਹਿਬ ਤੇ ਫਿਰ ਕੋਈ ਨਾ ਰਹੇ, ਮੰਨਣਾ ਜ਼ਰੂਰੀ ਹੈ ਗੱਲ। ਨਹੀਂ ਇਸ ਜਿਹੜੀ ਤਾਰਕ ਚੌਹਾਨ ਸਾਹਿਬ ਨੇ ਕੁਰਾਨ ਦੀ ਆਇਤ ਪੜ੍ਹ ਕੇ ਗੱਲ ਕੀਤੀ ਹੈ ਉਹਦੇ ਉੱਤੇ ਮਿਰਜ਼ਾ ਸਾਹਿਬ ਪੂਰੇ ਉਤਰ ਰਹੇ ਨੇ, ਠੀਕ ਹੈ। ਤੁਹਾਡੇ ਜਿਹੜੇ ਤੁਸੀਂ ਮੁਜੱਦਦ ਬਣਾਏ ਨੇ ਉਹ ਨਹੀਂ ਪੂਰੇ ਉਤਰ ਰਹੇ। ਉਹ ਨਾ ਤੁਸੀਂ ਮੰਨੋ, ਕਿਹਨੇ ਆਖਿਆ ਮੰਨੋ? ਨਹੀਂ ਮੈਂ ਗੱਲ ਕਰ ਰਿਹਾ ਉਹਨਾਂ ਵਾਸਤੇ ਕਾਫਰ ਫਾਜਰ ਵੀ ਤਾਂ ਤੁਹਾਨੂੰ ਨਹੀਂ ਨਾ ਕਿਹਾ ਜਾ ਰਿਹਾ, ਉਸਤਾਦ ਮੁਹਤਰਮ ਨੂੰ ਨਹੀਂ ਮੰਨਦੇ ਤੇ ਕਾਫਰ ਤੇ ਨਹੀਂ ਤੁਸੀਂ, ਲੇਕਿਨ ਇਧਰ ਫਾਸਕ ਵੀ ਹੋ, ਫਾਜਰ ਵੀ ਤੇ ਕਾਫਰ ਵੀ। ਨਹੀਂ ਉਹ ਜਿਹੜੀ ਗੱਲ ਕਰ ਰਹੇ ਨੇ ਉਹ ਆਪਣੇ ਮੁਤਾਬਕ ਠੀਕ ਕਰ ਰਹੇ ਨੇ, ਉਹਨਾਂ ਦੀ ਕੋਈ ਗੱਲ ਤੇ ਸ਼ੱਕ ਨਹੀਂ, ਉਹ ਆਪਣੇ ਮੁਤਾਬਕ ਠੀਕ ਕਰ ਰਹੇ ਨੇ। ਲੇਕਿਨ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਤੁਸੀਂ ਕੁਰਾਨ ਔਰ ਸੁन्नत ਦੇ ਮੁਤਾਬਕ ਨਹੀਂ ਕਰ ਰਹੇ। ਅੱਛਾ ਇੱਕ ਸਾਲ ਤੁਹਾਡੇ ਕੋਲ ਪੁੱਛ ਲਿਆ, ਤੁਸੀਂ ਮਿਰਜ਼ਾ ਸਾਹਿਬ ਨੂੰ ਮੁਜੱਦਦ ਤੇ ਮੰਨਦੇ ਹੋ ਤੇ ਨਾਲ ਮਿਰਜ਼ਾ ਸਾਹਿਬ ਨੂੰ ਨਬੀ ਵੀ ਮੰਨਦੇ ਹੋ? ਤੁਰਕ ਸਾਹਿਬ ਕਿਹਨੂੰ ਪੁੱਛ ਰਹੇ ਹੋ? ਤੁਹਾਡੇ ਕੋਲ ਇਹਦਾ ਜਵਾਬ ਜਿਹੜਾ ਅਸੈਂਬਲੀ 'ਚ ਦਿੱਤਾ ਗਿਆ ਸੀ ਨਾ, ਮਿਰਜ਼ਾ ਨਾਸਰ ਅਹਿਮਦ ਸਾਹਿਬ ਨੇ ਦਿੱਤਾ ਸੀ, ਉਹੀ ਜਵਾਬ ਮੇਰਾ। ਕੀ ਜਵਾਬ ਸੀ ਮਿਰਜ਼ਾ ਨਾਸਰ ਜੀ ਦਾ? ਕਿ ਤੁਸੀਂ ਪੜ੍ਹੀ ਹੋ ਕਾਰਵਾਈ? ਨਹੀਂ ਮੈਂ ਸਾਰੀ ਨਹੀਂ ਪੜ੍ਹੀ, ਇੰਨਾ ਪਤਾ ਕਿ ਅਸੈਂਬਲੀ 'ਚ ਕਿਸੇ ਹੋਰ ਬੰਦੇ ਮੈਂ ਕਿਸੇ ਅਹਿਮਦ ਸਾਹਿਬ ਕੀ ਜਵਾਬ ਦਿੱਤਾ? ਯਾਰ ਬੁਝਾਰਤਾ ਨਾ ਬੁਝਾਇਆ ਕਰੋ, ਮੂੰਹ ਤੇ ਮਾਰੋ ਟਰੂ ਮੁਸਲਿਮ ਦੇ, ਜਿਹੜਾ ਦੇਣਾ ਜੇ ਜਵਾਬ ਦਿਓ ਸੂਰਾ। ਹਾਂਜੀ ਜਿਹੜਾ ਜਵਾਬ ਮੈਂ ਦੱਸਣ ਦਿੰਦਾ ਜਿਹੜਾ ਮਿਰਜ਼ਾ ਨਾਸਰ ਅਹਿਮਦ ਸਾਹਿਬ ਨੇ ਦਿੱਤਾ ਸੀ ਉਹੀ ਉਹੀ ਜਵਾਬ ਦੇ ਜੀ ਇਹਨਾਂ ਦਾ ਉਹੀ ਜਵਾਬ ਜਿਹੜਾ ਉਹਨਾਂ ਦਾ ਜਵਾਬ ਹੈ, ਵੱਡੇ ਭਾਈ ਲਾਹੌਰ ਵਾਲੇ ਭਾਈ ਦਾ ਜਵਾਬ। ਅੱਛਾ ਉਹੀ ਤੂੰ ਕੀ ਬਣਾ ਦੇ? ਮੈਂ 112 ਸਰ ਦੱਸ ਦਿਓ ਨਾ ਆਪਣਾ ਮਤਲਬ। ਉਹਨਾਂ ਨੇ ਕਿਹਾ ਸੀ ਨਹੀਂ ਅਸੀਂ ਨਬੀ ਨਹੀਂ ਮੰਨਦੇ, ਉਹਨਾਂ ਨੇ ਕਿਹਾ ਸੀ ਅਸੀਂ ਨਹੀਂ ਮੰਨਦੇ। ਅੱਛਾ ਨਹੀਂ ਇਸ ਤਰ੍ਹਾਂ ਜਵਾਬ ਨਹੀਂ ਸੀ, ਉਹਨਾਂ ਨੇ ਆਖਿਆ ਕਿ ਨਹੀਂ ਦੱਸ ਦੇਣਾ ਸੀ, ਮੈਂ ਦੱਸ ਦੇਣਾ ਕਿਆ ਉਹਨਾਂ ਨੇ ਕੀ ਨਾਂ ਸੀ ਉਹਦਾ, ਯਾਹਿਆ ਬਖਤਿਆਰ ਸਾਹਿਬ ਨੇ ਪੁੱਛਿਆ ਸੀ ਮਿਰਜ਼ਾ ਨਾਸਰ ਅਹਿਮਦ ਸਾਹਿਬ ਨੂੰ ਕਿ ਕਿਆ ਤੁਸੀਂ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਨੂੰ ਨਬੀ ਮੰਨਦੇ ਹੋ? ਤੇ ਉਹਨਾਂ ਜਵਾਬ ਦਿੱਤਾ ਸੀ ਨਹੀਂ, ਠੀਕ ਹੈ। ਤੇ ਉਹਨਾਂ ਫਿਰ ਆਖਿਆ ਸੀ ਤੁਸੀਂ ਉਹਨਾਂ ਨੂੰ ਕੀ ਮੰਨਦੇ ਹੋ? ਤੇ ਉਹਨਾਂ ਆਖਿਆ ਸੀ ਅਸੀਂ ਉਮਤੀ ਨਬੀ ਮੰਨਦੇ ਹਾਂ। ਫਿਰ ਇੰਗਲਿਸ਼ ਵਿੱਚ ਵੀ ਪੁੱਛਿਆ ਸੀ ਨਾ, ਇੰਗਲਿਸ਼ ਵਿੱਚ ਪਹਿਲੇ ਉਰਦੂ, ਪਹਿਲੇ ਇੰਗਲਿਸ਼ ਪੁੱਛਿਆ ਫਿਰ ਉਰਦੂ ਪੁੱਛਿਆ, ਦੋਵਾਂ ਸੂਰਤਾਂ ਨੂੰ। ਇਹਨੂੰ ਨਹੀਂ ਅੰਗਰੇਜ਼ੀ ਆਉਂਦੀ, ਇਹਨੂੰ ਕੀ ਨਾਮ ਸੀ, ਉਹਨੂੰ ਅੰਗਰੇਜ਼ੀ ਨਹੀਂ ਆਉਂਦੀ। ਆਬਦ ਨੂੰ ਅੰਗਰੇਜ਼ੀ ਨਹੀਂ ਆਉਂਦੀ ਤੇ ਕੀ ਕਰੇ? ਅੰਗਰੇਜ਼ੀ ਪੁੱਛ ਆਬਦ ਸਾਹਿਬ, ਅੰਗਰੇਜ਼ੀ ਪੁੱਛ। 112 ਸਾਹਿਬ, do you believe in Mirza Ghulam Ahmad Qadiani Sahab that he was a prophet? No. What are your beliefs about him? آپ کیا قائد ہے ان کے بارے میں؟ آج مرزا ناصر صاحب ہی لگے کیا انہوں نے بھی یہی کیا سی نو؟ جواب ہی نو ہے نا سر، جواب درست ہے تھا پھر 112 صاحب تھا عقیدہ تو بالکل درست ہے۔ بالکل میں وہی عقیدہ رکھنا۔ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਸਾਡੇ ਜਿਹੜੇ ਮੁਸਲਮਾਨ ਨੇ ਸਾਡੇ ਮਸਲਕਾਂ ਦੇ ਇਹ ਕਿਉਂ ਬਾਰ-ਬਾਰ ਕਹਿੰਦੇ ਨੇ ਕਿ ਜੀ ਮਿਰਜ਼ਾ ਸਾਹਿਬ ਨੇ ਨਬੂਵਤ ਦੇ ਰਸੂਲ ਹੋਣ ਦਾ ਦਾਅਵਾ ਐਵੇਂ ਝੂਠਾ ਹੀ ਫਤਵਾ ਦਿੱਤਾ, ਤੂੰ ਨਾ ਮੰਨੀ, ਤੂੰ ਇਹਨਾਂ ਨੂੰ ਮੁਸਲਮਾਨ ਮੰਨ ਛੱਡ ਪਰਾਂ। ਉਹ ਕਹਿੰਦੇ ਨੇ ਜੀ ਸਾਡੇ ਮੁਸਲਮਾਨ ਭਰਾ ਨੇ ਤੂੰ ਆਪਣਾ ਮੰਨੀ ਦਾ ਦਾਅਵਾ ਕੀਤਾ ਹੈ ਤੇ ਉਹਨਾਂ ਨੂੰ ਜਿਹੜਾ ਨਬੀ ਉਹਨਾਂ ਦੇ ਫਾਲੋਅਰ ਨੇ ਜਿਹੜੇ ਅਹਿਮਦੀ ਹਜ਼ਰਤ ਨੇ ਮੇਰੇ ਲਈ ਆਏ ਨੇ, ਆਪਣੇ ਬਾਬੀਲ ਸਾਹਿਬ ਆਏ ਨੇ, ਉਹਨਾਂ ਨੂੰ ਗੱਲ ਕਰ ਲੈਂਦੇ, ਕੋਈ ਜ਼ਰਾ ਸਾਹ ਲੈ ਲੈ। वालेकुम वरहमतुल्लाहि वबरकातुहू। वालेकुम अस्सलाम। नहीं मैं तो किसी और ब्रॉड पर बैठा हुआ था, लेकिन बिलाल हनीफ साहब बार बार शेयर कर रहे थे, इसीलिए आ गया। मैंने सोचा शायद वो कुछ अच्छा अगर आपने कोई बात करनी है तो कर बात। जी जी बात यह बबील साहब कि वो जो ब्रॉड है ना वो है अहमदी ब्रॉड। अगर आपने मुझसे कोई बात करनी है तो यहाँ पे आ जाएं, या मुझे अपने पास बुला ले या मुझे कॉल कर ले। की मसला क्या है? क्योंकि वहां पे बैठा हुआ है अली अकबर और वहां पे बैठे हुए हैं बहुत सारे ऐसे लोग जो इस ताड़ में है कि कब मुसलमान आपस में लड़े या किसी बात पे इख्तलाफ पैदा करे, एक दूसरे को बुरा भला कहे और हम रिकॉर्डिंग बनाए। और मैं इस बात को हद्दुल वसा जो है वो कोशिश करता हूँ कि मैं इसमें ना पढ़ूं। तो बस रिक्वेस्ट आपसे ये है कि अगर आपको मुझसे किसी भी किस्म का इख्तलाफ बता दे कि आपको मैंने क्यों रोका, किस बात पर रोका, वो भी बता देना। किस बात पर भी आपने मुझे रोका,
اگر آپ چاہتے ہیں سن لیں آپ سن لیں نا وہ بات بابی بھائی بات سنا کر یہاں یہ پر مسئلہ یہ بڑا ہے سینئر کہ آپ بیٹھے بات ہوئے نہیں سنتے. بلال صاحب یہاں اگر پر یہ آپ کو سینئر لگتا ہے حضرات کہ بیٹھے میں ہوئے ہیں، غلط بات کر رہا سب سے ہوں یا پہلے میں ان کی عزت کرتا ہوں، الحمدللہ سارے جانتے ہیں. میں کچھ نہیں بولوں گا، جو مسئلہ ہے وہ مسئلہ پیش کرے پھر آپ بات کریں نا. کیا بات ہے گلا شکوہ میں کریں بتاتا ہوں. بات یہ ہے احمد بھائی، وہاں پہ بات چل رہی تھی کوئی حضرت عیسیٰ علیہ السلام کی حوالے سے نا، تو میں اور خاتم النبیین کے حوالے سے، تو وہ میں گیا، میں نے کہا خاتم النبیین پہ کیا مسئلہ ہے؟ تو وہ کہتا جی وہ ہمارا وہ مسئلہ سالو ہو گیا ہے، تو عیسیٰ علیہ السلام کے حوالے سے بات کریں. مسئلہ ہے وہ آپ لوگوں کا بنیادی مسئلہ نہیں ہے. آپ کے ہاں خود مرزا صاحب نے لکھا اختلافی مسئلہ ہے میرا ان کے ساتھ، مسلمانوں کے ساتھ، تو نہ مرزا صاحب نے کہیں پہ اس کو اپنا بنیاد بنایا ہے نہ کوئی ایسی بات لکھی ہے. میں نے کہا ہمارے ہاں یہ فروعی مسئلہ ہے، ٹھیک ہے. یہ بات کی تو انہیں لگا کہ شاید میں یہ کہہ رہا ہوں کہ مسلمانوں کے درمیان یہ اختلافی مسئلہ ہے، حالانکہ میں تو وہ 23 اکتوبر 1891 والا ان کا اشتہار جو ہے عامر بھائی وہ میں نے کوٹ کیا. لیکن پھر بھی وہ جو ٹروتھ سیکر وہاں پہ بیٹھا ہوا تھا وہ بار بار کہہ رہا تھا، میں تو آپ کو پتا عامر بھائی ہمیں تو پتا ان کے اندر سے کہ کہاں سے بولتے ہیں. وہ کہہ رہا تھا ان دونوں کو بات کرنے دو آپس میں، کوئی نہ ان کو ڈسٹرب کرے، فلانا ہے ٹمکانا ہے. وہ نیچے لوگ ریکارڈنگ آن کر کے تیار بیٹھے ہوئے تھے. تو میں نے ان کو اس لیے یہاں پہ بلایا کہ بھائی صاحب آپ عالم ہیں، ہو سکتا ہے مجھ سے کوئی کہیں پہ بات کرنے میں غلطی لگ گئی ہو، لیکن ان کے سامنے ان کی براڈ پہ بیٹھ کے میں اپنے کسی مسلمان بھائی سے، آپ آئندہ بھی وہاں پر آئیں گے نا، میں آپ سے اس مسئلے پہ نہ بحث کروں گا اور نہ میں نے آپ کے ساتھ وہاں پہ کوئی ایسی بات کرنی. آپ نے بلانا ہے مجھے اپنی براڈ پہ بلائیں، خود براڈ لگائیں یا کال کر لیں یا ادھر آ جائیں. بہت شکریہ. اچھا عامر بھائی آپ مجھے یہ بتائیں کہ اگر کوئی بندہ یہ کہہ دے کہ قادیانیوں کا جو ضروریات دین ہے یا حیات مسیح علیہ السلام کا عقیدہ ہے اس کا اختلاف ہے مسلمانوں سے، تو کوئی مسلمان اس پر ریئیکشن دے سکتے ہیں؟ آپ کی بات میں سمجھا نہیں، لیکن بلال کی مجھے بات سمجھ آ گئی. وہ نہیں دیکھیں، اگر کوئی مسلمان جا کر قادیانیوں کے براڈ پر یہ کہہ دے کہ آپ کا اور ہمارا اختلاف ہے حیات مسیح علیہ السلام پر، تو کوئی تھرڈ پرسن جو خود مسلمان ہے وہ اس پر کوئی ریئیکشن دے گا؟ اس کو تو پتہ ہے کہ ہاں اختلاف ہے مسلمان اور قادیانیوں کا. استاد محترم کوشش کریں کہ یہ جو قادیانی بیٹھے ہوئے ہیں ان کے درمیان آپ کوشش کریں، یہ آپ خاموش باتیں رہیں، نہ کوئی ہوں. بات نہیں. تو استاد محترم کچھ کو نہیں پتہ ہوتا، ہے. کچھ نہیں ہوتا بات کرنے میں. انہوں نے یہ فرمایا، اور اس سے میری پہلی بھی بات ہوئی تھی نا حیات مسیح علیہ السلام کو لے کر، یہ کہتا ہے کہ دیکھیں حیات مسیح علیہ السلام کا عقیدہ تو خود مسلمانوں میں اس پر اختلاف ہے، آپ اس کو چھوڑیں، خاتم النبیین پر بات کریں. میں نے اس پر پکڑ کی، میں نے کہا اس طرح بات نہیں کرنی ہے، سمپل سی بات ہے، اور ان کو میں نے کئی بار سنا ہے. تو ظاہر سی بات ہے اب اور یہ آتے ہی وہاں سے آتے ہی اس نے کہہ دیا کہ میرا موقف حیات مسیح علیہ السلام کے حوالے سے جو ہے نا وہ آپ لوگوں سے مختلف ہے. تو وہ یہاں پر رکھ دی، کوئی بات نہیں. بہت شکریہ. بات یہ ہے ابابیل صاحب، نہ تو میری یادداشت کمزور ہے اور نہ مجھے یہ ہے کہ بات کروں اور بھول جاؤں اور مجھے پتہ نہ لگے. جو الفاظ میں نے وہاں پہ کہے تھے وہ میں ریکارڈنگ نکلوا دوں گا وہاں سے آپ کو. اگر یہ اختلاف والے لفظ میں نے مسلمانوں کے درمیان بولے ہوں تو جو عامر بھائی فیصلہ کرے اس پہ میں معذرت کرنے کے لیے تیار ہوں. لیکن یہ اختلاف والے جو میں نے بات بولی تھی وہ میں نے مرزا صاحب کے حوالے سے کوٹ کی تھی. جب میں نے فروع پہ بات کی جی وہ میں نے وہاں بھی مان لی، یہ آپ نے وہاں پر بھی یہ بتایا نا کہ آپ نے مرزا کیونکہ صاحب کے میں نے آپ حوالے کو سے، مجموعہ اشتہار کا وہ ریفرنس بھی دیا ہے جہاں سے میں نے وہ کوٹ تو میں نے ادھر آپ کو کہہ دیا کہ ٹھیک ہے اگر مرزا صاحب کے حوالے سے ہے تو کوئی اعتراض نہیں. لیکن چلے آپ یہاں پر بتا دیں، آپ حیات مسیح علیہ السلام کے قائل ہیں؟ بالکل قائل ہوں، اس میں کون سی اور دو رہا ہے؟ اس کے منکر کو کیا سمجھتے ہیں؟ بھائی اس کا منکر کس نوعیت کا؟ حیات مسیح علیہ السلام کا عقیدہ جو اس کا انکار کرے نا. ابابیل بھائی میرے خیال سے یہ صرف اور صرف لفظوں کا جو ہے نا لفظی نزاع ہے. جی جی ہاں لفظوں کا غلط نہیں چناؤ. عامر نذیر بھائی، یہ قادیانیوں کے براڈ پر بیٹھ کر اس طرح کی باتیں کرتے ہیں نا تو پھر وہ مسئلہ کریٹ کرتا ہے وہ نا، ان کہہ کو رہے ہیں نہیں کہ میں نے کرنی یہ چاہیے. میری بات سنیں، وہ کہہ رہے ہیں کہ میں نے یہ بات نہیں کہی کہ مسلمانوں کے بیچ میں
یہ کوئی فروئی یا اختلافی مسئلہ ہے، یہ میں نے نہیں کہا۔ نہیں، فروئی کا میں نے لفظ استعمال کیا احمد بھائی، اختلافی کا میں نے لفظ استعمال نہیں کیا، فروئی کا میں نے کیا، بالکل کیا ہے۔ نہیں، فرا تو یہ نہیں ہے، یہ ہے تو جڑ، لیکن یہ ہے کہ مسلمانوں کے درمیان میں یہ اختلافی مسئلہ نہیں ہے۔ ہاں مسلمان امت کا اجماع ہے اس بات پر۔ ایک دو بندہ اگر کوئی اس طرح کی، اب سر سید ہے، اس کا تو سارا عقیدہ ہی گمراہی والا ہے، نیچری۔ کس کا مائک کھلا ہوا ہے؟ سید کہاں سے مسلمان ہے عمر بھائی؟ میں تو نہیں کہتا ایسی جو بھی حیات مسیح کا قائل نہیں ہے، اگر وہ پورے حیات مسیح کے عقیدے کا انکار، اصل بات یہ ہے کہ گاندھی جیسے بندے، تھوڑا میوٹ کریں سر، وہ آدھی بات اس کی نا کوڈ ہوتی ہے، اگر وہ پوری بات اس سے پوچھیں، صرف حیات مسیح یا ان کا وفات مسیح کا دعویٰ کر دینا کہ عیسیٰ علیہ السلام فوت ہو گئے، یہ تو بات ادھی بچدی ہے نا، کہ قرآن سے مجھے لگا ہے کہ عیسیٰ علیہ السلام فوت ہو گئے۔ آگے جو نزول المسیح کیا نبی علیہ الصلوۃ والسلام نے اتنا صراحت کے ساتھ بیان کیا ہے، اور وہ متواتر حدیثیں ہیں۔ پھر دجال کو قتل ہونا ہے ان کے ہاتھوں سے، یاجوج ماجوج اور وہ سارا دعوت الارض والا۔ تو اگر کوئی بندہ اس سارے عقیدے کا منکر ہے، وہ تو قرآن اور حدیث کا ہی منکر ہے، وہ مسلمان کہاں سے آ گیا؟ لیکن اگر کوئی اتنی صرف آدھی بات پیش کرتا ہے، کہ جس طرح گامدی کرتا ہے آدھی بات، کہ میں عیسیٰ علیہ السلام کو فوت شدہ مانتا ہوں، یہ بات ہی نامکمل ہے، اس پر تو کوئی رائے دی نہیں جا سکتی۔ بالکل ایسی بات ہے، نزول کا میں نے کہیں پر بھی ذکر نہیں کیا، کیونکہ میں خود ان حدیثوں کو مانتا ہوں، اور جس بندے کے بارے میں پچھلی دنوں کو بات چلی تھی وہ خود نزول مسیح کا قائل ہے۔ اب پاکستان لیکن بلال بھائی یہ ہے کہ احمدیوں کی براڈ کے اوپر یا کسی بھی جگہ پہ مسلمان اگر یہ اس مسئلے کو فرو یا فرع قرار دیتا ہے کہ یہ کہ فروئی مسئلہ مسلمانوں کے درمیان، تو یہ بھی ٹھیک نہیں ہے، یہ ایک بنیادی مسئلہ ہے، اس پر یہ ہمارا موقف کمزور بات سنیں، میری بات فرو کیا کر جو ہے نا تو بڑا یہ نہیں بات سنیں۔ یہ دیکھیں ہم بیٹھے ہوئے ہیں ادھر، اور یہ یہاں پر آ کر ادھر آ کر کہتا ہے کہ دیکھو یہ تو اختلافی مسئلہ ہے، یہ فروعی مسئلہ ہے، تو پھر ہم سے ہی سوال ہوگا نا کہ یہ دیکھو یہ کیا کہہ رہے ہیں۔ تو مجھے غصہ چڑھ گیا، میں نے کہا چلے ٹھیک ہے، میں قادیانیوں کو چھوڑ کر آپ سے کر لیتا ہوں بات۔ میری ادھر وہاں یہ بات ہوئی، آئندہ بھی آپ کسی براڈ پہ، کسی قادیانی براڈ سے جواب لینے آئیں گے تو میں جواب نہیں دوں گا۔ اپنی براڈ پہ بات کریں، یا اپنی براڈ پہ مجھے بلائیں، یا میرا نمبر لے لیں، یا ادھر آ جائیں۔ ابابیل بھائی اگر لگے کہ غلط بات کوئی بات کر رہا ہے نا، اس کو وہاں روک دیں، کہیں کہ آپ سے بعد میں بات کریں گے۔ بھائی یہ بات انہوں نے ایک بار نہیں کی نا، کئی بار کی۔ شاہ صاحب سے استاد محترم کوئی موقف لے لیں۔ میرے خیال سے شاہ صاحب بھی سن رہے تھے نیچے بیٹھ کر۔ اس میں یہی میں گزارش کروں گا کہ جب قادیانیوں کی براڈ ہو تو پھر آپس میں جو تکرار ہے، اگر کوئی آپ کو ہے بھی بات، اب اگر کوئی ساتھی وہاں پر حیات مسیح یا عیسیٰ علیہ السلام کشمیر میں گئے نہیں تو کرنا چاہتا ہے، تو دوسرے کو اس کو کاؤنٹر کی ضرورت نہیں، وہ اپنی ایک لائن آف ایکشن لے کر آیا ہے تو اس سے بات کرنے دیں۔ آپ کیوں منع کر رہے ہیں اس کو؟ آپ اپنی بات جو کرنا چاہتے ہیں، آپ کا جو معاملہ ہے وہ کرنا چاہتے ہیں۔ ہو سکتا ہے آپ نیک نیتی سے یہ مشورہ دینا چاہ رہے ہیں، لیکن جو وہاں گفتگو کر رہا ہے اس کی ایک منزل، اس نے اس طرف جانا ہے، بیچ میں آ کر آپ اپنی رائے دیں گے تو درست نہیں ہے۔ اگر آپ میں کمیونیکیشن ہے تو ایک دوسرے کا نمبر ایکسچینج کر لیں، واٹس ایپ پر ٹیکسٹ کر دیں کہ جناب میں یہ چاہتا ہوں۔ لیکن یہ جو تاثر وہاں پر میں بھی تھا، تو بلال صاحب نے چاہے ان کی انٹینشن درست ہو، لیکن یہ موقع نہیں تھا وہ بات کرنے کا، بس میں اتنی گزارش کروں گا۔ بقیہ جو ہمارا بھی، ہم تو لڑائی نہیں کر رہے نا، ہم کہتے ہیں کہ جو بندہ جو دیکھیں، بے موقع بات، درست بات بھی بے موقع کی جائے تو وہ پھر درست نہیں رہتی نا۔ ہاں وہ مسئلہ کرتے ہیں نا، اور وہاں پر ان کے مربیان بیٹھے ہوتے ہیں۔ ہاں تو بے موقع بات نہیں کرنی چاہیے۔ اچھا موقع نہیں، بات یہ شاہ صاحب پہلی بات ہے کہ میں تو اس نے اوپر اٹھا دیا، اور آپ کا کوئی بات چل رہی تھی، مجھے نہیں پتا کہ آپ کی کس آیت پہ بات چل رہی تھی، اس نے آپ کو اس کا سمپل میں عرض کر بجائے اس کو، اس کا سمپل یہ تھا، آپ 5 منٹ رکتے، آپ مخاطب کرتے اپنا ابابیل صاحب کو، ابابیل صاحب ان سے پوچھ لیتے نا، تو اتنی جلد کیا ہو گیا؟ اتنا جلدی کی ضرورت تو نہیں تھی نا، خاموش۔ نہیں یہ بھی لیٹ آئے ہیں، میدے ہوتے ہوئے نہیں تھے یہ براڈ پہ۔ کون؟ یہ ابابیل صاحب، یہ آپ سے بعد میں آئے ہیں؟ جی اچھا ٹھیک ہے، پھر ٹھیک ہے۔ دوسری بات، وہاں پہ ایک ختم نبوت کر کے ہمارے کوئی عالم ہی تھے، انہوں نے کہا کہ میں
عیسیٰ علیہ السلام کی جو آپ قبر ہے کشمیر میں، اس وہ پر نعمانی صاحب جب تک انہوں نے کہا میں خاموش رہا، کیونکہ وہ میں خود نعمانی چاہتا صاحب تھا اس پہ بات ہو۔ وہ نعمانی صاحب بات کرنا چاہتے تھے، جی تو جی، میں وہی عرض کر رہا تھا کہ ان کو آپ کرنے دیتے، میں بھی تھا، میں نہیں خاموش بولا تھا، بیچ میں، ہاں، ان کو کرنا چلے خیر ان کے آئندہ درمیان پھر میں نہیں بولا، چلے کیونکہ میں آئندہ خود چاہتا ہوں، مجھے پتا ہے کہ جب بھی کسی قادیانی سے بات کرنی ہے نا حیات وفات عیسیٰ پہ، تو پہلے ان سے ان کا عقیدہ لے۔ ہوتا یہ ہے شاہ صاحب کہ اکثر وہ لوگ وفات عیسیٰ حیات عیسیٰ پہ بات کرنے کو بڑے تیار ہوتے ہیں، وفات عیسیٰ پہ کبھی وہ بات نہیں کرتے اور کبھی اپنا عقیدہ نہیں دیتے وفات عیسیٰ پہ، کیونکہ ان کو پتا ہے کہ ہم وفات عیسیٰ کی بات کریں گے ہمیں قبر ثابت کرنی پڑ یہی جاتی جو ابھی آپ بات کر رہے ہیں یہ بھی علیحدہ ورک شاپ لگائیں، اس پر ہاں کریں، یہ جو بھی آپ بات کر رہے ہیں یہ بھی براڈ پر کرنے والی ادھر نہیں تھی نا جی، ٹھیک گزاری یہ ہے یہ بھی کوئی اپنی ورک شاپ رکھیں، ٹریننگ سیشن رکھیں، آج کل تو واٹس ایپ ہے، زوم ہے، اس میں علیحدہ رکھیں سیشن، لازمی ہے کہ آپ نے یہ باتیں جا کر ادھر قادیانی کی براڈ پر کرنی تھی، تو گزاری اس کے لیے کوئی ہوم ورک کر لیں پہلے، ٹھیک ہے نا۔ یہ جو حضرات ہیں جو وفات مسیح کے قائل ہیں، مسلمان بھی ہیں اور وفات مسیح کے قائل ہیں، ان پر ہمیں ورک کرنے کی ضرورت ہے، تو میری طرف سے انہیں دعوت ہے۔ جو یہ حضرات کہتے ہیں جی قرآن پاک میں حیات مسیح نہیں ہے، غلط کہتے ہیں، جو کہتے ہیں قرآن پاک میں رفع نہیں ہے، غلط کہتے ہیں، جو کہتے ہیں قرآن پاک میں عیسیٰ علیہ السلام کے آنے کا ذکر نہیں ہے، غلط کہتے ہیں۔ میری ان کو دعوت عام ہے جو ایکس قادیانی ہیں، یا ہو سکتا ہے کہ کوئی ایون جو غامدی صاحب کے گروپ کے ہیں، تو وہ کسی براڈ پر آنا چاہیں، بڑے اچھے انداز میں ہم کون ہے وہ بندے شاہ صاحب، کون ہے وہ؟ موجود ہیں اس وقت ایکس قادیانی میں کافی لوگ ہیں، ہاں وہ موجود ہے، نام نہیں موجود لینا ہے، اس لیے چاہتا تو میں میں، نے نام ایکشن لیا۔ نہیں نام نہیں لینا چاہتا، لیکن آپ اس پہ تھوڑا سا کر لیں کہ کافی لوگ ہیں جو قادیانی چھوڑ کر آئے، لیکن ادھر بھی وہ شک میں مبتلا ہیں اور وہ اس کا پرچار کرتے ہیں کہ عیسیٰ علیہ السلام جو ہیں وہ فوت ہو چکے ہیں، تو یہی ختم نبوت اسی سے ثابت ہوتی ہے کہ اگر عیسیٰ علیہ السلام کو آپ کو زندہ مانتے ہیں، اور وہی جو جاوید غامدی صاحب، اور جاوید غامدی صاحب کی جب بات کریں تو وہ بھی میں گزارش کروں گا اگر آپ قادیانی کی براڈ پر بھی کریں تو پوری بات کر دیا، ہمارا اس سے بہت سخت اختلاف، لیکن وہ بندہ احادیث کا منکر ہے، جتنے بھی نزول مسیح کی علیہ السلام کی احادیث ہیں وہ ساروں کو وہ یک جنبش قلم ان کا رد کر دیتا، لیکن اس کے باوجود وہ مرزا غلام قادیانی کو کذاب اور دجال مانتا ہے۔ یہ ساتھ ضرور ایڈ کیا کریں، کیونکہ دشمن کی بھی بات ہمیں مکمل کرنی چاہیے، وہ نزول مسیح کا قائل نہیں، لیکن مرزا غلام قادیانی کو وہ کذاب اور دجال اور جھوٹا مانتا ہے، یہ ساتھ ذہن رکھیں۔ ہاں وہ تو ایک تھرڈ پارٹی ہو گیا نا، جی وہ ان کو بھی جھوٹا مان رہا ہے اور ہمارے ساتھ بھی اختلاف رکھ رہا ہے، اس کا اپنا کوئی مطلب مکتبہ فکر بھی نہیں ہے، وہ ایک ذاتی سوچ اور اپنی عقل لے کر چل رہا ہے، تو وہ اس سے بات ہو سکتی ہے اچھے طریقے سے بغیر جھگڑا کیے۔ ایسا بندہ کوئی شاہ صاحب کی بات سن رہا ہو تو وہ شاہ صاحب سے رابطہ کرے، ٹک ٹاک پہ بات کرنا چاہے، زوم پہ بات کرنا چاہے، واٹس ایپ گروپ میں بات کرنا چاہے، وہ بات کر لے، لیکن اگر وہ مسلمانوں کا نمائندہ بن کر مسلمانوں کی طرف سے ختم نبوت کی بات کر رہا ہے تو وہ حیات مسیح کے عقیدے دے گا تو لامحالہ وہ ہمارا ریپریزنٹیٹیو نہیں ہوگا، پھر اس کے لیے ہمیں کوئی ایسا نہ ہو کہ کوئی مطلب منہ سے ایسا کبھی نکل جاتا ہے، جس طرح ابھی یہ دو بھائیوں کے درمیان تکرار ہو گئی ہے، اس طرح تکرار اس کے بارے میں کوئی کر دے گا تو پھر آپ کہیں گے کہ بھئی ہماری وہاں پر آپ نے تو انکار دیا، ہم آپ کے مسلمان بھائی ہیں۔ ہاں ٹھیک ہے، اگر آپ کو اس طرح کے عقیدے کے بارے میں کوئی اشکالات ہیں تو شاہ صاحب علی الاعلان آپ کو دعوت دے رہے ہیں کہ آپ مجھ سے آ کے مکالمہ کریں، میں آپ کو سمجھا دوں گا۔ عیسیٰ علیہ السلام کا رفع آسمانی یہ مسلمانوں کا اس پر اجماع ہے، آٹے میں نمک کے برابر بھی نہیں ہے، وہ اکا دکا لوگ جیسے نیچری سر سید جیسے ہوئے پیدا ہو، وہ گنتی کے چند لوگ ہوئے ہوں گے جنہوں نے یہ گمراہی کی راہ اختیار کی ہے، ورنہ عیسیٰ علیہ السلام کے رفع آسمانی پر اور ان کے دوبارہ قرب قیامت میں نزول، ان قرب قیامت سے پہلے یعنی نزول کا عقیدہ اور قتل دجال کا عقیدہ، یہ مسلمانوں میں 14 صدیوں سے جو اس رستے سے منہ موڑتا ہے، مسلمانوں کی راہ سے ہٹتا ہے، مومنوں کی راہ سے ہٹتا ہے، پھر اس کے لیے قرآن کہتا ہے نوَلِّهِ مَا تَوَلَّىٰ، اللہ پھر اس کو ادھر ہی پھیر دیتا ہے۔ اپنی اصلاح کر لیں بھائی، جو کوئی ساتھی ہیں اس طرح کے، وہ شاہ صاحب سے بات کر لیں یا ابیل بھائی سے بات کر لیں،
इस तरह की गुमराही की बात। लामा साहब बात ये है, सुन ले, मेरी भी अर्ज सुने। पहली तो बिलाल बात भाई, मैं ये एक बात कह दूं, माजरत मजे की बात यह है आमिर नज़ीर भाई और शाह साहब कि जो कादियानी, साबिका कादियानी कह ले, जो भी है, वो ये अकीदा रखते हैं। ऐसे मुसलमान है जो ये दावा करते हैं कि 15 साल, 18 साल, 12 साल उनको ख़त्म नबूवत के महाज पर और इन अकायद के दिफा पर हुआ है, और वो भी कहते हैं कि ऐसे अकायद रखने वाले ये एक्स कादियानी, इसको फिर भी मुसलमान कह सकते हैं, वो मुसलमान है। अगर कोई हयाती मसीह का जो है मसला, यहाँ पर ये दो चीज़ें हैं, इन दोनों को पैरेलल लेके जाना है ना शाह साहब, कि एक तो वो एक्स का यानी जो इस अकीदे को नहीं मानते हयाती मसीह अलैहि सलाम, दूसरे वो मुसलमान जो फिर भी उनको मुसलमान समझते हैं, क्योंकि वो कहते हैं हमने कादियानियत छोड़ ली और इस्लाम कबूल कर लिया। नहीं, जो मुसलमान ऐसे लोगों के बारे में सॉफ्ट करना रखते हैं ना, आप उनके बारे में थोड़ा सा नरम गोशा रखिए, उनको समझाएं, पूछें उनको कि भाई आप इस तरह की बात इनके बारे में क्यों कर रहे हैं, ये तो कुफरी अकीदा है। अगर ये मुकम्मल अकीदे के मुनकिर हैं तो ये तो कुफर है जो इनके अंदर वो बयान भी कर रहे हैं, अंदर हो तो और बात है। तो इसको तो इस्लाम नहीं कहा जा सकता, इसको तो ईमान नहीं कहा जा सकता। हो सकता है उनको समझने में गलती लगी और वो खामखा से उनके बारे में साफ करना रख रहे हों कि भाई हमारे 9 मुस्लिम भाई हैं तो कोई गलती थोड़ी बहुत रह गई है तो इस्लाह हो जाएगी। हो सकता है उनको गलती लगी हुई है। इसमें तो उस्ताद मोहतरम वो गुस्ताख मिर्जा मलऊन छोटा लेकिन भी अभी आ आप गया चुप था। रहो ना, अभी आप चुप रहो। छोटे मिर्जे का मानने वाले। यार ये वाटर को म्यूट करे, ये वाटर को म्यूट करो यार। अच्छा लामा साहब, जो बंदा अभी दोनों बैठे हैं हजरात, बिलाल भाई अस्सलाम वालेकुम, सॉरी मैं थोड़ा मसरूफ हूँ। काबिल भाई बैठे हुए हैं, इन्होंने एक्स कादियानी की बात की है। पहली बात तो ये है बाबिल भाई, आप यहाँ तो अल्फाजों का चुनाव थोड़ा दुरुस्त कर लें और ये बात कह दें कि सारे नहीं कुछ, ठीक है। और नहीं अभी एक भाई आप नहीं शामिल है उसमें, माजरत हमारा ये मकसद नहीं था, मैं आपकी बात नहीं बैठा हुआ हूँ, आपने जो भी सवाल और नहीं यार, वो शाह साहब ने बात की ना, मैंने उसको आगे बढ़ाया। कुछ बाज है और इसमें एक्स और वो नहीं है शामिल। जो भी ये अकीदा नहीं रखता ना तो उसके साथ मसला होगा हमारा, और आप बिल्कुल उसमें शामिल नहीं हैं। आप हमारे भाई है, हमसे जो है ना, मतलब ये है कि हमारे करीब है, और आपका ईमान नाम लिए बगैर अगर किसी भी बंदे का इस तरह का अकीदा है, जब शाह साहब अल-ऐलान कह रहे हैं कि आओ मैं आपके सामने कुरान से दलाइल पेश करता हूं, तो अगर कोई भी बंदा है तो उसे प्यार मोहब्बत से बात कर लेनी चाहिए ना, बजाय इसके कि वो झगड़ा बना ले बात, कोई छोटी सी बात को। ये कोई बात है ही नहीं झगड़े वाली, इस्लाह हो जाती है। छोटे मोटे कायद में भी मौजूद हैं। ये नहीं है कि वो सिर्फ एक गलती है पूरे मुस्लिम माशरे में, ये कोई चंद एक लोग हैं जो वफात मसीह के कायल हैं, और भी गलतियां हैं तो वो डिस्कस से दूर हो सकती हैं ना, तो वो डिस्कस से दूर हो सकती है ना। भी है इस तरह का अकीदा रखता है, वो आके शाह साहब से बात करे, वो आपको दावत दे रहे हैं भाई, इसको थैंक यू। पॉजिटिव बात यह है कि बड़ी अल्लाह ने इन पर बड़ा करम किया, जो मिर्जा गुलाम कादियानी को, जिन्होंने कज़ाब और दज्जाल अपने शऊर के तसव्वुर से समझ के कि वाकई यहाँ ये हुजूर अलैहिस्सलातु वस्सलाम का फरमान सच है, और उन्होंने तौबा करके मिर्ज़ियत को छोड़ा, हम उनके लिए बड़ा एक मोहब्बत का। लेकिन अगर कहीं पर उनकी शरह सदर नहीं हो रही, अच्छा फिर ये हजरात अपने तक भी नहीं रख रहे, अपना अकीदा जो है वो किसी आलिम दीन से रजू करे, फिर वो डिबेटर भी हैं, और फिर वो वफात मसीह का प्रचार सारे मौलवी इसको जरा ड्रॉप कर दे, ये गाली बात रौनक लाई रखना है, किसी ना किसी ने चुक लेना है। अच्छा। ना कोई भी उठाए, ये काब गालीबाज है जमात वाले। अच्छा गुजारी ये है, कोई नहीं उठाता, आप ना उठाओ। अच्छा गुजारी ये है, फिर वो कुछ हजरात को मैंने सुना भी, वो वफात मसीह के दलाइल देते हैं और कहते हैं कि कोई मौलवी हमें मुतमईन नहीं कर सका। तो मैं बड़े अदब से उनकी खिदमत में गुजारिश करूंगा, मैं एक छोटा सा मौलवी हूं और वो कुरान पाक से बात करना चाहें, मोस्ट वेलकम। मैं कितने दिनों से ये पैगाम दे रहा हूं, और कईयों को तो ऐसे भी हैं जो 4-5 साल से उन्होंने कादियानियत को छोड़ा, लेकिन वो इस पर जोर देते हैं कि ख़त्म नबूवत, जब तक आप ईसा अलैहिस्सलाम को वफ़ात नहीं मानेंगे तो ख़त्म नबूवत का अक़ीदा दुरुस्त नहीं है।
جیسے عامر نذیر صاحب نے کہا، تو یہ حضرات جو ہیں یہ ایک خطرناک سا ریپریزنٹیشن کر رہے ہیں. تو جو براڈز والے ہیں ان سے بھی میری گزارش ہے، اگر ایسا کوئی ساتھی دیکھیں تو ہماری براڈ حاضر ہے. 1 to 1 کرنا چاہیں، فیس ٹو فیس بیٹھنا چاہیں، لائیو بیٹھنا چاہیں، براڈوں پر آنا چاہیں، وہ قرآن پاک سے سوال کرتے ہیں. انشاءاللہ بفضل خدا ہم قرآن پاک سے اپنا عقیدہ ان کو بتائیں گے. اب منوانا ہمارا کام نہیں، پہنچانا. جو پبلک مسلمانوں کی وہ سن لے گی کہ یہ کوئی نہیں کہہ سکے گا کہ کسی مولوی صاحب نے ہمیں مطمئن نہیں کیا. میں آج بھی دعوت دے رہا ہوں، آئیے. میری براڈ لگتی ہے آج کل میں نے یہی عقیدہ، میرا ٹائٹل یہ ہوتا ہے حیات مسیح علیہ السلام قرآنی عقیدہ ہے، قادیانیوں اور شک والوں کو دعوت عام ہے. جو 23 آیات ہیں، ایک آیت انشاءاللہ اگلے ہفتے میں روزانہ ایک آیت لوں گا. یہ جو قادیانی کہتے ہیں کہ یہ آیت جو ہے وہ حیات وفات مسیح کی، انشاءاللہ ایک آیت وہاں توفی کیا معنی، موت کب دے رہی ہے، موت کب نہیں دے رہی ہے، وہ انشاءاللہ سارا ہم قرآن پاک سے بیان کریں گے. لیکن اس کے باوجود جو حضرات جو قادیان کو چھوڑ کر آئے گا ابھی تذبذب کا شکار ہیں حیات مسیح کے حوالے سے، انہیں بڑی محبت بری دعوت ہے کہ وہ تشریف لائیں اور ہم سے گفتگو کریں. اور یہ بات اچھی وہ نہیں کر رہے کہ ہم نے قادیان کو چھوڑا، لیکن ہمیں یہ وفات مسیح کا جو عقیدہ ہے، حیات مسیح کا عقیدہ ہمیں ہضم نہیں ہو رہا. تو آئیے ہم سے مکالمہ کریں، گفتگو کریں، بات کریں. لیکن بات کیے بغیر اگر آپ روڈوں پر جا کر یہ کریں گے تو یہ اچھا نہیں ہے، اس سے انتشار پیدا ہوگا. یہ میری گزارش ہے. شکریہ جناب، مہربانی. اس کے اوپر ترا یہ ہے کہ اگر وہ وہاں پر اس کے لیے دلائل فراہم کرنے کی کوشش کرتے ہیں یا اس کو پریچ کرنے کی کوشش کرتے ہیں کہ عیسیٰ علیہ السلام فوت شدہ ہیں، تو وہ تو ایک نیا کنفیوژن کریٹ کر رہے ہیں نا. دیکھیں وہ مسلمانوں کی نمائندگی تو کیا کریں گے، یا مسلمانوں کا وہ فائدہ تو کیا ہے، وہ تو کنفیوز کر رہے ہیں لوگوں کو یہ کہہ کر عیسیٰ علیہ السلام فوت ہو گئے. یا تو وہ پورا اپنا عقیدہ بیان کریں کہ بھئی ہم ان حدیثوں کے بھی منکر ہیں، نبی علیہ السلام کی وہ متواتر احادیث ہیں، دجال کے بھی ہم منکر ہیں، نزول مسیح کے بھی ہم منکر ہیں، اور ہم حیات مسیح کے بھی منکر. یہ تو آپ دیکھ ہی لیں کہ آپ پھر کہاں جا کر کھڑے ہو جائیں گے. لیکن اگر آپ ادھی پچھدی صرف بات پیش کرتے ہیں، اپنی ادھی پچھدی بات جس طرح غامدی پیش کرتا ہے، عیسیٰ علیہ السلام فوت ہو گئے ہیں، اور اس کو جا کر پریچ کرنے کی کوشش کرتے ہیں، تو وہ مسلمانوں کا فائدہ نہیں کر رہے، بلکہ وہ مسلمانوں کے ساتھ ایک قسم کی برائی کر رہے ہیں اور معاملے کو کنفیوز کرنے کی کوشش کر رہے ہیں. آپ خود ہو سکتا ہے ٹھوکر زدہ ہوں، یہ کوئی بڑی بات نہیں ہے، ٹھوکر ہر انسان کو لگ سکتی ہے. اگر آپ کو اس طرح کی کوئی غلط فہمی ہے تو شاہ صاحب آپ کو بار بار پیار سے دعوت دے رہے ہیں، آپ ان سے مکالمہ کر لیں. جب تک آپ بالکل کلیئرٹی کے ساتھ اس معاملے میں خود یعنی یقین نہیں ہو جاتا، تب تک آپ خود نہ اس کی دعوت و تبلیغ کریں، اس کو سائڈ پہ کر دیں. بہتر یہ ہے کہ آپ اس پہ پھر ڈسکس نہ کریں. لیکن اگر آپ ڈسکس کریں گے اور وہاں پر جا کر کنفیوژن کریٹ کریں گے تو یہ تو دوسرے لفظوں میں ہمارے ساتھ دشمنی ہے نا بھائی. ایک کنفیوز عقیدہ پیش کرنا لوگوں کو گمراہ کرنے والی بات ہے نا. عیسیٰ علیہ السلام فوت ہو گئے ہیں. اب اس میں جو میں سمجھا ہوں کہ وہ غامدی صاحب سے متاثر ہے، جو میں نے مجھے سمجھ آئی ہے، وہ دراصل کہتے نہیں ہیں، لیکن وہ دراصل فکر غامدی کو مانتے ہیں اور غامدی صاحب کو یہ اپنا لیڈر اور اپنا یعنی مربی اور اپنا معلم مانتے ہیں. تو وہ کہتے نہیں ہیں، لیکن جو ان کی میں نے گفتگو سنی ہے وہی دلائل جو غامدی صاحب کے ہیں وہی وہ براڈز پر جو ہے وہ بیان کر، جو میں سمجھا ہوں. تو غامدی صاحب کا بھی کوئی بڑا سے بڑا ان کا معلم ہو تو ان سے بھی ہماری گزارش ہے کہ وہ بھی آئیں. اور یہ جو غامدی صاحب کہتے ہیں چلیں حدیث کے بھی وہ منکر ہو گئے، اور پھر قرآن پاک سے وہی بات جو قادیانی کرتے ہیں وہی موقف ہے، یعنی وفات مسیح پر غامدی صاحب ویسے ہی دلائل دیتے ہیں قرآن پاک سے انہی کا مطالعہ کیا. پھر جو قادیانی ہیں وہ احادیث کو تو مانتے ہیں لیکن اس کو تاویل کی کینچی استعمال کرتے ہیں. جو غامدی صاحب وہ مطلقاً ان احادیث کا انکار کر دیتے ہیں، حالانکہ وہ تواتر کے ساتھ احادیث صحیحہ ہیں، بخاری شریف میں سند بھی درست ہے، مفہوم میں بھی کوئی مسئلہ نہیں ہے، روایتاً بھی درست ہیں، درایتاً بھی درست ہیں. ان ساری جو روایات ہیں تمام کتابوں کا وہ رد کر دیتے ہیں.
دلیل بھی کوئی نہیں دیتے اور کہتے ہیں کہ جناب یہ معاملہ ہو گیا، یہ معاملہ ہو گیا. تو یہ ہمارا پیغام تھا جناب. کوئی ساتھی جو اسلام کے نور سے مشرف ہوا، اگر اس کے ہاں کوئی اضطراب ہے، تذبذب ہے، شک ہے، تو ہماری خدمت حاضر ہے. آپ آئیں، سوالات تیار کر لیں، سوال کرتے جائیں، انشاءاللہ ہم قرآن پاک سے آپ کو جواب دیتے جائیں گے. جزاک اللہ.